खड़ के गल कर लांगे जे बैठना होगा तो राज बैठना। इन्होंने एडी साडी बेइज्जती की आ ਉਹਨੇ ਨਹੀਂ ਬੋਲਿਆ ਟਾਰਗੇਟ ਕੀ ਪ੍ਰਧਾਨ ਜੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਸਾਰਿਆਂ ਦੇ ਅੰਦਰ ਆਉਣ ਨਾਲ ਕੋਈ ਪ੍ਰੋਬਲਮ ਆ ਸਕਦੀ ਆ ਤਾਂ ਪ੍ਰਿੰਸੀਪਲ ਸਾਹਿਬ ਉਦੋਂ ਕਹਿੰਦੇ ਸੀ ਇਹ ਉਦੋਂ ਤੁਹਾਡੀਆਂ ਮਿਹਨਤਾਂ ਕਰਦੇ ਰਹੇ 2 ਘੰਟੇ ਖੜੇ ਰਹੇ ਆ ਇੱਥੇ ਤੁਹਾਡੇ ਗੇਟਮੈਨ ਸੀ ਉਹਨਾਂ ਦੀ ਕਿ ਸਾਡੀ ਮੰਥਲੀ ਜਿਹੜੇ ਹੈਗੀ ਆ ਸੈਲਰੀਜ਼ ਕਿੰਨੀਆਂ ਹੋਣਗੀਆਂ ਤੁਸੀਂ ਦੱਸ ਸਕਦੇ ਮੈਂ ਸਵਾਲ ਇਹ ਪੁੱਛਿਆ ਸੀ ਕਿ ਤੁਹਾਨੂੰ ਆਈਡੀਆ ਹੈ ਕਿ ਸਾਡਾ ਆਈਡੀਆ ਨਾ ਹੋਵੇ ਜੀ ਤੁਸੀਂ ਅਸੀਂ ਜੂਆ ਹੀ ਖੇਡਣਾ ਅਸੀਂ ਜੂਆ ਹੀ ਖੇਡ ਲੈਣਾ ਤੁਸੀਂ ਸਾਨੂੰ ਜਿੰਨਾ ਤੁਸੀਂ ਸਾਨੂੰ ਨਹੀਂ ਜੀ ਤੁਸੀਂ ਸਾਨੂੰ ਤੁਹਾਡਾ ਟੀਚਿੰਗ ਸਟਾਫ ਨਾਨ ਟੀਚਿੰਗ ਸਟਾਫ ਤੁਹਾਡਾ 4 ਕਲਾਸ ਜਿੰਨਾ ਵੀ ਤੁਸੀਂ ਸੈਲਰੀ ਦੀ ਗੱਲ ਸਾਨੂੰ ਦੇ ਦਿਓ ਸਾਡੇ ਬੱਚਿਆਂ ਦੀ ਅਸੀਂ ਜਿੰਨਾ ਬਸ ਦੇ ਦਿਓ ਉਹ ਦੇ ਦਾਂਗੇ ਲੇਕਿਨ ਉਹਨਾਂ ਨੇ ਕਈ ਗੱਲਾਂ ਇਦਾਂ ਦੀਆਂ ਬੋਲ ਦਿੱਤੀਆਂ ਜਿਹੜੀਆਂ ਸਾਰਿਆਂ ਬੈਠਿਆਂ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ ਕਈ ਗੱਲਾਂ ਇਦਾਂ ਦੀਆਂ ਬੋਲ ਦਿੱਤੀਆਂ ਅਸੀਂ ਗੱਲ ਨਹੀਂ ਚੱਕਰੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਕਿਤਾਬਾਂ ਫਸਟ ਤੋਂ ਲੈ ਕੇ +2 ਤੱਕ ਤੁਹਾਡਾ ਸਕੂਲ ਆ ਫਸਟ ਤੋਂ ਲੈ ਕੇ +2 ਤੱਕ ਮੈਂ ਇੰਟਰੋਡਿਊਸ ਕਰਾਉਣਾ ਜੇ ਉਹਦੇ ਵਿੱਚ 50% ਡਿਸਕਾਊਂਟ ਨਾ ਦੇਵਾਂ ਤਾਂ ਤੁਸੀਂ ਜੋ ਕਹੋਗੇ ਮੈਂ ਲਵਾਂਗਾ। ਬੀਤੇ ਦਿਨੀ ਲੋਕ ਇਨਸਾਫ ਪਾਰਟੀ ਵੱਲੋਂ ਹਲਕਾ ਫਲੋਰ ਅੰਦਰ ਨਿੱਜੀ ਸਕੂਲਾਂ ਵੱਲੋਂ ਵਿੱਦਿਆ ਦੇ ਨਾਮ ਤੇ ਕੀਤੀ ਜਾ ਰਹੀ ਮਾਪਿਆਂ ਦੀ ਲੁੱਟ ਸੰਬੰਧੀ ਮੋਰਚਾ ਖੋਲ੍ਹਦੇ ਹੋਏ ਵਧਾਈਆਂ ਗਈਆਂ ਸਕੂਲ ਫੀਸਾਂ ਐਨੂਅਲ ਚਾਰਜ ਸਕੂਲੀ ਕਿਤਾਬਾਂ ਤੇ ਯੂਨੀਫਾਰਮ ਦੀ ਖਰੀਦ ਤੇ ਵੱਡੇ ਸਵਾਲ ਖੜੇ ਕੀਤੇ ਸਨ। ਅੱਜ ਰੁੜਕਾ ਕਲਾਂ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਮੂਹਰੇ ਪਾਰਟੀ ਦੇ ਦੁਆਬਾ ਪ੍ਰਧਾਨ ਅਤੇ ਐਸਸੀ ਵਿੰਗ ਦੇ ਇੰਚਾਰਜ ਜਰਨੈਲ ਨੰਗਲ ਅਤੇ ਹਲਕਾ ਫਲੋਰ ਦੇ ਇੰਚਾਰਜ ਸਰੂਪ ਸਿੰਘ ਕੜਿਆਣਾ ਦੀ ਅਗਵਾਈ ਹੇਠ ਪਾਰਟੀ ਦੇ ਵੱਲੋਂ ਮਾਪਿਆਂ ਦੀ ਸਹਾਇਤਾ ਨਾਲ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਕਿਉਂਕਿ ਬੀਤੇ ਦਿਨੀ ਜਦੋਂ ਹਲਕਾ ਇੰਚਾਰਜ ਸਰੂਪ ਸਿੰਘ ਕੜਿਆਣਾ ਬੱਚਿਆਂ ਦੇ ਮਾਪਿਆਂ ਨਾਲ ਸਕੂਲ ਵਿਖੇ ਸਕੂਲ ਪ੍ਰਸ਼ਾਸਨ ਨਾਲ ਫੀਸਾਂ ਤੇ ਐਨੂਅਲ ਚਾਰਜ ਸੰਬੰਧੀ ਗੱਲਬਾਤ ਕਰਨ ਲਈ ਆਏ ਸਨ ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਕੂਲ ਪ੍ਰਸ਼ਾਸਨ ਨੇ ਜਾਣਬੁੱਝ ਕੇ ਸਕੂਲ ਦਾ ਮੁੱਖ ਗੇਟ ਜਿੰਦਰਾ ਮਾਰ ਕੇ ਬੰਦ ਕਰ ਦਿੱਤਾ ਸੀ ਜਿਸ ਕਰਕੇ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਅੱਜ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਅੱਜ ਵੀ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਸਕੂਲ ਦੇ ਮੁੱਖ ਗੇਟ ਮੂਹਰੇ ਇਕੱਠੇ ਹੋਏ ਸਨ। ਜਰਨੈਲ ਨੰਗਲ ਅਤੇ ਸਰੂਪ ਸਿੰਘ ਕੜਿਆਣਾ ਜਦੋਂ ਪਹੁੰਚੇ ਤਾਂ ਉਹਨਾਂ ਨੇ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਕੂਲ ਦਾ ਮੁੱਖ ਗੇਟ ਖੁਲਵਾਇਆ ਅਤੇ ਸਕੂਲ ਦੀ ਪਾਰਕ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂਆਂ ਜਰਨੈਲ ਨੰਗਲ ਅਤੇ ਸਰੂਪ ਸਿੰਘ ਕੜਿਆਣਾ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਪ੍ਰਸ਼ਾਸਨ ਨੂੰ ਆਪਣੇ ਆਉਣ ਦਾ ਮਕਸਦ ਦੱਸਦੇ ਹੋਏ ਆਪਣੇ ਸਵਾਲਾਂ ਅਤੇ ਮੰਗਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਵੀ ਆਪਣਾ ਪੱਖ ਮਾਪਿਆਂ ਦੇ ਅੱਗੇ ਰੱਖਿਆ ਗਿਆ। ਅੱਜ ਇੱਥੇ ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਜੋ ਇਕੱਤਰ ਹੋ ਕੇ ਆਉਣਾ ਪਿਆ ਉਹ ਆਪਾਂ ਬਹੁਤ ਛੋਟੇ ਸ਼ਬਦਾਂ ਦੇ ਅੰਦਰ ਆਪਣੀ ਗੱਲ ਨੂੰ ਪਹਿਲਾਂ ਕਲੀਅਰ ਕਰਾਂਗੇ ਤੇ ਸਕੂਲ ਦੇ ਪ੍ਰਬੰਧਕ ਸਾਹਿਬਾਨ ਸਾਹਮਣੇ ਖੜੇ ਨੇ ਤੇ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਖੜ ਕੇ 2-3 ਮਿੰਟ ਪਹਿਲਾਂ ਸਾਡੀ ਗੱਲ ਬੜੇ ਧਿਆਨ ਨਾਲ ਸੁਣ ਲਓ। ਉਸ ਤੋਂ ਬਾਅਦ ਵਿੱਚ ਆਪਾਂ ਬੜੀ ਸੰਜੀਦਗੀ ਨਾਲ ਬੜੀ ਸੁਵਿਧਾਨਕ ਭਾਸ਼ਾ ਦੇ ਵਿੱਚ ਗੱਲਬਾਤ ਕਰਨੀ ਆ। ਅਸਲ ਵਿੱਚ ਇਹਨਾਂ ਵਿੱਚ ਜੋ ਸਕੂਲਾਂ ਦੀਆਂ ਫੀਸਾਂ ਨੇ ਕਰੋਨਾ ਮਹਾਮਾਰੀ ਦੇ ਕਾਰਨ ਹਰ ਇੱਕ ਬੰਦਾ ਪੀੜਤ ਹੈ, ਹਰ ਇੱਕ ਬੰਦੇ ਦਾ ਕੰਮ ਜਿਹੜਾ ਉਹ ਟੋਟਲ ਠੱਪ ਹੈ ਤੇ ਇਸ ਭਿਆਨਕ ਸਮੇਂ ਦੇ ਅੰਦਰ ਫੀਸਾਂ ਦੇ ਵਿੱਚ ਵਾਧਾ ਕਰਨਾ ਭਾਵੇਂ ਉਹ 1 ਰੁਪਈਆ ਵੀ ਕੀਤਾ ਜਾਵੇ ਤੇ ਉਹ ਦੁਖਦਾਇਕ ਮਹਿਸੂਸ ਹੁੰਦਾ ਹੈ। ਤੇ ਉਸ ਤੋਂ ਬਾਅਦ ਵਿੱਚ ਜੋ ਐਨੂਅਲ ਫੀਸ ਦੇ ਨਾਮ ਦੇ ਉੱਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਕਿਵੇਂ ਉਡਾਈਆਂ ਜਾਂਦੀਆਂ ਉਹ ਗੱਲਾਂ ਸਾਡੇ ਧਿਆਨ ਵਿੱਚ ਆਈਆਂ ਸਨ ਤੇ ਉਸ ਵਕਤ ਮੈਂ ਬੜੇ ਪ੍ਰੇਮ ਨਾਲ ਸਾਰੇ ਭਰਾਵਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਹੈ, ਸਕੂਲ ਇੱਕ ਪ੍ਰਬੰਧਕ ਧਾਰਮਿਕ ਅਦਾਰੇ ਵੱਲੋਂ ਚੱਲਦਾ ਹੈ ਤੇ ਉਸ ਅਦਾਰੇ ਦੀ ਅਸੀਂ ਸਾਰੇ ਸਤਿਕਾਰ ਇੱਜ਼ਤ ਕਰਦੇ ਹਾਂ ਤੇ ਆਪਾਂ ਕੋਈ ਵੀ ਐਸਾ ਕਦਮ ਨਹੀਂ ਚੱਕਾਂਗੇ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਵੀ ਮੈਂ ਤੁਹਾਡੇ ਨਾਲ ਆਉਂਦਾ ਆ ਕੇ ਆਪਾਂ ਬੜੇ ਪ੍ਰੇਮ ਦੇ ਨਾਲ ਪ੍ਰਿੰਸੀਪਲ ਮੈਡਮ ਦੇ ਨਾਲ ਬੈਠਾਂਗੇ ਤੇ ਜੋ ਉਸ ਦਿਨ ਘਟਨਾਕ੍ਰਮ ਵਾਪਰਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਗੇਟਕੀਪਰ ਨੇ ਸਾਡੀ ਗੱਲ ਤੱਕ ਨਹੀਂ ਸੁਣੀ ਤੇ ਗੇਟਕੀਪਰ ਨੇ ਮੈਡਮ ਦੇ ਨਾਲ ਟੈਲੀਫੋਨ ਦੇ ਉੱਤੇ ਰਾਬਤਾ ਬਣਾਇਆ। ਮੈਡਮ ਉਹਨਾਂ ਨੇ ਅੱਗੋਂ ਕੀ ਕਿਹਾ ਹੈ ਵਾਹਿਗੁਰੂ ਜਾਣਦਾ ਪਰ ਗੇਟਕੀਪਰ ਸਾਹਿਬਾਨ ਉਸੇ ਟਾਈਮ ਪੈਰ ਮਲਦੇ ਚੁੱਪ ਚਪੀਤੇ ਦੂਜੇ ਪਾਸੇ ਜਾਣੇ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਸਾਡੀ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ। ਅਸੀਂ ਪਿੱਛੋਂ ਆਵਾਜ਼ਾਂ ਮਾਰੀਆਂ। ਆਖਰਕਾਰ ਸਾਨੂੰ ਇਹ ਅੱਜ ਦੀ ਤਰੀਕ ਦੇਣੀ ਪਈ ਵੇ ਅਸੀਂ ਉਸ ਦਿਨ ਫਿਰ ਪੂਰੇ ਪਾਰਟੀ ਦੇ ਹਾਈ ਕਮਾਂਡ ਦੇ ਧਿਆਨ ਵਿੱਚ ਦੇਵਾਂਗੇ। ਅੱਜ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਸਾਰੇ ਪੇਰੈਂਟਸ ਵੱਲੋਂ ਸ਼੍ਰੀਮਾਨ ਜਰਨੈਲ ਨੰਗਲ ਜੀ ਜੋ ਸਾਡੇ ਲੋਕ ਇਨਸਾਫ ਪਾਰਟੀ ਦੇ ਦੁਆਬੇ ਦੇ ਪ੍ਰਧਾਨ ਨੇ ਤੇ ਨਾਲ ਐਸਸੀ ਵਿੰਗ ਦੇ ਪੂਰੇ ਪੰਜਾਬ ਦੇ ਪ੍ਰਧਾਨ ਨੇ ਅੱਜ ਆਏ ਨੇ। ਮੈਂ ਉਹਨਾਂ ਦਾ ਆਪਣੀ ਟੀਮ ਵੱਲੋਂ ਸਵਾਗਤ ਕਰਦਾ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਕਿ ਆਪਣੇ ਜ਼ਰੂਰੀ ਰਿਜੇਵੇਂ ਛੱਡ ਕੇ ਉਹ ਸਾਡੇ ਵਾਸਤੇ ਸਮਾਂ ਕੱਢ ਕੇ ਆਇਆ। ਜਿਹੜੀਆਂ ਸਾਡੀਆਂ ਮੁੱਖ ਗੱਲਾਂ ਨੇ ਪਹਿਲੀ ਗੱਲ ਐਨੂਅਲ ਫੀਸ ਜਿਹੜੀ ਆ ਉਹਨੂੰ ਜੋ ਹਾਈ ਕੋਰਟ ਆਦੇਸ਼ ਦਿੰਦਾ ਹੈ ਉਸ ਆਦੇਸ਼ ਦੇ ਮੁਤਾਬਕ ਨਹੀਂ ਤੈਅ ਕਰਦਾ ਕੋਈ ਵੀ ਜਿਹੜਾ ਪ੍ਰਾਈਵੇਟ ਅਦਾਰਾ। ਇਹ ਹਾਈ ਕੋਰਟ ਦੇ ਨਾਲੋਂ ਪਤਾ ਨਹੀਂ ਤੇ ਆਪਣੇ ਆਪ ਨੂੰ ਪ੍ਰਬੰਧਕ ਵੱਡਾ ਸਮਝ ਲੈਂਦੇ ਨੇ ਜਾਂ ਇਹ ਜਾਣਬੁੱਝ ਕੇ ਐਸੀ ਗਲਤੀ ਕਰਦੇ ਨੇ। ਦੂਸਰੇ ਨੰਬਰ ਤੇ ਫੀਸਾਂ ਦੇ ਵਾਧੇ
ਜੋ ਕਿਤਾਬਾਂ ਦੇ ਨਾਮ ਦੇ ਉੱਤੇ ਵੀ ਬੱਚਿਆਂ ਨੂੰ ਪੂਰਾ ਸੈੱਟ ਹੀ ਦੇਣਾ ਅਸੀਂ ਪਹਿਲਾਂ ਬੱਚਿਆਂ ਨੂੰ ਇਹ ਕਿਹਾ ਵੀ ਜਾਂਦਾ ਵੀ ਤੁਸੀਂ ਕਿਤਾਬ ਦੇ ਉੱਤੇ ਕੁਝ ਵੀ ਨੋਟ ਡਾਊਨ ਨਹੀਂ ਕਰਨਾ, ਨੋਟਬੁੱਕ ਦੇ ਉੱਤੇ ਨੋਟ ਡਾਊਨ ਕਰਨਾ। ਤੇ ਬੱਚੇ ਆਪਣੀਆਂ ਕਾਪੀਆਂ ਦੇ ਉੱਤੇ ਲਿਖਦੇ ਆ, ਕਿਤਾਬਾਂ ਉੱਤੇ ਕੁਝ ਵੀ ਨਹੀਂ ਲਿਖਦੇ। ਜੇ ਮਾਪਾ ਕਹਿੰਦਾ ਵੀ ਮੇਰੇ ਕੋਲ ਆਲਰੇਡੀ 3 ਕਿਤਾਬਾਂ ਹੈਗੀਆਂ ਬਾਕੀ ਦੇ ਦਿਓ, ਤਾਂ ਜ਼ਬਰਦਸਤੀ ਸਾਰਾ ਸੈੱਟ ਮਾਂ-ਬਾਪ ਦੇ ਗਲ ਪਾਇਆ ਜਾਂਦਾ। ਐਸਾ ਨਹੀਂ ਹੋਣਾ ਚਾਹੀਦਾ। ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਹਦੇ ਵਿੱਚ ਜਿੰਨਾ ਵੀ ਵਾਅਦਾ ਕੀਤਾ, ਜੋ ਮੈਨੂੰ ਪਿਛਲੀ ਵਾਰ ਪਤਾ ਲੱਗਾ ਸੀ ਵੀ ਡਬਲ ਚਾਰਜ ਕੀਤੇ ਗਏ ਆ। ਇੱਕ ਪੇਰੈਂਟ ਨੇ ਮੈਨੂੰ ਕਿਹਾ ਸੀ, ਅੱਜ ਉਹ ਭਰਾ ਬੈਠੇ ਵੀ ਆ, ਵੀ 1100 ਰੁਪਈਆ ਸੀ ਤੇ 2200 ਕਰ ਦਿੱਤਾ ਗਿਆ। ਸੋ ਜੇ ਮੈਡਮ ਉਹਨਾਂ ਦੇ ਬਾਅਦ ਵਿੱਚ ਮੈਂ ਪ੍ਰੈਸ ਕਾਨਫਰੰਸ ਦੀ ਸਪੀਚ ਸੁਣੀ ਸੀ, ਵੀ ਕਹਿੰਦੇ ਵੀ 282 ਰੁਪਏ ਸ਼ਾਇਦ ਇੱਕ ਬੱਚੇ ਦੇ ਮਗਰ ਪਰ ਮੰਥ ਅਸੀਂ ਵਧਾਏ ਆ। ਉਹਦੇ ਵਾਸਤੇ ਅਸੀਂ ਬਹਿ ਕੇ ਗੱਲਬਾਤ ਕਰਨੀ ਸੀ ਵੀ ਚਾਹੇ ਇਕੱਲੇ 82 ਰੁਪਏ ਵੀ ਕਿਉਂ ਨਾ ਵਧਾਏ ਹੋਣ, ਤੇ ਇਸ ਭਿਆਨਕ ਸਮੇਂ ਦੇ ਅੰਦਰ ਇਹ ਫੀਸਾਂ ਨਾ ਵਧਾਈਆਂ ਜਾਣ। ਤੇ ਐਨੂਅਲ ਚਾਰਜ ਜਿਹੜਾ ਇਹਨਾਂ ਨੇ 12 ਮਹੀਨਿਆਂ ਦੇ ਵਿੱਚ ਉਹ ਵੰਡ ਦਿੱਤਾ, ਵੀ ਉਹ ਫੀਸ ਦੇ ਵਿੱਚ ਇਨਕਲੂਡ ਕਰ ਦਿੱਤਾ। ਕੰਪਿਊਟਰ ਚਾਰਜ ਲਗਾਇਆ ਜਾਂਦਾ। ਹੁਣ ਜੇ ਬੱਚੇ ਸਾਡੇ ਸਕੂਲ ਵਿੱਚ ਪੜ੍ਹਦੇ ਨੇ, ਕੰਪਿਊਟਰ ਸਿਲੇਬਸ ਦਾ ਹਿੱਸਾ ਆ, ਤੇ ਜੇ ਅਸੀਂ ਟਿਊਸ਼ਨ ਫੀਸ ਦੇ ਰਹੇ ਆ, ਫਿਰ ਕੀ ਕੰਪਿਊਟਰ ਪੜ੍ਹਾਉਣ ਵਾਸਤੇ ਅਸੀਂ ਹੋਰ ਸਕੂਲ ਵਿੱਚ ਭੇਜਾਂਗੇ? ਜੇ ਸਕੂਲ ਦੀ ਫੀਸ ਦੇ ਰਹੇ ਹਾਂ ਤਾਂ ਕੰਪਿਊਟਰ ਦੀ ਫੀਸ ਵੀ ਉਹਦੇ ਵਿੱਚ ਇਨਕਲੂਡ ਹੈ, ਨਾ ਕਿ ਅਸੀਂ ਇਹ ਕਹੀਏ ਵੀ ਕੰਪਿਊਟਰ ਕਿਸੇ ਹੋਰ ਸਕੂਲ ਤੋਂ ਪੜ੍ਹਾਈਏ। ਜੇ ਇਹ ਸਕੂਲ ਬਾਕੀ ਕਿਤਾਬਾਂ ਪੜ੍ਹਾ ਰਿਹਾ ਹੈ ਤੇ ਕੰਪਿਊਟਰ ਵੀ ਇਸੇ ਸਕੂਲ ਵਿੱਚੋਂ ਹੀ ਪੜ੍ਹਨਾ। ਇਹ ਗੱਲਾਂ ਅਸੀਂ ਬਹਿ ਕੇ ਕਰਨੀਆਂ ਚਾਹੁੰਦੇ ਸੀ। ਅੱਜ ਵੀ ਸਾਡੇ ਨਾਲ ਇਹ ਐਸਾ ਹੀ ਹੋ ਰਿਹਾ ਸੀ ਕਿ 5 ਜਣੇ ਅੰਦਰ ਆ ਜਾਓ, ਤੇ ਪੇਰੈਂਟ ਕਹਿ ਰਹੇ ਨੇ ਕਿ ਅਸੀਂ 6 ਵਾਰ ਆਲਰੇਡੀ ਬੈਠ ਚੁੱਕੇ ਹਾਂ ਤੇ ਅੱਜ ਤੱਕ ਕੋਈ ਟਰੱਸਟ ਤੋਂ ਫੈਸਲਾ ਨਹੀਂ ਹੋਇਆ, 1 ਰੁਪਈਆ ਵੀ ਨਾ ਘਟਾਇਆ ਗਿਆ। ਤੇ ਜਿਹੜੇ ਗਰੀਬ ਬੱਚੇ ਨੇ, ਜੋ ਹਾਈ ਕੋਰਟ ਦਾ ਆਦੇਸ਼ ਹੈ ਕਿ 10% ਬੱਚੇ ਇਹਨਾਂ ਨੂੰ ਬਿਨਾਂ ਫੀਸ ਤੋਂ ਉਹਨਾਂ ਨੂੰ ਐਡਮਿਸ਼ਨ ਦੇਣੀ ਹੁੰਦੀ ਆ, ਸਕੂਲ ਨੇ ਆਪਣੇ ਕੋਲੋਂ ਪੜਾਉਣਾ ਹੁੰਦਾ ਹੈ, ਉਹ ਵੀ ਸਾਰਾ ਮਸਲਾ ਜਿਹੜਾ ਉਹ ਬਹਿ ਕੇ ਅਸੀਂ ਮਹਿਸੂਸ ਕੀਤਾ ਵੀ ਇੱਥੇ ਠੱਪ ਪਿਆ। ਉਹ ਜਿਹੜੀ ਪ੍ਰਕਿਰਿਆ ਉਹ ਵੀ ਅਸੀਂ ਲਾਗੂ ਕਰਵਾਉਣਾ ਚਾਹੁੰਦੇ ਹਾਂ। ਤੇ ਬਾਕੀ ਆਪ ਜੀ ਦੇ ਨਾਲ ਸ਼੍ਰੀਮਾਨ ਜਰਨੈਲ ਨੰਗਲ ਜੀ, ਜੋ ਸਾਡੇ ਲੋਕ ਇਨਸਾਫ ਪਾਰਟੀ ਦੁਆਬੇ ਦੇ ਪ੍ਰਧਾਨ ਨੇ, ਉਚੇਚਾ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਉਹ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਗੇ। ਇੱਕ ਗੱਲ ਹੋਰ ਜਿਹੜੀ ਸਾਡੇ ਕੋਲ ਵਾਰ-ਵਾਰ ਆ ਰਹੀ ਸੀ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਤੇ ਨਾਲ ਥੋਪਿਆ ਜਾ ਰਿਹਾ ਵੀ ਤੂੰ ਵਰਦੀ ਪਾ ਕੇ ਹੀ ਆਨਲਾਈਨ ਕਲਾਸ ਲਾਉਣੀ। ਸਕੂਲ ਦੀ ਵਰਦੀ ਨਹੀਂ ਹੋਊਗੀ, ਜੇ ਮੰਨ ਲਓ ਟਾਈ ਨਹੀਂ ਲੱਗੀ ਤੇ 50 ਰੁਪਏ ਜੁਰਮਾਨਾ। ਜੇ ਘਰ ਵਿੱਚ ਬੱਚਾ ਬੈਠ ਕੇ ਪੜ੍ਹ ਰਿਹਾ ਤੇ ਉਹਨੂੰ ਪੜ੍ਹਾਈ ਵਾਲਾ ਮਾਹੌਲ ਕ੍ਰੀਏਟ ਕਰਕੇ ਦੇਣਾ ਉਹਦੇ ਪੇਰੈਂਟਸ ਦੀ ਜਿਹੜੀ ਜ਼ਿੰਮੇਵਾਰੀ ਹੈ, ਨਾ ਕਿ ਉਹ ਵਰਦੀ ਪਾਉਣ ਦੇ ਨਾਲ ਹੀ ਉਹਨੂੰ ਐਜੂਕੇਸ਼ਨ ਵਾਲੀ ਫੀਲਿੰਗ ਆਉਂਦੀ ਆ ਕਿ ਮੈਂ ਹੁਣ ਹੀ ਪੜ੍ਹ ਸਕਦਾ। ਇਹਦਾ ਮਤਲਬ ਹੈ ਕਿ ਬੱਚੇ ਜਿਹੜੇ ਟਿਊਸ਼ਨ ਤੇ ਜਾਂਦੇ ਨੇ ਉਹ ਵਿਦਆਊਟ ਯੂਨੀਫਾਰਮ ਜਾਂਦੇ ਨੇ, ਤੇ ਉਹ ਫਿਰ ਅਸੀਂ ਪੈਸੇ ਵਿਅਰਥ ਥੋੜਾ ਕਰ ਰਹੇ ਹਾਂ। ਉੱਥੇ ਵੀ ਤਾਂ ਸਟੱਡੀ ਵਾਲੀ ਫੀਲਿੰਗ ਲੈ ਕੇ ਬੱਚੇ ਪੜ੍ਹਦੇ ਨੇ। ਸੋ ਐਸੀਆਂ ਜਿਹੜੀਆਂ ਬੇਹੂਦਾ ਜੀਆਂ ਸ਼ਰਤਾਂ ਨੇ, ਉਹ ਸ਼ਰਤਾਂ ਦੀ ਡਿਸਕਸ ਅਸੀਂ ਕਰਨ ਆਏ ਸੀ ਤੇ ਸਾਡੇ ਨਾਲ ਬੜਾ ਘਟੀਆ ਵਿਵਹਾਰ ਕੀਤਾ ਗਿਆ, ਜਿਸ ਦਾ ਬੜਾ ਦੁੱਖ ਹੋਇਆ। ਅਖਬਾਰਾਂ ਦੇ ਵਿੱਚ ਸਾਡੀ ਬੇਇੱਜ਼ਤੀ ਹੋਈ ਆ। ਅਖਬਾਰਾਂ ਦੇ ਵਿੱਚ ਸਾਰੇ ਪੱਤਰਕਾਰਾਂ ਨੇ ਇਹੋ ਹੀ ਕਿਹਾ ਕਿ ਸਰੂਪ ਸਿੰਘ ਕੜਿਆਣੇ ਹੁਣੀ ਆਪਣੀ ਟੀਮ ਸਮੇਤ ਆਏ ਤੇ ਪ੍ਰਿੰਸੀਪਲ ਮੈਡਮ ਉਹਨਾਂ ਨੇ ਅੰਦਰ ਅਲਾਓ ਨਹੀਂ ਕੀਤਾ। ਤੇ ਮੈਂ ਮੈਡਮ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਸਾਹਮਣੇ ਖੜੇ ਨੇ ਸਾਡੇ ਸਤਿਕਾਰਯੋਗ ਨੇ, ਵੀ ਇਹ ਜਿੰਨੇ ਮਾਂ-ਬਾਪ ਨੇ ਇਹ ਸੋਨੇ ਦਾ ਆਂਡਾ ਦੇਣ ਵਾਲੀਆਂ ਮੁਰਗੀਆਂ ਨੇ ਤੁਹਾਡੇ ਵਾਸਤੇ। ਇਹ ਲੱਖਾਂ ਰੁਪਇਆ ਤੁਹਾਨੂੰ ਮਹੀਨੇ ਦਾ ਦਿੰਦੇ ਨੇ, ਤੇ ਇਹਨਾਂ ਬੱਚਿਆਂ ਦੇ ਮਾਂ-ਬਾਪਾਂ ਨੂੰ, ਇਹਨਾਂ ਦੇ ਪੇਰੈਂਟਸ ਨੂੰ ਜੇ ਤੁਸੀਂ ਸਕੂਲ ਵਿੱਚ ਐਂਟਰੀ ਨਹੀਂ ਦਿਓਗੇ ਤੇ ਫਿਰ ਇਹ ਵੱਡੀਆਂ ਬਿਲਡਿੰਗਾਂ ਜਿਹੜੀਆਂ ਬਣੀਆਂ ਉਹ ਇਹਨਾਂ ਦੇ ਸਿਰ ਤੋਂ ਬਣੀਆਂ। ਇਹਨਾਂ ਦਾ ਸਤਿਕਾਰ ਜ਼ਰੂਰ ਕਰਿਆ ਕਰੋ। ਬਹੁਤ ਬਹੁਤ ਧੰਨਵਾਦ। ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਤਾਂ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦੇ ਪੇਰੈਂਟਸ ਸਾਹਿਬਾਨ, ਮੇਰੀਆਂ ਸਤਿਕਾਰਯੋਗ ਭੈਣਾਂ, ਮੇਰੇ ਵੀਰ, ਸਾਡੇ ਸਤਿਕਾਰਯੋਗ ਸਕੂਲ ਦੇ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦੇ ਨਾਲ ਸਮੁੱਚਾ ਉਹਨਾਂ ਦਾ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਬਾਕੀ ਸਾਰੇ ਹੀ ਸਤਿਕਾਰਯੋਗ ਆਗੂ ਔਰ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਹਿਬਾਨ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਸਾਥੀਓ, ਬੜੀ ਵੱਡੀ ਲੜਾਈ ਜਿਹੜੀ ਆ ਉਹ ਆਪਾਂ ਸ਼ੁਰੂ ਕੀਤੀ ਹੋਈ ਹੈ। ਪੂਰੇ ਪੰਜਾਬ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ। ਕਰੋਨਾ ਦਾ ਦੌਰ ਆਇਆ, ਕਰੋਨਾ ਦੇ ਦੌਰ ਦੇ ਵਿੱਚ ਆਪਣਾ ਬੜਾ ਨੁਕਸਾਨ ਹੋਇਆ। ਆਪਾਂ ਆਰਥਿਕ ਤੌਰ ਤੇ ਬੜੇ ਕਮਜ਼ੋਰ ਹੋ ਗਏ। ਕਰੋਨਾ ਦੇ ਵਿੱਚ ਸਾਡੀਆਂ ਦੁਕਾਨਾਂ, ਕਿਸੇ ਦਾ ਕੋਈ ਕਾਰੋਬਾਰ ਠੱਪ ਹੋ ਗਏ। ਜਿੱਥੇ ਸਾਨੂੰ ਆਰਥਿਕ ਤੌਰ ਤੇ ਨੁਕਸਾਨ ਹੋਇਆ, ਉੱਥੇ ਸਾਡਾ ਕੁਝ ਫਾਇਦਾ ਵੀ ਹੋਇਆ। ਫਾਇਦਾ ਸਾਡਾ ਇਹ ਹੋਇਆ ਵੀ ਜਿਨ੍ਹਾਂ ਗੱਲਾਂ ਨੂੰ ਸਾਡਾ ਧਿਆਨ ਨਹੀਂ ਸੀ ਜਾਂਦਾ, ਉਹਨਾਂ ਗੱਲਾਂ ਨੂੰ ਸਾਡਾ ਧਿਆਨ ਜਾਣ ਲੱਗ ਪਿਆ। ਪਹਿਲਾਂ ਪਿਛਲੇ ਸਾਲ ਤੋਂ ਪਹਿਲਾਂ ਆਪਾਂ ਕਦੀ ਰੌਲਾ ਨਹੀਂ ਸੀ ਪਾਇਆ ਵੀ ਸਾਨੂੰ ਸਕੂਲ ਨੇ ਇੰਨਾ ਲੁੱਟ ਲਿਆ, ਕਦੀ ਨਹੀਂ ਸੀ ਰੌਲਾ ਪਾਇਆ ਆਪਾਂ, ਪਰ ਹੁਣ ਪਿਆ। ਹੁਣ ਇਸ ਕਰਕੇ ਪਿਆ ਵੀ ਕਿਉਂਕਿ ਆਪਣੀ ਜੇਬ 'ਚ ਬਚਿਆ ਕੱਖ ਨਹੀਂ, ਇਹਨਾਂ ਨੇ ਛੱਡਿਆ ਕੱਖ ਨਹੀਂ, ਇੱਦਾਂ ਹੋਈ ਨਾ। ਇਸ ਕਰਕੇ ਇਹ ਜਿਹੜਾ ਰੌਲਾ ਪਿਆ, ਇਹ ਰੌਲੇ ਨੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਵੀ ਐਡਾ ਵੱਡਾ ਵਪਾਰ,
ਜਦ ਕਿ ਐਜੂਕੇਸ਼ਨ ਜਿਹੜਾ ਇਹਦਾ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ। ਸਾਡਾ ਸੰਵਿਧਾਨਕ ਰਾਈਟ ਹੈ, ਸੰਵਿਧਾਨਕ ਹੱਕ ਹੈ ਸਾਡਾ ਕਿ ਇਸ ਦੇਸ਼ ਦੇ ਅੰਦਰ ਜਿਹੜਾ ਬੱਚਾ ਜਨਮ ਲੈ ਗਿਆ, ਜੇ ਉਹ ਅਨਪੜ੍ਹ ਰਹਿ ਗਿਆ ਉਹਦਾ ਜ਼ਿੰਮੇਵਾਰ ਪਰਿਵਾਰ ਨਹੀਂ ਹੋਏਗਾ, ਸਰਕਾਰ ਹੋਊਗੀ। ਇਹ ਸੰਵਿਧਾਨ ਦੇ ਵਿੱਚ ਲਿਖਿਆ ਹੈ। ਲੇਕਿਨ ਇੱਥੇ ਕੀ ਹੋ ਰਿਹਾ, ਇੱਥੇ ਜੋ ਵੀ ਹੋ ਰਿਹਾ, ਲੇਕਿਨ ਆਪਾਂ ਹੁਣ ਜ਼ਿਆਦਾ ਨਾ ਕਰੀਏ। ਪ੍ਰਿੰਸੀਪਲ ਸਾਹਿਬ ਖੜੇ ਨੇ, ਅਸੀਂ 5-4 ਸਾਡੇ ਸਵਾਲ ਨੇ। ਪ੍ਰਿੰਸੀਪਲ ਸਾਹਿਬ ਬੜੀ ਸਿਨੇਮਰ ਬੇਨਤੀ ਤੁਹਾਨੂੰ ਕਿ ਤੁਸੀਂ ਇੱਕ ਸੰਸਥਾ ਦੇ ਮੁਖੀ ਹੋ ਤੇ ਅਸੀਂ ਜਿਹੜੇ ਸਾਡੇ 5-4 ਮਾਪਿਆਂ ਦੇ ਸਵਾਲ ਨੇ ਸਾਨੂੰ ਉਹਨਾਂ ਦਾ ਹੱਲ ਕਰ ਦਿਓ। ਪਹਿਲਾ ਵੱਡਾ ਸਵਾਲ ਕਿ ਅਸੀਂ ਟਿਊਸ਼ਨ ਫੀਸ ਜਿਹੜੀ ਹੈਗੀ ਆ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਦੇਣ ਨੂੰ ਤਿਆਰ ਹਾਂ। ਹਾਈ ਕੋਰਟ ਨੇ ਟਿਊਸ਼ਨ ਫੀਸ ਕਹਿਤਾ ਵੀ ਲੈ ਲਓ। ਵੈਸੇ ਤਾਂ ਪਿਛਲੀ ਵਾਰ ਪਹਿਲਾਂ ਜੂਨ ਮਹੀਨੇ ਦੇ ਵਿੱਚ ਆਰਡਰ ਆਏ ਸੀ ਕਿ 70% ਲੈ ਲਿਓ। ਉਸ ਤੋਂ ਬਾਅਦ ਜੱਜ ਸਾਹਿਬਾਨ ਵੀ ਜਿਹੜੇ ਹੈਗੇ ਆ ਵੀ ਇੱਦਾਂ ਹੀ ਆ, ਕਿਉਂਕਿ ਉਹਨਾਂ ਦਾ ਸਕੂਲਾਂ ਦੀ ਹਿੱਸਾ ਹੋਊਗਾ ਜਾਂ ਸਕੂਲ ਆਪਣੇ ਹੋਣਗੇ ਜਾਂ ਰਿਸ਼ਤੇਦਾਰਾਂ ਦੇ ਹੋਣਗੇ। ਇਸ ਕਰਕੇ ਉਹਨਾਂ ਨੇ ਸਕੂਲਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਤਾ ਵੀ ਸਾਰੀ ਲੈ ਲਓ, ਕੋਈ ਗੱਲ ਨਹੀਂ। ਹੁਣ ਟਿਊਸ਼ਨ ਫੀਸ ਤੋਂ ਇਲਾਵਾ ਜਿਹੜੇ ਬਾਕੀ ਚਾਰਜਸ ਹੈਗੇ ਆ ਪ੍ਰਿੰਸੀਪਲ ਸਾਹਿਬ, ਉਹ ਕਿਰਪਾ ਕਰਕੇ ਸਾਡੇ ਤੇ ਨਾ ਥੋਪੇ ਜਾਣ, ਕਿਉਂਕਿ ਅਸੀਂ ਇਸ ਤੋਂ ਇਲਾਵਾ ਕੋਈ ਚਾਰਜ ਦੇਣ ਦੇ ਸਮਰੱਥ ਨਹੀਂ ਹੈ। ਕਿਉਂਕਿ ਮਾਪਿਆਂ ਦਾ ਹਾਲਾਤ ਜਿਹੜੇ ਹੈਗੇ ਆ, ਹੁਣ ਇੱਥੇ ਵੱਡੀ ਗੱਲ ਜਿਹੜੀ ਉਹ ਐਨੂਅਲ ਚਾਰਜਸ ਦੀ ਹੈ। ਐਨੂਅਲ ਚਾਰਜਸ ਜਿਹੜਾ ਹੈਗਾ ਉਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ, ਸੁਪਰੀਮ ਕੋਰਟ ਦੇ ਆਰਡਰਾਂ ਦੀ ਕਾਪੀ ਮੇਰੇ ਕੋਲ ਪਈ ਹੈ। ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਆ ਉਹ ਕਹਿੰਦੇ ਆ ਵੀ ਐਨੂਅਲ ਚਾਰਜਸ ਲੈ ਸਕਦਾ। ਸਾਡੇ ਸਰਕਾਰ ਜੋ ਬਣੇ ਸਰਕਾਰ ਵੀ ਖੜੇ ਆ, ਕਿਉਂਕਿ ਤੁਸੀਂ ਕਈ ਵਾਰ ਫੈਸਲੇ ਕਰਵਾਉਂਦੇ ਆ, ਬੱਚੇ ਤੁਹਾਡੇ ਵੀ ਪੜ੍ਹਦੇ ਆ। ਕੋਈ ਘਰ ਇਦਾਂ ਦਾ ਨਹੀਂ ਹੈਗਾ ਜਿਹਦੇ ਬੱਚਾ ਨਹੀਂ ਸਕੂਲ ਦੇ ਵਿੱਚ ਪੜ੍ਹਦਾ। ਹਰ ਘਰ ਦਾ ਬੱਚਾ ਔਰ ਹਰ ਮਾਪਾ ਚਾਹੁੰਦਾ ਵੀ ਮੇਰਾ ਬੱਚਾ ਚੰਗੇ ਸਕੂਲ 'ਚ ਪੜ੍ਹੇ, ਉਹਨੂੰ ਐਜੂਕੇਸ਼ਨ ਚੰਗੀ ਮਿਲੇ। ਹਰ ਮਾਪਾ ਇਹੀ ਚਾਹੁੰਦਾ, ਕਿਉਂਕਿ ਆਪਣਾ ਹੋਰ ਕੋਈ ਸਰਮਾਇਆ ਹੈ ਨਹੀਂ, ਸਾਡੇ ਬੱਚੇ ਸਾਡਾ ਸਰਮਾਇਆ। ਤੇ ਜੇ ਬੱਚੇ ਅਨਪੜ੍ਹ ਰਹਿ ਕੇ ਬੱਲੇ ਕੱਖ ਨਹੀਂ ਸਾਡੇ। ਤੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਐਨੂਅਲ ਚਾਰਜਸ ਸਕੂਲ ਲੈ ਸਕਦਾ। ਲੇਕਿਨ ਕਿਹਨਾਂ ਹਾਲਾਤਾਂ 'ਚ ਲੈ ਸਕਦਾ? ਹਾਲਾਤ ਇਹ ਹੋਣੇ ਚਾਹੀਦੇ ਆ ਵੀ ਸਕੂਲ ਨੂੰ ਇਹ ਸ਼ੋਅ ਕਰਨਾ ਪਏਗਾ ਕਿ ਮੈਂ ਸਕੂਲ ਦੇ ਵਿੱਚ ਕੋਈ ਰਿਪੇਅਰ ਕਰਨਾ ਨਹੀਂ, ਜਾਂ ਕੋਈ ਰੰਗ ਕਰਵਾਉਣਾ, ਕੋਈ ਤਾਕੀ ਦਰਵਾਜ਼ਾ ਟੁੱਟ ਗਿਆ, ਕੋਈ ਡਿਸਕ ਬੈਂਚ, ਕੁਛ ਵੀ। ਉਹਨਾਂ ਹਾਲਾਤਾਂ 'ਚ ਐਨੂਅਲ ਚਾਰਜਸ ਮੰਗੇ ਜਾ ਸਕਦੇ ਆ। ਲੇਕਿਨ ਕਦੋਂ? ਜਦੋਂ ਸਕੂਲ ਆਪਣੀ ਬੈਲੈਂਸ ਸ਼ੀਟ ਸ਼ੋਅ ਕਰੇਗਾ ਕਿ ਬੈਲੈਂਸ ਸਾਡੇ ਕੋਲ ਹੈ ਨਹੀਂ, ਤਦ ਅਸੀਂ ਮਾਪਿਆਂ ਕੋਲ ਮੰਗ ਰਹੇ ਹਾਂ। ਲੇਕਿਨ ਸਕੂਲਾਂ ਨੇ ਆਪਣੀਆਂ ਬੈਲੈਂਸ ਸ਼ੀਟਾਂ ਜਮ੍ਹਾਂ ਕਰਾਉਣੀਆਂ ਕਦੇ ਜ਼ਰੂਰੀ ਨਹੀਂ ਸਮਝੀਆਂ। ਇਹਨਾਂ ਦੇ ਖਾਤੇ 'ਚ ਕਿੰਨੇ ਪੈਸੇ ਪਏ ਆ ਇਹ ਪਤਾ ਨਹੀਂ ਕਿਸੇ ਨੂੰ, ਕਿੰਨੇ ਬੈਲੈਂਸ ਜਿਹੜਾ ਹੈਗਾ ਉਹ ਹੈਗਾ। ਜੇ ਬੈਲੈਂਸ ਜ਼ੀਰੋ ਆ ਫਿਰ ਮਾਪਿਆਂ ਕੋਲ ਮੰਗਣਗੇ ਕਿੰਨਾ? 10% ਤੋਂ ਲੈ ਕੇ 15% ਦੇ ਦਰਮਿਆਨ। ਬੱਚੇ ਦੀ ਫੀਸ ਦਾ 10 ਤੋਂ 15% ਹਿੱਸਾ ਉਹਨਾਂ ਮੰਗਣਗੇ, ਇਹ ਤੋਂ ਜ਼ਿਆਦਾ ਨਹੀਂ ਮੰਗਣਗੇ। ਇਹ ਆਰਡਰ ਹੈਗੇ। ਦੂਸਰੀ ਗੱਲ, ਇਸ ਵੇਲੇ ਤਾਂ ਆਪਾਂ ਉਹ ਵੀ ਦੇਣ ਦੇ ਸਮਰੱਥ ਨਹੀਂ ਹੈਗੇ। ਦੂਸਰੀ ਗੱਲ, ਜਿਹੜੀ ਕੰਪਿਊਟਰ ਚਾਰਜਸ ਦੀ, ਕੰਪਿਊਟਰ ਕਲਾਸ ਲੱਗੀ ਕੋਈ ਨਹੀਂ, ਸਕੂਲ ਫਿਰ ਬੰਦ ਪਏ ਆ। ਪਿਛਲੇ ਸਾਲ 10 ਮਹੀਨੇ ਸਕੂਲ ਨੇ ਸਾਨੂੰ ਆਨਲਾਈਨ ਦੇ ਨਾਮ ਦੇ ਉੱਤੇ ਲੁੱਟਿਆ। ਔਰ ਆਨਲਾਈਨ ਦੇ ਨਾਮ ਤੇ ਲੁੱਟਿਆ ਅਸੀਂ ਕਿੱਦਾਂ ਕਹਿੰਦੇ ਆ? ਮੈਂ ਪਿਛਲੇ ਵੀ, ਤੁਸੀਂ ਸ਼ਾਇਦ ਸਾਡੀ ਪ੍ਰੈਸ ਕਾਨਫਰੰਸ ਪਿਛਲੀ ਵੀ ਦੇਖੀ ਹੋਵੇ, ਮੈਂ ਉੱਥੇ ਵੀ ਇਹ ਗੱਲ ਕਹੀ ਹੈ। ਸਕੂਲਾਂ ਵਾਲਿਆਂ ਨੇ ਮੈਨੂੰ ਕਿਹਾ ਵੀ ਤੁਸੀਂ ਯਾਰ ਇਹ ਲਫ਼ਜ਼ ਨਾ ਵਰਤੋ। ਮੈਂ ਕਿਹਾ ਯਾਰ ਲਫ਼ਜ਼ ਅਸੀਂ ਇਸ ਕਰਕੇ ਵਰਤ ਰਹੇ ਹਾਂ ਕਿਉਂਕਿ ਜਦੋਂ ਬੱਚਾ ਸਕੂਲ ਦੇ ਵਿੱਚ ਰੈਗੂਲਰ ਆਉਂਦਾ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਫ਼ਤੇ ਦੇ 6 ਦਿਨ, ਔਰ 6 ਦਿਨਾਂ ਦੇ ਵਿੱਚ 6 ਘੰਟੇ ਡੇਲੀ ਬੱਚਾ ਸਕੂਲ ਦੇ ਵਿੱਚ ਰਹਿੰਦਾ, ਤਦ ਬੱਚੇ ਨੂੰ ਐਜੂਕੇਸ਼ਨ ਮਿਲਦੀ ਹੈ। 36 ਘੰਟੇ ਇੱਕ ਹਫ਼ਤੇ ਦੇ, ਤੇ 4 ਹਫ਼ਤੇ ਉਹ ਲਾ ਲਓ। ਹੁਣ 36 ਨੂੰ 4 ਦੇ ਨਾਲ ਗੁਣਾ ਕਰਕੇ ਦੇਖੋ ਤੇ 144 ਘੰਟੇ ਨੇ। 144 ਘੰਟੇ ਬੱਚਾ ਸਕੂਲ ਦੇ ਵਿੱਚ ਇੱਕ ਮਹੀਨੇ ਜਾਂਦਾ। ਜੇ ਸਿਰਫ 4 ਹਫ਼ਤੇ 2 ਦਿਨ ਵੱਧ ਵੀ ਆ ਤਾਂ ਉਹਦੇ ਵੀ ਆਪਾਂ ਲਾ ਲਈਏ ਤਕਰੀਬਨ 150 ਘੰਟਾ ਬੱਚਾ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਦਿੰਦਾ। ਉਹਨੂੰ ਉਨੇ ਦੇਰ 'ਚ ਪੜ੍ਹਾਇਆ ਜਾਂਦਾ, ਫਿਰ ਸਾਡੇ ਕੋਲ ਫੀਸ ਵਸੂਲੀ ਜਾਂਦੀ ਹੈ। ਲੇਕਿਨ ਆਨਲਾਈਨ ਦੇ ਨਾਮ ਤੇ ਕੀ ਆ? 40 ਮਿੰਟ 40 ਮਿੰਟ ਵਾਸਤੇ ਮਈ ਮਹੀਨੇ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਸੀ। 40 ਮਿੰਟ ਵਾਸਤੇ, ਔਰ 40 ਮਿੰਟਾਂ ਦੇ ਵਿੱਚ ਬੱਚਾ ਕੀ ਪੜੂਗਾ? 40 ਮਿੰਟਾਂ ਨੂੰ ਤੁਸੀਂ ਹੁਣ 24 ਨਾਲ ਗੁਣਾ ਕਰਕੇ ਦੇਖੋ ਕਿੰਨੇ ਘੰਟੇ ਬਣੇ। 150 ਘੰਟੇ ਦੀ ਬਜਾਏ 18 ਘੰਟਿਆਂ ਦੇ ਸਾਡੇ ਕੋਲੋਂ ਪੈਸੇ ਪੂਰੇ ਵਸੂਲਣੇ ਸ਼ੁਰੂ ਕਰ ਦਿੱਤੇ। ਫਿਰ ਇਹਨੂੰ ਕੀ ਆਪਾਂ ਕਹਾਂਗੇ? ਕੀ ਕਹਾਂਗੇ ਆਪਾਂ? ਟੁੱਟੇ ਹੀ ਹੈ ਨਾ। ਇਸ ਤੋਂ ਇਲਾਵਾ ਹੁਣ ਉਸ ਤੋਂ ਬਾਅਦ ਕਲਾਸਾਂ ਇਹਨਾਂ ਨੇ ਲੰਬੀਆਂ ਸ਼ੁਰੂ ਕੀਤੀਆਂ, ਫਿਰ ਲੰਬੀਆਂ ਸ਼ੁਰੂ ਕੀਤੀਆਂ। ਲੇਕਿਨ ਜਿਹੜਾ ਬੱਚਾ ਕਲਾਸ ਦੇ ਵਿੱਚ ਫੇਸ ਟੂ ਫੇਸ ਬਹਿ ਕੇ ਪੜ੍ਹਦਾ, ਉਹ ਆਨਲਾਈਨ ਬੱਚਾ ਪੜ੍ਹ ਸਕਦਾ ਨਹੀਂ। ਲੇਕਿਨ ਸਕੂਲਾਂ ਦਾ ਹਾਲ ਇਹ ਹੋ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਇੱਕ ਫਗਵਾੜੇ ਸਕੂਲ ਸੀਗਾ, ਉਹਨਾਂ ਨੇ ਸਾਰੇ ਸਕੂਲਾਂ ਨੇ ਇਹ ਗੱਲ ਕਹੀ ਵੀ ਅਸੀਂ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਪੂਰੇ ਨੰਬਰਾਂ ਤੇ ਪਾਸ ਕਰਾਂਗੇ, ਕਿਸੇ ਨੂੰ ਫੇਲ ਨਹੀਂ ਕਰਾਂਗੇ, ਕਿਉਂਕਿ ਆਨਲਾਈਨ ਫੀਸਾਂ ਲਈਆਂ ਸੀਗੀਆਂ। ਕਹਿੰਦੇ ਫੇਲ ਨਹੀਂ ਕਰਾਂਗੇ ਕਿਸੇ ਨੂੰ, ਪਾਸ ਸਾਰਿਆਂ ਨੂੰ ਕਰਾਂਗੇ। ਲੇਕਿਨ ਇੱਕ ਸਕੂਲ ਇਦਾਂ ਦਾ ਸੀਗਾ, ਉਹਨੇ ਕੀ ਕੀਤਾ ਕਿ ਪੇਰੈਂਟਸ ਬੱਚੇ ਦਾ ਰਿਜ਼ਲਟ ਲੈਣ ਵਾਸਤੇ ਗਏ। ਅੱਜ ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਮੈਂ ਉੱਥੇ ਡੀਸੀ ਸਾਹਿਬ ਦੀ ਹਾਜ਼ਰੀ 'ਚ ਇਹ ਗੱਲ ਕਿ ਵੀ ਆਹ ਦੱਸੋ
ਉਹ ਲੈਣ ਗਏ ਆ ਰਿਜ਼ਲਟ ਉਹਨੇ ਦੇਖਿਆ, ਉਹ ਕਹਿੰਦੇ ਤੁਹਾਡੇ ਇੰਨੇ ਪੈਸੇ ਬੈਲੈਂਸ ਹੈਗੇ ਆ, ਪਹਿਲਾਂ ਬੈਲੈਂਸ ਰੱਖੋ, ਰਿਜ਼ਲਟ ਦੱਸ ਦੇਣਾ। ਉਹ ਕਹਿੰਦਾ ਜੀ ਦੇਣਾ। ਉਹਨਾਂ ਨੇ ਰਿਜ਼ਲਟ ਦਿੱਤਾ, ਉਹ ਬੈਲੈਂਸ ਕੱਢੇ ਜੇ ਦੇਖਣਾ ਚਾਹਤੇ, ਉਹਨੇ ਰਿਜ਼ਲਟ ਦੇਖਿਆ ਤਾਂ ਰਿਜ਼ਲਟ ਦੇ ਵਿੱਚ 50% ਤੋਂ ਲੈਸ ਉਹਦੇ ਨੰਬਰ ਸੀਗੇ, 50% ਤੋਂ ਘੱਟ ਨੰਬਰ। ਉਹ ਕਹਿੰਦਾ ਮੈਂ ਤਾਂ ਨਹੀਂ ਪੈਸੇ ਦੇਣੇ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਤਾਂ ਸਾਨੂੰ ਕਿਹਾ ਸੀ ਬੱਚੇ ਅੱਛੇ ਨੰਬਰਾਂ 'ਚ ਪਾਸ ਕਰਾਂਗੇ, ਮੈਂ ਤਾਂ ਪੈਸੇ ਨਹੀਂ ਦੇਣੇ। ਉਹ ਕਹਿੰਦੇ 2 ਘੰਟੇ ਰੁਕੋ, ਤੁਸੀਂ ਪੈਸੇ ਦਿਓ, ਰਿਜ਼ਲਟ ਹੋਰ ਬਣਾਓ। ਮਤਲਬ ਆਹ ਹਾਲ ਹੋ ਰਿਹਾ ਆਨਲਾਈਨ ਦੇ ਵਿੱਚ। ਕੀ ਆ, ਬੱਚੇ ਨੇ ਮੂਹਰੇ ਮੋਬਾਈਲ ਰੱਖਿਆ, ਸਾਈਡ ਤੇ ਕਿਤਾਬ ਰੱਖੀ ਹੋ, ਕੀ ਆ ਆਨਲਾਈਨ ਪਰ ਫਿਰ ਵੀ ਆਪਾਂ ਬੱਚਿਆਂ ਦੇ ਵਾਸਤੇ ਸੋਚ ਰਹੇ ਵੀ ਆ ਸਾਡੇ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਚੰਗੀ ਐਜੂਕੇਸ਼ਨ ਮਿਲ ਜਾਵੇ, ਲੇਕਿਨ ਉਹਦਾ ਐਡਾ ਵੱਡਾ ਵਪਾਰੀਕਰਨ ਨਹੀਂ ਹੋਣਾ। ਤੋ ਜਿਹੜੀ ਕੰਪਿਊਟਰ ਚਾਰਜਸ, ਜਦੋਂ ਕੰਪਿਊਟਰ ਬੱਚੇ ਨੇ ਪੜ੍ਹਿਆ ਨਹੀਂ ਤਾਂ ਕੰਪਿਊਟਰ ਚਾਰਜਸ ਬਣਦੇ ਨਹੀਂ ਤੇ ਅਸੀਂ ਦੇਣੇ। ਇਸ ਤੋਂ ਇਲਾਵਾ ਕੋਈ ਸਮਾਰਟ ਕਲਾਸ ਚਾਰਜਸ ਨਹੀਂ। ਹੁਣ ਜਿਹੜੀ ਨਵੀਂ ਗੱਲ ਆਈ ਆ ਵਰਦੀਆਂ ਦੇ ਵਾਸਤੇ ਅਸੀਂ ਡੀਓ ਸਾਹਿਬ ਨੂੰ ਵੀ ਪੁੱਛ ਚੁੱਕੇ ਆ, ਅਸੀਂ ਐਜੂਕੇਸ਼ਨ ਮਿਨਿਸਟਰ ਨੂੰ ਵੀ ਪੁੱਛ ਲਿਆ ਆ ਵੀ ਕੀ ਸਰਕਾਰ ਇਹ ਚੀਜ਼ਾਂ ਅਲਾਉ ਕਰਦੀ ਹੈ। ਵਰਦੀਆਂ ਦਾ ਮਤਲਬ ਕੀ ਹੋਇਆ? ਪਹਿਲਾਂ ਤਾਂ ਹੁਣ ਕਈ ਮਾਪੇ ਇਦਾਂ ਦੇ ਆ, ਇਮਾਨਦਾਰੀ ਦੇ ਨਾਲ ਦੱਸਿਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਕਿਹਨੇ ਲੈ ਕੇ ਦਿੱਤਾ ਔਰ ਕਿਸ਼ਤਾਂ ਤੇ ਕਿਹਨੇ ਲੈ ਕੇ ਦਿੱਤਾ? ਆ ਕਿਸ਼ਤਾਂ ਤੇ ਲੈ ਕੇ ਦਿੱਤੇ ਨਾ ਮੋਬਾਈਲ, ਤੇ ਹੁਣ ਤੁਸੀਂ ਕਿਸ਼ਤਾਂ ਪਹਿਲਾਂ ਮੋਬਾਈਲ ਦੀਆਂ ਦੋਗੇ ਕਿ ਸਕੂਲ ਦੀਆਂ ਦੋਗੇ? ਦੱਸੋ ਜੀ। ਵਾਈਫਾਈ ਵੀ ਲਵਾਏ ਆ ਘਰੇ ਕਿਉਂਕਿ ਬਲਫਿੰਗ ਕਰਦੇ ਆ, ਫਿਰ ਮੈਡਮ ਕਹਿੰਦੇ ਆ ਵੀ ਬਲਫਿੰਗ ਨਹੀਂ ਹੋਣੀ ਚਾਹੀਦੀ। ਇਹ ਹੁਣ ਦਰਦ ਕੌਣ ਸੁਣੂਗਾ ਜੀ? ਹੁਣ ਦੱਸੋ ਇਹ ਦਰਦ ਕੌਣ ਸੁਣੂਗਾ? ਆਪਾਂ ਕਿਸ਼ਤਾਂ ਦੇ ਮੋਬਾਈਲ ਲੈ ਕੇ ਦਿੱਤੇ ਬੱਚਿਆਂ ਨੂੰ, ਤੇ ਜਿੰਨੇ ਬੱਚੇ ਹੈਗੇ ਆ ਸਾਰਿਆਂ ਨੂੰ ਜਾ ਕੇ ਉੱਥੇ ਆਪਣੇ ਆਈ ਸਾਈਟ ਚੈੱਕ ਕਰਵਾ ਲਿਓ ਕਿਸੇ ਵੀ ਆਈ ਸਪੈਸ਼ਲਿਸਟ ਦੇ ਕੋਲੋਂ। ਸਾਰੇ ਬੱਚਿਆਂ ਦੇ ਐਨਕ ਲੱਗੀ ਹੋ, ਜਾ ਕੇ ਦੇਖ ਲਓ ਕਿਸੇ ਦੇ। ਤੁਸੀਂ ਆਪਣੇ ਬੱਚਿਆਂ ਨੂੰ ਗੌਰ ਨਾਲ ਦੇਖਿਓ, ਉਹਨਾਂ ਦੀ ਅੱਖਾਂ 'ਚੋਂ ਪਾਣੀ ਨਿਕਲਦਾ, ਬੈਠਿਆਂ ਦੇ ਪਾਣੀ ਨਿਕਲਣ ਡਿਆ ਆ, ਬੈਠਿਆਂ ਦੇ ਪਾਣੀ ਨਿਕਲਣ ਡਿਆ ਆ। ਤੁਸੀਂ ਦੇਖਿਓ ਗੌਰ ਦੇ ਨਾਲ, ਪਾਣੀ ਨਿਕਲਣ ਡਿਆ ਆ। ਕੌਣ ਜ਼ਿੰਮੇਵਾਰ ਹੈ ਉਸ ਚੀਜ਼ ਦਾ? ਲੇਕਿਨ ਆਪਾਂ ਨੂੰ ਤਾਂ ਫੀਸ ਚਾਹੀਦੀ ਹੈ। ਮੰਨਦੇ ਇਸ ਗੱਲ ਨੂੰ ਕਿ ਨਹੀਂ? ਤਾਂ ਫਿਰ ਕੌਣ ਬੋਲੇਗਾ ਜੀ? ਆਪਾਂ ਬੋਲਾਂਗੇ ਨਾ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਆਪਾਂ ਇੱਕ ਤਾਂ ਸਾਡਾ ਜੀ ਟਿਊਸ਼ਨ ਫੀਸ ਤੋਂ ਇਲਾਵਾ ਅਸੀਂ ਕੋਈ ਚਾਰਜ ਜਿਹੜਾ ਹੈਗਾ ਉਹ ਨਹੀਂ ਦੇਣਾ। ਐਨੂਅਲ ਚਾਰਜਸ ਵਗੈਰਾ ਜਾਂ ਕੋਈ ਵੀ ਤੁਸੀਂ ABCD ਚਾਰਜਸ ਕਹੋਗੇ, ਸਾਡੀ ਤੁਹਾਡੇ ਮੂਹਰੇ ਸਿਨੇਮਰ ਬੇਨਤੀ, ਅਸੀਂ ਕੋਈ ਚਾਰਜ ਜਿਹੜਾ ਹੈਗਾ ਉਹ ਤੁਹਾਨੂੰ ਪੇ ਕਰਨ ਦੇ ਸਮਰੱਥ ਨਹੀਂ ਹੈਗੇ, ਅਸੀਂ ਉਹ ਨਹੀਂ ਪੇ ਕਰ ਸਕਦੇ। ਇਸ ਤੋਂ ਇਲਾਵਾ ਜਿਹੜਾ ਕੋਈ ਵੀ ਤੁਸੀਂ ਫੀਸਾਂ 'ਚ ਵਾਧਾ ਕੀਤਾ ਸਰਕਾਰ ਦੀਆਂ ਹਦਾਇਤਾਂ, ਹੁਣ ਮੈਨੂੰ ਆ ਵੈਸੇ ਹੈਰਾਨਗੀ ਹੋਈ ਆ, ਪੇਰੈਂਟਸ ਦਿਖਾ ਰਹੇ ਸੀ ਵੀ 1100 ਵਾਲੇ ਦੇ 2200 ਕਹਿ ਰਹੇ ਹੋ ਜਾਂ 2000 ਹੋ ਗਿਆ ਜਾਂ ਕੁਝ ਵੀ ਹੋ ਗਿਆ, ਉਹਦੇ ਵਿੱਚ ਫੀਸਾਂ ਦੇ ਵਿੱਚ ਵਾਧਾ ਜਿਹੜਾ ਹੈਗਾ ਉਹ ਆਪਾਂ ਇਹਨਾਂ ਹਾਲਾਤਾਂ 'ਚ ਤਾਂ ਕਰ ਹੀ ਨਹੀਂ ਸਕਦੇ। ਜੇ ਕਰਨਾ ਵੀ ਸੀਗਾ, ਜੇ ਚੰਗੇ ਹਾਲਾਤ ਵੀ ਹੁੰਦੇ ਤਦ ਵੀ ਆਪਣਾ ਵਾਧਾ ਜਿਹੜਾ ਹੈਗਾ ਉਹ 6% ਹੀ ਬਣਦਾ, ਉਦੋਂ ਵੱਧ ਵਾਧਾ ਬਣਦਾ ਹੀ ਨਹੀਂ ਫੀਸ ਦਾ, ਟੋਟਲ ਫੀਸ ਦਾ, ਜੇ ਕਿਤੇ ਕਰਨਾ ਵੀ ਹੋਵੇ ਸਕੂਲਾਂ ਨੇ ਜੇ ਵਾਧਾ ਕਰਨਾ। ਲੇਕਿਨ ਆਪਣੀ ਮਰਜ਼ੀ ਦੇ ਨਾਲ ਆਪਾਂ ਜਿੰਨਾ ਮਰਜ਼ੀ ਵਧਾ ਲੈਂਦੇ ਆ, ਫੀਸਾਂ ਦਾ ਵਾਧਾ ਵਾਪਸ ਲਿਆ ਜਾਵੇ। ਜਿਹੜੀਆਂ ਬੁੱਕਸ ਹੈਗੀਆਂ, ਬੁੱਕਸ ਸਰਕਾਰ ਨੇ ਹਦਾਇਤ ਕਰਤੀ NCERT ਦੀਆਂ ਬੁੱਕਸ ਜਿਹੜੀਆਂ ਹੈਗੀਆਂ ਸਕੂਲਾਂ ਦੇ ਵਿੱਚ ਲੱਗਣਗੀਆਂ। ਉਹਦਾ ਕਾਰਨ ਇੱਕੋ ਹੀ ਆ ਵੀ ਸਕੂਲ ਜਿਹੜੇ ਹੈਗੇ ਆ ਜਦੋਂ ਸਾਨੂੰ ਮੁੱਠਾ ਬਣਾਉਂਦੇ ਆ ਨਾ ਕਿਤਾਬਾਂ ਦਾ, ਚਾਹੇ ਉਹ 4000 ਦਾ ਸੈੱਟ ਹੋਵੇ, ਚਾਹੇ ਉਹ 5000 ਦਾ ਹੋਵੇ, ਚਾਹੇ 6000 ਦਾ ਹੋਵੇ, ਜਦੋਂ ਫੜਾਉਂਦੇ ਆ ਨਾ ਮੁੱਠਾ, ਤੁਸੀਂ ਜਾ ਕੇ ਚੱਲ ਜਾਓ ਮਾਈ ਹੀਰਾ ਗੇਟ, ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਜਲੰਧਰ, ਮਾਈ ਹੀਰਾ ਗੇਟ ਕਿਤਾਬਾਂ ਦੀ ਮਾਰਕੀਟ ਆ, ਕਿਤਾਬਾਂ ਦੀ ਮਾਰਕੀਟ ਆ, ਸਮੁੰਦਰ ਆ, ਉੱਥੇ ਜਾ ਕੇ ਹਰ ਕਿਤਾਬ ਤੁਹਾਨੂੰ ਮਿਲਦੀ ਆ। ਔਰ ਉੱਥੇ ਤੁਸੀਂ ਇੱਕ ਬੁੱਕ ਲੈਣ ਜਾਓਗੇ ਤੁਹਾਨੂੰ 30% ਲੈਸ ਮਿਲਣਾ, 30% ਡਿਸਕਾਊਂਟ ਮਿਲਦਾ ਇੱਕ ਬੁੱਕ ਦੇ ਉੱਤੇ, ਉਹਦੇ ਪ੍ਰਿੰਟ ਰੇਟ ਤੋਂ 30% ਡਿਸਕਾਊਂਟ। ਲੇਕਿਨ ਜਦੋਂ ਆਪਾਂ ਸਕੂਲ ਦੇ ਵਿੱਚੋਂ ਕਿਤਾਬਾਂ ਦਾ ਸੈੱਟ ਚੱਕਦੇ ਆ, ਮਿਲਦਾ 1 ਰੁਪਿਆ ਡਿਸਕਾਊਂਟ ਨਹੀਂ ਮਿਲਦਾ, ਅਸੀਂ ਜਾ ਕੇ ਪਤਾ ਪ੍ਰਿੰਟ ਰੇਟ ਤੇ ਮਿਲਦਾ ਨਾ। ਹੁਣ ਸੁਣ ਲਓ, ਪ੍ਰਿੰਟ ਰੇਟ ਤੇ ਮਿਲਦਾ, ਔਰ ਪ੍ਰਿੰਟ ਰੇਟ ਤੇ ਤੁਹਾਨੂੰ ਲੈਣ ਦੀ ਮਜਬੂਰੀ ਕੀ ਆ? ਕਿਉਂਕਿ ਉਹ ਕਿਤਾਬਾਂ ਜਿਹੜੀਆਂ ਆ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਹੀਂ, ਉਹ ਮਿਲਣੀਆਂ ਇੱਥੋਂ ਆ। ਇਹ ਡਾਕਟਰ ਦੀ ਦਵਾਈ ਵਾਲਾ ਹਾਲ ਹੋ ਗਿਆ ਨਾ, ਡਾਕਟਰ ਨੇ ਜਿਹੜੀ ਦਵਾਈ ਲਿਖ ਦਿੱਤੀ ਉਹਦੇ ਮੈਡੀਕਲ ਸਟੋਰ ਤੋਂ ਮਿਲਣੀ ਹੈ, ਬਸ ਇੱਕ ਨੂੰ ਕੰਟਰੈਕਟ ਦਿੱਤਾ ਉਹੀ ਹੋਇਆ ਨਾ। ਕੰਟਰੈਕਟ ਵਾਲੀ ਗੱਲ ਨਹੀਂ ਹੈਗੀ ਇੱਥੇ। ਇੱਥੇ ਪਬਲਿਸ਼ਰ ਜਿਹੜੇ ਹੈਗੇ ਆ, ਲੋਕਲ ਪਬਲਿਸ਼ਰ ਜਿਹੜੇ ਆਪੋ ਆਪਣੇ ਤਰੀਕੇ ਨਾਲ ਇੱਕ ਪੇਜ ਅਗਲਾ ਪਿੱਛੇ ਕਰਦਾ, ਪਿਛਲਾ ਅੱਗੇ ਕਰ ਦਿੱਤਾ, ਬਸ ਫੋਟੋ ਕੋਈ ਬਿਲਕੁਲ ਸਿੱਧੀ ਬਣਾਤੀ ਉਹਦੇ ਤੇ, ਬਸ ਇੰਨੀ ਪੜ੍ਹਾਈ ਆ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਤਾਂ ਉਹ ਜਿਹੜੀਆਂ ਕਿਤਾਬਾਂ ਆ NCERT ਦੀਆਂ ਬੁੱਕਸ ਜਿਹੜੀਆਂ ਇਸ ਕਰਕੇ ਲਗਾਉਣ ਨੂੰ ਕਿਹਾ ਸੀ ਵੀ ਹਰ ਜਗ੍ਹਾ ਅਵੇਲੇਬਲ ਹੋਣਗੀਆਂ, ਲੇਕਿਨ ਉਹ ਨਹੀਂ ਹੋ ਰਹੀਆਂ, ਕੋਈ ਸਕੂਲ ਲਾਗੂ ਨਹੀਂ ਕਰ ਰਿਹਾ। ਤਾਂ ਕਿਤਾਬਾਂ ਦੇ ਵਿੱਚ ਜਿਹੜੇ ਇੰਟਰੋਡਿਊਸ ਕਰਵਾ ਕੇ ਜਾਂਦੇ ਕਿਤਾਬਾਂ, ਜਿਹੜੇ ਕਿਤਾਬਾਂ ਦੀਆਂ ਪਬਲਿਸ਼ਰ ਦੇ ਡੀਲਰ ਹੈਗੇ ਆ, ਉਹ ਜਦੋਂ ਸਕੂਲ ਕੋਲ ਆਉਂਦੇ ਆ, ਸਕੂਲ ਨੂੰ ਆ ਕੇ ਕਹਿੰਦੇ ਆ ਵੀ ਤੁਹਾਨੂੰ ਅਸੀਂ ਮਿਨੀਮਮ 50% ਡਿਸਕਾਊਂਟ ਦੇਵਾਂਗੇ। ਜੇ 5000 ਦਾ ਸੈੱਟ ਆ 2500 ਰੁਪਇਆ ਡਿਸਕਾਊਂਟ ਆ, 50% ਤੋਂ ਲੈ ਕੇ 60% ਤੱਕ ਵੀ ਕਈ ਕਿਤਾਬਾਂ ਦੇ ਵਿੱਚ ਡਿਸਕਾਊਂਟ ਦਿੰਦੇ ਆ। ਜੇ ਨਹੀਂ ਦਿੰਦੇ, ਇਹ ਨਹੀਂ ਮੰਨਦੇ, ਤਾਂ ਅਸੀਂ ਲਿਆ ਕੇ ਦੇਣ ਨੂੰ ਤਿਆਰ ਹਾਂ। ਅਸੀਂ ਕਿਤਾਬਾਂ ਦਾ ਸੈੱਟ ਲਿਆ ਕੇ ਦਿੰਦੇ ਹਰ ਕਲਾਸ ਦਾ। ਇਹ ਸਾਨੂੰ ਦੱਸ ਦੇਣ ਵੀ ਇਹਨਾਂ ਦੀ ਕਿਤਾਬਾਂ 'ਚ ਕਿਹੜੀਆਂ ਸੋਨੇ ਦੀਆਂ ਤਾਰਾਂ ਲੱਗੀਆਂ ਆ,
ਜਿਹੜੀਆਂ ਸਾਡੇ ਵਾਲੀਆਂ 'ਚ ਨਹੀਂ ਲੱਗੀਆਂ। ਅਸੀਂ ਹਰ ਕਿਤਾਬ ਦਾ ਸੈੱਟ ਲਿਆ ਕੇ ਦੇਵਾਂਗੇ ਔਰ ਉਹ ਸੈੱਟ ਜਿਹੜਾ ਤੁਹਾਨੂੰ 50% ਡਿਸਕਾਊਂਟ ਤੇ ਦੇਵਾਂਗੇ, ਚਾਹੇ ਮਾਰਕੀਟ ਦੇ ਵਿੱਚ ਜਿਹੜਾ ਵਰਤੇ। ਤੋ ਕਿਤਾਬਾਂ ਦੇ ਵਿੱਚ ਜਿਹੜੀ ਵੱਡੀ ਲੁੱਟ ਆ ਇਹ ਆਪਣੇ ਛੋਟੀਆਂ ਗੱਲਾਂ ਹੈਗੀਆਂ। ਜੇ ਇੱਥੇ ਸਟਰੈਂਥ 2000 ਦੀ ਹੋਈ ਨਾ, ਜੇ 2000 ਦੀ ਸਟਰੈਂਥ ਹੋਈ ਤੇ 2000 ਦੇ ਵਿੱਚ ਬੱਚਿਆਂ ਨੇ ਕਿਤਾਬਾਂ ਤਾਂ ਸਾਰਿਆਂ ਲੈਣੀਆਂ ਨਾ। ਜੇ ਇੱਕ ਕਿਤਾਬਾਂ ਦੇ ਸੈੱਟ ਮਗਰ 2500 ਵੀ ਗਿਆ ਸਕੂਲ ਨੂੰ ਤਾਂ 2000 ਨਾਲ ਮਲਟੀਪਲਾਈ ਕਰਕੇ ਦੇਖੋ ਜੀ ਕਿੱਥੇ ਗਏ ਪੈਸੇ। ਤੁਹਾਡੀ ਜੇਬਾਂ 'ਚ ਹੋਏ ਨਾ, ਗਏ ਕਿੱਥੇ? ਤਾਂ ਫਿਰ ਹਜੇ ਵੀ ਆਪਾਂ ਨੂੰ ਫੀਸਾਂ ਚਾਹੀਦੀਆਂ, ਹਜੇ ਵੀ ਚਾਹੀਦੀਆਂ। ਵਰਦੀਆਂ ਦਾ ਜਿਹੜਾ ਨਵਾਂ ਫੰਡਾ ਹੈਗਾ ਉਹ ਇਸ ਕਰਕੇ ਆ ਵੀ ਵਰਦੀ ਬੱਚਾ ਪਾ ਕੇ ਬੈਠੂਗਾ, ਉਹਨੂੰ ਫਿਰ ਖੜੇ ਹੋ ਕੇ ਕਹਿਣਗੇ ਵੀ ਚੱਲ ਭਾਈ ਬੱਚੇ ਉੱਠ ਕੇ ਖੜਾ ਹੋ ਕੇ ਦਿਖਾ, ਤੇਰੀ ਸ਼ਰਟ ਉੱਚੀ ਤਾਂ ਨਹੀਂ ਹੋ ਗਈ, ਪੈਂਟ ਉੱਚੀ ਤਾਂ ਨਹੀਂ ਹੋ ਗਈ। ਜੇ ਪੈਂਟ ਸ਼ਰਟ ਉੱਚੀ ਹੋ ਕਿਉਂਕਿ ਪਿਛਲੇ ਸਾਲ ਦੀਆਂ ਪਈਆਂ ਵਰਦੀਆਂ ਨਹੀਂ ਪਾਈਆਂ ਬੱਚਿਆਂ ਨੇ, ਬੱਚਿਆਂ ਦਾ ਕਾਤਾ ਨੈਚੁਰਲੀ ਵਧੀਆ ਹੀ ਹੋਊਗਾ। ਵਰਦੀ ਛੋਟੀ ਹੋਈ ਹੋਊਗੀ ਤੇ ਇਹਨਾਂ ਕਹੋਗੇ ਤੇਰੀ ਬਾਂਹ ਛੋਟੀ ਆ, ਓਏ ਚੱਲ ਸਵੇਰ ਨੂੰ ਵਰਦੀ ਲੈ ਕੇ ਜਾਈ, ਉਹ ਵੀ ਵੇਚਣੀਆਂ ਆ ਫੰਡਾ ਆ। ਫਿਰ ਸੋਚੋ, ਇਸ ਗੱਲ ਨੂੰ ਸੋਚੋ। ਅਸੀਂ ਆਪਾਂ ਇੱਥੇ ਜਾਏ ਆ, ਇਹ ਸਾਡੀ ਸਿਨਮਰ ਬੇਨਤੀ ਹੈ ਜੀ, ਨਾ ਅਸੀਂ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਚਾਰਜ ਦੇਣਾ, ਅਸੀਂ ਨਾ ਕੋਈ ਫੀਸਾਂ ਦਾ ਵਾਧਾ ਜਿਹੜਾ ਕੀਤਾ ਹੋਇਆ ਉਹ ਦੇਣਾ, ਤੇ ਇਸ ਤੋਂ ਇਲਾਵਾ ਜਿਹੜਾ ਵਰਦੀਆਂ ਵਾਲਾ ਹੈਗਾ ਉਹ ਆਪਣਾ ਫਰਮਾਨ ਜਿਹੜਾ ਵਾਪਸ ਲੈ ਲਓ। ਬੱਚੇ ਸਾਡੇ ਤੁਹਾਡੀ ਆਨਲਾਈਨ ਪੜ੍ਹਾਈ ਕਰਨਗੇ, ਆਨਲਾਈਨ ਪੜ੍ਹਾਈ ਦਾ ਜਿਹੜਾ ਹੈਗਾ ਸਾਡੇ ਬੱਚੇ ਅਸੀਂ ਚੰਗੇ ਕੱਪੜੇ ਪਵਾ ਕੇ ਹੀ ਬਿਠਾਈ ਦਾ, ਨਾਲੇ ਫੋਨ ਦੇ ਵਿੱਚੋਂ ਕਿਹੜਾ ਸਮੈਲ ਆਉਣੀ ਜੇ ਬੱਚੇ ਨਾ ਵੀ ਨਾਤਾ ਜਿਹੜੀ ਮਾਈਕਰੋਸਾਫਟ ਦੀ ਤੁਸੀਂ ਗੱਲ ਕਰਦੇ ਹੋ, ਦੇਖੋ ਆਪਾਂ ਟਿਊਸ਼ਨ ਫੀਸ ਚਾਰਜ ਪੇ ਕਰ ਰਹੇ ਹਾਂ ਨਾ, ਇਸ ਤੋਂ ਇਲਾਵਾ ਆਪਾਂ ਕੋਈ ਚਾਰਜ ਨਹੀਂ ਦੇਣਾ, ਚਾਹੇ ਉਹ ਕਿਸੇ ਸੌਫਟਵੇਅਰ ਦਾ ਹੋਵੇ। ਆਪਾਂ ਆਪਣੀਆਂ ਜਿਹੜੀਆਂ ਦਿੱਕਤਾਂ ਤਾਂ ਇਹੀ ਹੈ ਨਾ। ਹੁਣ ਕਈ ਮਾਪੇ ਇਦਾਂ ਦੇ ਆ ਜਿਨ੍ਹਾਂ ਨੂੰ ਕੰਮਾਂ ਤੋਂ ਛੁੱਟੀ ਮਿਲ ਗਈ, ਕਈ ਮਾਪੇ ਇਦਾਂ ਦੇ ਆ ਜਿਨ੍ਹਾਂ ਨੂੰ ਕੰਮਾਂ ਤੋਂ ਛੁੱਟੀ ਮਿਲ ਗਈ ਆ, ਉਹ ਬੱਚੇ ਉਹਨਾਂ ਦੇ ਕੰਮ ਨਹੀਂ ਚੱਲ ਰਹੇ, ਤਾਂ ਆਪਾਂ ਕੀ ਕਹੀਏ? ਆਪਾਂ ਤਾਂ ਭਾਵੇਂ ਚੱਕ ਕੇ ਪੈਸੇ ਦੇ ਰਹੇ ਹਾਂ ਨਾ, ਤੋ ਆਪਾਂ ਟਿਊਸ਼ਨ ਫੀਸ ਦੇਣੀ ਹੈ। ਉਹਦੇ ਲਈ ਤੁਹਾਨੂੰ ਮਾਪਿਆਂ ਨੂੰ ਸਿਨਮਰ ਬੇਨਤੀ ਹੈ, ਟਿਊਸ਼ਨ ਫੀਸ ਜਿਹੜੀ ਆ ਉਹ ਸਕੂਲ ਵਾਲਿਆਂ ਨੂੰ ਦੇ ਦਿਓ। ਬਾਕੀ ਜਿਹੜੀ ਹੈਗੀ ਆ ਉਹ ਆਪਾਂ ਤੁਹਾਨੂੰ ਬੇਨਤੀ ਹੈ ਪ੍ਰਿੰਸੀਪਲ ਸਾਹਿਬ ਵੀ ਅਸੀਂ ਹੋਰ ਕੋਈ ਚਾਰਜ ਦੇ ਨਹੀਂ ਸਕਦੇ, ਨਾ ਸਾਡੇ ਤੇ ਕੋਈ ਚਾਰਜ ਥੋਪਿਆ ਜਾਵੇ। ਇਸ ਤੋਂ ਇਲਾਵਾ ਜਿਹੜੇ ਬਾਕੀ ਸਾਡੇ ਜਿੱਦਾਂ ਤੁਸੀਂ EWS ਦੀ ਗੱਲ ਕੀਤੀ ਆ, ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਾਸਤੇ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੋਈ ਆ। ਸਰਕਾਰ ਕਹਿੰਦੀ ਆ ਵੀ ਕੋਈ ਵੀ ਸਕੂਲ ਹੈਗਾ ਉਹਨੂੰ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਜਿਹੜਾ ਹੈਗਾ ਉਹਦੇ ਵਾਸਤੇ 10% ਰਾਖਵਾਂ ਕੋਟਾ ਰੱਖਣਾ ਪਏਗਾ। ਜੇ ਮੰਨ ਲਓ ਸਕੂਲ ਦੀ ਸਟਰੈਂਥ 2000 ਦੀ ਹੈ ਤਾਂ 200 ਬੱਚਾ EWS ਦੇ ਤਹਿਤ ਰੱਖਣਾ ਪਏਗਾ, ਲੇਕਿਨ ਇੱਕ ਵੀ ਬੱਚਾ ਨਹੀਂ ਰੱਖਿਆ ਜਾ ਰਿਹਾ। ਸਰਕਾਰ ਦੀ ਇਹ ਵੀ ਪਾਲਿਸੀ ਆ ਵੀ ਅਗਰ ਬੱਚਾ ਇੱਕ ਸਕੂਲ ਦੇ ਵਿੱਚ ਪੜ੍ਹਦਾ ਤਾਂ ਉਹਦਾ ਅਗਰ ਘਰ ਦਾ ਮੁਖੀ ਜਿਹੜਾ ਆ, ਮੰਨ ਲਓ ਉਸ ਬੱਚੇ ਦੇ ਪੜ੍ਹਦਿਆਂ ਤੇ ਇੱਕ ਮੁਖੀ ਦੀ ਮੌਤ ਹੋ ਜਾਂਦੀ ਆ ਤਾਂ ਉਹਦੀ ਜਿੰਨੀ ਪੜ੍ਹਾਈ, ਮੰਨ ਲਓ ਇਹ ਸਕੂਲ +2 ਤੱਕ ਆ, ਜੇ ਬੱਚਾ ਇੱਥੇ 6 ਦੇ ਵਿੱਚ ਪੜ੍ਹਦਾ ਉਹਦੇ ਬਾਪ ਦੀ ਮੌਤ ਹੋ ਗਈ ਆ, ਇਨਕਮ ਦਾ ਸਾਧਨ ਬੰਦ ਹੋ ਗਿਆ, ਸਰਕਾਰ ਕਹਿੰਦੀ ਆ ਵੀ 12ਵੀਂ ਤੱਕ ਉਹ ਬੱਚਾ ਸਕੂਲ ਦੇ ਵਿੱਚ ਫ੍ਰੀ ਪੜ੍ਹੇਗਾ, ਉਸੇ ਸਕੂਲ ਦੇ ਵਿੱਚ ਨਹੀਂ ਮੰਗਣਗੇ ਫੀਸ, ਲੇਕਿਨ ਕਿਸੇ ਨੂੰ ਨਹੀਂ ਛੱਡੀ ਜਾਂਦੀ, ਕਿਸੇ ਨੂੰ ਨਹੀਂ ਛੱਡੀ ਜਾਂਦੀ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਸਾਰੇ ਮੁੱਦੇ ਜਿਹੜੇ ਆ ਇਹ ਸਾਰੇ ਹੁਕਮ ਜਿਹੜੇ ਆ ਇਸ ਗਵਰਨਮੈਂਟ ਲੈਵਲ ਦੇ ਆ ਵੀ ਅਸੀਂ ਉਹਨਾਂ ਦੇ ਗੱਲ ਗੁੱਠਾ ਦੇਵਾਂਗੇ ਵੀ ਲਾਗੂ ਕਰਵਾਓ, ਲੇਕਿਨ ਫਿਲਹਾਲ ਜਿਹੜੇ ਤੁਹਾਡੇ ਲੈਵਲ ਤੇ ਹੈਗੇ ਤੁਸੀਂ ਕੀਤਾ ਹੋਇਆ ਵਾਧਾ ਵਾਪਸ, ਔਰ ਕਿਸੇ ਨੂੰ ਵੀ ਬਹਿ ਵੀਰੇ, ਕਿਸੇ ਨੂੰ ਵੀ ਮਜਬੂਰ ਨਾ ਕੀਤਾ ਜਾਵੇ। ਕਿਸੇ ਕੋਲ ਇੱਕ ਬੁੱਕ ਚਾਹੀਦੀ ਹੈ, ਕਿਸੇ ਨੂੰ ਉਹ ਇੱਕ ਬੁੱਕ ਦੇ ਦਿਓ, ਕਿਸੇ ਨੂੰ 2 ਚਾਹੀਦੀਆਂ 2 ਦੇ ਦਿਓ, ਕਿਸੇ ਨੂੰ 4 ਚਾਹੀਦੀਆਂ 4 ਦੇ ਦਿਓ, ਜੇ ਕਿਸੇ ਨੂੰ ਸੈੱਟ ਚਾਹੀਦਾ ਸੈੱਟ ਦੇ ਦਿਓ, ਲੇਕਿਨ ਕਿਸੇ ਨੂੰ ਇਹ ਨਾ ਕਹੋ ਵੀ ਭਾਈ ਸੈੱਟ ਦੇਣਾ ਲੂਜ਼ ਨਹੀਂ ਦੇਣੀ, ਇਹ ਕਿਸੇ ਦੇ ਉੱਤੇ ਥੋਪਿਆ ਨਾ ਜਾਵੇ। ਔਰ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਵਾਧਾ ਜਿਹੜਾ ਹੈਗਾ ਉਹ ਸਾਡੇ ਕੋਲੋਂ ਨਾ ਲਿਆ ਜਾਵੇ, ਤੇ ਫੀਸਾਂ 'ਚ ਕੀਤਾ ਹੋਇਆ ਵਾਧਾ ਉਹ ਵਾਪਸ ਕੀਤਾ ਜਾਵੇ। ਜਿਹੜੇ ਤੁਹਾਡੇ ਲੈਵਲ ਦੇ ਕੰਮ ਹੈ ਉਹ ਤੁਸੀਂ ਕਰ ਦਿਓ, ਜਿਹੜੇ ਗਵਰਨਮੈਂਟ ਲੈਵਲ ਦੇ ਹੋਣਗੇ ਅਸੀਂ ਉਹ ਗਵਰਨਮੈਂਟ ਦੇ ਜਾ ਕੇ ਗਲ ਗੁੱਠਾ ਦੇਵਾਂਗੇ। ਇੰਨੀ ਸਾਡੀ ਬੇਨਤੀ ਹੈ, ਇਹਦੇ ਤੇ ਤੁਸੀਂ ਆਪਣਾ ਸਾਨੂੰ ਜੋ ਵੀ ਜਵਾਬ ਹੈਗਾ ਉਹ ਦੇ ਦਿਓ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਾਹਿਬਾਨ ਨੇ ਕਿਹਾ ਕਿ ਐਡੀਆਂ ਵੱਡੀਆਂ ਬਿਲਡਿੰਗਸ ਨੇ ਤੇ ਇਹ ਬਿਲਡਿੰਗ ਜਿਹੜੀ ਬਣਾਈ ਹੈ ਨਾ ਬਾਬਾ ਜੀ ਨੇ ਗਿਫਟ ਦਿੱਤਾ ਹੈ ਇਸ ਇਲਾਕੇ ਨੂੰ। ਬਿਲਡਿੰਗ ਜਿਹੜੀ 5-7 ਕਰੋੜ ਦੀ ਬਣੀ ਸੀ ਅੱਜ ਤੋਂ 10 ਸਾਲ ਪਹਿਲਾਂ, ਇਹਦਾ ਕੋਈ ਰਿਟਰਨ ਹੈ ਨਹੀਂਗਾ। ਇਹ ਮੈਂ ਕਿੰਨੀ ਵਾਰ ਦੱਸ ਚੁੱਕੀ ਹਾਂ, ਜੇ ਇੰਨਾ ਹੀ ਪੈਸਾ ਬਾਬਾ ਜੀ ਨੇ ਬੈਂਕ 'ਚ ਰੱਖਿਆ ਹੁੰਦਾ ਤੁਸੀਂ ਥੋੜਾ ਲੱਗੇ ਆ ਜੋ ਤੇ ਬੈਂਕ ਦਾ ਇੰਟਰਸਟ ਵੀ ਉਹਨਾਂ ਨੂੰ ਜ਼ਿਆਦਾ ਮਿਲਣਾ ਸੀ। ਕਸੂਰ ਮੇਰਾ ਇੰਨਾ ਕੀ ਹੈ ਕਿ ਮੈਂ ਇੰਨੀ ਦੂਰੋਂ ਸ਼ਹਿਰ ਤੋਂ 30 ਕਿਲੋਮੀਟਰ ਰੋਜ਼ ਆਉਣੀ ਆ ਔਰ ਜਾਣੀ ਆ, ਸਿਰਫ ਇਸ ਲਈ ਕਿ ਮੈਂ ਬੱਚਿਆਂ ਨੂੰ ਪੜ੍ਹਾਉਣ ਦੀ ਮੇਰੀ ਇੱਕ ਸ਼ਿੱਦਤ ਹੈ, ਮੇਰੀ ਇੱਕ ਪੈਸ਼ਨ ਹੈ। ਇਨਫੈਕਟ ਮੇਰੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਜਲੰਧਰ ਰਹਿੰਦੇ ਨੇ। ਜਦੋਂ ਮੈਂ ਸਕੂਲ ਤੇ ਇੱਥੇ ਸਟਾਰਟਿੰਗ 'ਚ ਆਉਣਾ ਸ਼ੁਰੂ ਕੀਤਾ ਸੀ, ਆਈ ਵਾਜ਼ already in a very good school, one of the topmost schools of Jalandhar, Mia World School, right?
ਐਂਡ ਉੱਥੋਂ ਮੈਂ ਰਿਜ਼ਾਈਨ ਕਰਕੇ ਆਈ ਕੇਮ ਹੀਅਰ ਇਨ ਅ ਰੂਰਲ ਏਰੀਆ ਕਿ ਮੇਰੀ ਲੋੜ ਸ਼ਹਿਰ ਵਿੱਚ ਮੇਰੇ ਵਰਗੇ ਬਹੁਤ ਲੋਕ ਨੇ ਪਰ ਪਿੰਡ ਦੇ ਵਿੱਚ ਮੇਰੇ ਵਰਗਿਆਂ ਦੀ ਲੋੜ ਹੈ। ਇੱਥੇ ਮੈਂ ਬੱਚਿਆਂ ਦੀ ਥੋੜੀ ਜਿਹੀ ਐਜੂਕੇਸ਼ਨ ਨੂੰ ਅਪਲਿਫਟਮੈਂਟ ਦੇਵਾਂ। ਪਰ ਬੜਾ ਹੀ ਅਫਸੋਸ ਹੋ ਰਿਹਾ ਹੈ ਮੇਰੀ ਸੋਚ ਔਰ ਮਾਪਿਆਂ ਦੀ ਸੋਚ ਸਮਵੇਅਰ ਕੁਛ ਨਾ ਕੁਛ ਗੜਬੜ ਹੋ ਰਿਹਾ। ਮੈਂ ਮਾਫੀ ਮੰਗਦੀ ਹਾਂ, ਮੇਰੇ ਸਮਝਾਉਣ ਵਿੱਚ ਹੀ ਕੋਈ ਗਲਤੀ ਹੋ ਗਈ ਹੋਏਗੀ। ਔਰ ਇਹ ਜਿਹੜਾ ਪੁਆਇੰਟ ਮੈਂ ਸਮਝਾ ਰਹੀ ਸੀ ਕਿ ਬਹੁਤ ਵੱਡੀਆਂ ਵੱਡੀਆਂ ਬਿਲਡਿੰਗ ਬਣਾ ਲੈਂਦੇ ਨੇ ਫਿਰ ਮਾਪਿਆਂ ਤੋਂ ਪੈਸੇ ਜ਼ਿਆਦਾ ਚਾਰਜ ਕਰਦੇ ਨੇ, ਇਹ ਬਹੁਤ ਹੀ ਗਲਤ ਫਹਿਮੀ ਹੈ ਸਾਰਿਆਂ ਦੇ ਮਨ ਵਿੱਚ। ਜਿਹੜਾ ਵੀ ਦੇਖਦਾ ਬਿਲਡਿੰਗ ਤੁਸੀਂ ਦੇਖ ਲਓ, ਬਿਲਡਿੰਗ ਦਾ ਤਾਂ ਜਿੰਨੇ ਵੀ ਪੈਸੇ ਲੱਗੇ ਨੇ 5-7 ਕਰੋੜ ਜਿੰਨਾ ਵੀ ਲੱਗਿਆ ਹੈਗਾ, ਮੇਬੀ 10 ਕਰੋੜ ਹੀ ਲੱਗਿਆ ਹੋਵੇ, ਆਈ ਹੈਵ ਨੋ ਆਈਡੀਆ ਬਿਕੋਜ਼ ਬਾਬਾ ਜੀ ਨੇ ਪੈਸੇ ਲਾਈ ਗਏ, ਉਹਨਾਂ ਨੇ ਹਿਸਾਬ ਵੀ ਨਹੀਂ ਰੱਖਿਆ ਸੀ 5-7 ਕਰੋੜ ਤੋਂ ਬਾਅਦ। ਅੱਜ ਤੁਸੀਂ ਸਾਡੇ ਚਾਰਟਰਡ ਅਕਾਊਂਟੈਂਟ ਵੀ ਸਾਹਮਣੇ ਖੜੇ ਨੇ, ਅਕਾਊਂਟ ਵਾਲੇ ਵੀ ਸਾਡੇ ਖੜੇ ਨੇ। ਇਹਦਾ ਤਾਂ ਇੰਟਰਸਟ ਹੀ ਜੇ ਅਸੀਂ ਲੈਂਦੇ ਨਾ ਤਾਂ ਬਹੁਤ ਇੰਟਰਸਟ ਆ ਜਾਣਾ ਸੀਗਾ, ਖਾਤੋਂ ਪੈਸਾ ਬਣਾਉਣ ਦੀ ਲੋੜ ਨਹੀਂ ਹੈ। ਬਾਬਾ ਜੀ ਨੇ ਇਹ ਸਕੂਲ ਪੈਸਾ ਬਣਾਉਣ ਲਈ ਨਹੀਂ, ਦੈਟਸ ਓਕੇ, ਪੈਸਾ ਬਣਾਉਣ ਲਈ ਇਹ ਸਕੂਲ ਨਹੀਂ ਬਣਾਇਆ ਹੋਇਆ। ਪਰ ਕੋਈ ਵੀ ਜਿਹੜਾ ਸਟੈਂਡਰਡ ਦਾ ਸਕੂਲ ਹੁੰਦਾ ਉਹਦਾ ਕੁਛ ਨਾ ਕੁਛ ਖਰਚਾ ਹੁੰਦਾ। ਸਾਡੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ 100% ਸੈਲਰੀਜ਼ ਜਿਹੜੀਆਂ ਦਿੱਤੀਆਂ ਨੇ ਉਹਦਾ ਖਰਚਾ ਹੁੰਦਾ। ਮੰਥਲੀ ਜਿਹੜੇ ਹੈਗੀ ਆ ਸੈਲਰੀਜ਼ ਕਿੰਨੀਆਂ ਹੋਣਗੀਆਂ ਤੁਸੀਂ ਦੱਸ ਸਕਦੇ ਹੋ? ਕੋਈ ਆਈਡੀਆ ਹੋਏਗਾ? ਤੁਸੀਂ ਸਾਨੂੰ ਫੀਸਾਂ ਦਾ ਚਾਰਟ ਬਣਾ ਦਿਓ। ਹਾਂ ਤੁਹਾਡੇ ਇੱਕ ਮਿੰਟ ਮੇਰੀ ਬੇਨਤੀ ਪਲੀਜ਼ ਇਹਦਾ ਆਨਸਰ ਮੈਂ ਉਹ ਦੇਣ ਲੱਗਾ, ਆਨਸਰ ਹੀ ਦੇਣ ਲੱਗਾ। ਤੁਸੀਂ ਸਾਨੂੰ ਫੀਸਾਂ ਦਾ ਚਾਰਟ ਬਣਾ ਦਿਓ। ਸਾਡੇ ਹਿੱਸੇ ਬੱਚਿਆਂ ਦੇ 5000 ਮਹੀਨੇ ਦਾ ਆਵੇ, ਸਾਡੇ ਆਵੇ 500, ਅਸੀਂ ਸਾਰੀ ਫੀਸ ਤੁਹਾਨੂੰ ਦੇ ਦਿਆਂਗੇ। ਤੁਸੀਂ ਸਾਨੂੰ ਸੈਲਰੀ ਦਾ ਚਾਰਟ ਬਣਾ ਦਿਓ, ਕਿੰਨੇ ਤੁਹਾਡੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਸਾਰਿਆਂ ਦਾ ਇੱਕ ਚਾਰਟ ਬਣਾ ਦਿਓ ਵੀ ਤੁਸੀਂ ਉਹਨਾਂ ਨੂੰ ਕਿੰਨਾ ਪੇ ਕਰਦੇ ਹੋ। ਉਹ ਸਾਡੇ ਬੱਚਿਆਂ ਦੇ ਜਿੰਨਾ ਹਿੱਸੇ ਹੈਗਾ ਅਸੀਂ ਦੇ ਦੇਵਾਂਗੇ। ਚਾਰਟ ਤੁਹਾਡੇ ਸਾਹਮਣੇ ਹੈ, ਚਾਰਟ ਕੋਈ ਹੋਇਆ ਨਹੀਂ ਹੋਇਆ, ਸੈਲਰੀ ਚਾਰਟ ਵੀ ਹੋਏਗਾ, ਸਾਡੇ ਬੱਚਿਆਂ ਦਾ ਚਾਰਟ ਵੀ ਹੋਏਗਾ। ਤੁਸੀਂ ਆਪਾਂ ਮੇਰੇ ਤੋਂ ਸਵਾਲ, ਜੇ ਤੁਸੀਂ ਮੇਰੇ ਤੋਂ ਜਵਾਬ ਪੁੱਛਿਆ ਮੈਂ ਤੁਹਾਨੂੰ ਜਵਾਬ ਦੇ ਰਿਹਾ। ਮੈਂ ਸਵਾਲ ਇਹ ਪੁੱਛਿਆ ਸੀ ਕਿ ਤੁਹਾਨੂੰ ਆਈਡੀਆ ਹੈ ਕਿ ਸਾਡਾ ਆਈਡੀਆ ਨਾ ਹੋਵੇ ਜੀ ਅਸੀਂ ਜੂਹਾ ਹੀ ਖੇਡ ਲੈਣਾ, ਤੁਸੀਂ ਸਾਨੂੰ ਜਿੰਨਾ ਤੁਸੀਂ ਸਾਨੂੰ ਤੁਹਾਡਾ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਤੁਹਾਡਾ 4 ਕਲਾਸ ਜਿੰਨਾ ਵੀ ਤੁਸੀਂ ਸੈਲਰੀ ਪੇ ਕਰਨਾ ਸਾਨੂੰ ਦੇ ਦਿਓ। ਸਾਡੇ ਬੱਚਿਆਂ ਦੇ ਹਿੱਸੇ ਜਿੰਨਾ ਬਸ ਦੇ ਦੇਣਗੇ, ਉਹ ਦੇ ਦਾਂਗੇ। ਉਹ ਮੈਂ ਨਹੀਂ ਕਹਿ ਰਹੀ, ਉਹ ਤੁਹਾਡੀ ਮਰਜ਼ੀ ਹੈ ਉਹ ਮਰਜ਼ੀ ਹੈ। ਜੇ ਪੇਰੈਂਟਸ ਕਹਿ ਰਹੇ ਨੇ ਅਸੀਂ ਬੱਚੇ ਹਟਾਉਣਾ ਚਾਹੁੰਦੇ ਆ, ਮੈਂ ਨਹੀਂ ਕਹਿ ਰਹੀ ਹੈਗੀ, ਪੇਰੈਂਟਸ ਨੂੰ ਕੋਈ ਜ਼ਬਰਦਸਤੀ ਨਹੀਂ ਹੈ, ਅਸੀਂ ਪੈਸੇ ਇਕੱਠੇ ਕਰਨ ਲਈ ਨਹੀਂ। ਇੱਕ ਮਿੰਟ ਯਾਰ ਤੁਸੀਂ ਪਲੀਜ਼, ਜਾਂ ਤਾਂ ਆਪਾਂ ਗੱਲ ਕੱਲੇ ਦੇਖੋ, ਉਹ ਗੱਲ ਕਰ ਰਹੇ ਆ, ਆਪਣੀ ਗੱਲ ਉਹਨਾਂ ਨੇ ਰੋਕੀ ਨਹੀਂ ਵਿੱਚ, ਜੇ ਉਹ ਕਰ ਰਹੇ ਆ ਤਾਂ ਆਪਾਂ ਵੀ ਰੋਕਣੀ ਨਹੀਂ, ਉਹਨਾਂ ਨੂੰ ਆਪਣੀ ਗੱਲ ਕਰਨ ਦਿਓ। ਇਸ ਕਰਕੇ ਵਿੱਚ ਕੋਈ ਆਪਣੇ ਮੂੰਹੋਂ ਗੱਲ ਨਾ ਕਰੇ ਪਲੀਜ਼। ਆਪਾਂ ਉਹਨਾਂ ਦੀ ਰਿਸਪੈਕਟ ਹੈਗੀ ਆ, ਉਹ ਸਾਡੇ ਬੜੇ ਸਤਿਕਾਰਯੋਗ ਨੇ, ਕਿਉਂਕਿ ਬੱਚਿਆਂ ਨੇ ਤੁਹਾਡੇ ਕੋਲੋਂ ਸੇਧ ਲੈਣੀ ਆ। ਔਰ ਅਸੀਂ ਹਮੇਸ਼ਾ ਇਹ ਸੋਚਿਆ, ਅਸੀਂ ਇੱਕ ਮਿੰਟ ਬੇਨਤੀ ਸੁਣੋ, ਅਸੀਂ ਹਮੇਸ਼ਾ ਇਹ ਸੋਚਿਆ ਕਿ ਟੀਚਰ ਦਾ ਬੱਚਿਆਂ ਦੇ ਉੱਤੇ ਜਿਹੜਾ ਦਬਦਬਾ ਜਾਂ ਰੋਹਬ ਜਿਹੜੀ ਇੱਕ ਉਹਨਾਂ ਦੀ ਇੱਜ਼ਤ ਰਿਸਪੈਕਟ ਜਿਹੜੀ ਹੈਗੀ ਆ ਉਹ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਬੱਚਿਆਂ ਨੇ ਮਾਪਿਆਂ ਤੋਂ ਬਾਅਦ ਤੁਹਾਡੇ ਕੋਲੋਂ ਸਿੱਖਣਾ। ਸਕੂਲਸ ਆਰ ਟੈਂਪਲ ਆਫ ਲਰਨਿੰਗ, ਇਹਨੂੰ ਟੈਂਪਲ ਕਿਹਾ ਜਾਂਦਾ ਹੈ, ਜਿੱਥੇ ਬੱਚੇ ਆ ਕੇ ਇਹ ਦੇਖਣ ਕਿ ਸਾਡੇ ਪੇਰੈਂਟਸ ਇਲਜ਼ਾਮ ਲਾ ਰਹੇ ਨੇ ਸਕੂਲ ਦੇ ਉੱਪਰ, ਸਾਡੇ ਪੇਰੈਂਟਸ ਨੂੰ ਸਾਡੇ ਸਕੂਲ ਦੇ ਵਿੱਚ ਕੋਈ ਫੇਥ ਹੈ ਨਹੀਂਗਾ, ਤੇ ਉਹ ਬੱਚੇ ਵੀ ਉਸ ਸਕੂਲ ਤੋਂ ਕੀ ਸਿੱਖਣਗੇ। ਜਿੱਦਾਂ ਉਸ ਪੇਰੈਂਟਸ ਨੇ ਕਿਹਾ ਵੀ ਅਸੀਂ ਆਪਣੇ ਬੱਚੇ ਹਟਾ ਲਈਏ, ਮੈਂ ਸਾਰੇ ਜਿੰਨੇ ਬੈਠੇ ਨੇ ਨਾ, ਜੇ ਤੁਸੀਂ ਤੁਹਾਡੀ ਇਹ ਮਨ ਦੀ ਇੱਛਾ ਹੈਗੀ ਹੈ, ਜ਼ਬਰਦਸਤੀ ਕੋਈ ਨਹੀਂ ਹੈ, ਅਸੀਂ ਸਕੂਲ ਪੈਸਿਆਂ ਲਈ ਨਹੀਂ ਬਣਾਇਆ ਹੋਇਆ ਕਿ ਤੁਹਾਤੋਂ ਅਸੀਂ ਪੈਸੇ ਇਕੱਠੇ ਕਰਨੇ ਆ। ਜੇ ਤੁਹਾਡੀ ਇਹ ਮਨ ਦੀ ਇੱਛਾ ਹੈ, ਤੁਹਾਨੂੰ ਲੱਗਦਾ ਹੈ ਕਿ ਅਸੀਂ ਨਹੀਂ ਪੜ੍ਹਾ ਸਕਦੇ, ਉਹ ਤੁਹਾਡੀ ਮਰਜ਼ੀ, ਮੈਂ ਨਹੀਂ ਕਹਿ ਰਹੀ ਹੈਗੀ ਵੀ ਤੁਸੀਂ ਬੱਚੇ ਹਟਾਓ, ਪਰ ਜੇ ਤੁਸੀਂ ਨਹੀਂ ਮਤਲਬ ਅਫੋਰਡ ਕਰ ਸਕਦੇ ਤੇ ਉਹ ਤੁਹਾਡੀ ਮਰਜ਼ੀ ਹੈ। ਮੈਂ ਇਸ ਜਿਹੜਾ ਡਿਸੀਜਨ ਹੈ ਤੁਹਾਡੇ ਤੇ ਹੀ ਛੱਡ ਦਿੰਨੀ ਹੈ। ਐਂਡ ਹੁਣ ਬੱਸਿਸ ਹਜੇ ਚੱਲ ਨਹੀਂ ਰਹੀਆਂ, ਬੱਸਿਸ ਜਦੋਂ ਚੱਲਣੀਆਂ ਸ਼ੁਰੂ ਹੋਣੀਆਂ ਨੇ, ਤਗੜਾਂ ਦੇ ਪੇਰੈਂਟਸ ਕਾਫੀ ਨੇ ਜਿਹੜੇ ਐਨੂਅਲ ਚਾਰजेस ਤੇ ਰੌਲਾ ਪਾ ਰਹੇ ਨੇ। 3665 ਰੁਪਏ ਐਨੂਅਲ ਚਾਰजेस ਅਸੀਂ ਨਹੀਂ ਦੇਣੇ, ਕਿਉਂਕਿ 30% ਅਸੀਂ ਛੱਡਿਆ ਹੋਇਆ, ਇਹ 70% ਰਹਿ ਜਾਂਦਾ। ਇਹਨੂੰ ਜੇ ਆਪਾਂ 12 ਨਾਲ ਡਿਵਾਈਡ ਕਰੇ ਤਾਂ 306 ਰੁਪਏ ਮਹੀਨੇ ਦੇ ਆਉਂਦੇ ਨੇ। ਜੇ ਬੰਦਾ 306 ਰੁਪਏ ਨਹੀਂ ਦੇ ਸਕਦਾ, ਜੇ ਬੱਸਿਸ ਚੱਲੀਆਂ ਤਗੜਾਂ ਤੋਂ ਇੱਥੇ ਤੱਕ 900 ਰੁਪਏ ਬੱਸ ਦਾ ਚਾਰਜ ਹੈ, ਉਹ ਬੱਸ ਚਾਰजेस ਕਿੱਦਾਂ ਦੇਣਗੇ? ਉਹ ਨਹੀਂ ਇਸ ਕੰਡੀਸ਼ਨ 'ਚ ਹੋਣਗੇ ਕਿ ਉਹ 900 ਰੁਪਇਆ ਵੀ ਦੇਣ। ਤੇ ਇਸ ਕਰਕੇ ਹਜੇ ਤਾਂ ਸਾਲ ਦਾ ਸਟਾਰਟਿੰਗ ਹੀ ਹੈਗਾ ਆ, ਸਾਲ ਹਜੇ ਬਹੁਤ ਲੰਬਾ ਪਿਆ ਆ। ਜੇ ਆਨਲਾਈਨ ਕਲਾਸਿਸ ਤੁਹਾਨੂੰ ਨਹੀਂ ਪਸੰਦ ਹੈਗੀਆਂ ਕਿ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ, ਤੇ ਤੁਸੀਂ ਸਾਨੂੰ ਇੱਕ ਤਰੀਕਾ ਦੱਸ ਦਿਓ, ਅਸੀਂ ਤੁਹਾਡੇ ਤਰੀਕੇ ਨਾਲ ਹੀ ਸਕੂਲ ਚਲਾਉਂਦੇ ਆ ਕਿ ਕਿਹੜਾ ਤਰੀਕਾ ਹੋ ਸਕਦਾ ਹੈ। ਸਕੂਲ 'ਚ ਬੱਚੇ ਆ ਨਹੀਂ ਸਕਦੇ, ਆਨਲਾਈਨ ਕਲਾਸਿਸ ਦੇ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਨੇ, ਮੋਬਾਈਲ ਦੇ ਬਿੱਲ ਆ ਜਾਂਦੇ ਨੇ, ਤੇ ਆਪਾਂ ਮੁਫਤ ਵਿੱਚ ਕਿਹੜਾ ਤਰੀਕਾ ਅਪਣਾਈਏ ਜਿਹਦੇ ਵਿੱਚ ਸਾਡੇ ਪੈਸੇ ਵੀ ਨਾ ਲੱਗਣ ਤੇ ਬੱਚਿਆਂ ਦੀ ਪੜ੍ਹਾਈ ਵੀ ਹੋ ਜਾਏ। ਮੈਨੂੰ ਹੁਣੀ ਉਹ ਤਰੀਕਾ ਦੱਸ ਦਿਓ, ਅਸੀਂ ਹੁਣੀ ਲਾਗੂ ਕਰ ਦਵਾਂਗੇ। ਮੈਂ ਇੱਕ ਬੇਨਤੀ ਕਰਾਂ ਭੈਣ ਜੀ, ਹਾਂਜੀ ਸ਼ਾਇਦ ਹੋ ਸਕਦਾ ਤੁਸੀਂ ਮੇਰੇ ਤੋਂ ਉਮਰ 'ਚ ਵੱਡੇ ਵੀ ਹੋਵੋ, ਹਾਂਜੀ, ਜਿਹੜੀ ਅਸੀਂ ਸਵਾਲ ਕੀਤੇ ਸੀ, ਉਹ ਸਾਰੇ ਨੇ ਲਿਖੇ ਹੋਏ ਨੇ, ਮੇਰੀ ਇੱਕ ਦਾ ਜਵਾਬ ਬੇਨਤੀ ਸੁਣੋ ਜੀ। ਜੇ ਆਪਾਂ ਇਹ ਕਹਿੰਦੇ ਆ ਵੀ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਤਾਂ ਬੱਚੇ ਹਟਾ ਲਓ,
ਨਹੀਂ ਉਹਨਾਂ ਨੇ ਕਿਹਾ ਮਤਲਬ ਤੁਸੀਂ ਉਹਦੇ ਲਈ ਮਤਲਬ ਕੋਈ ਤੁਹਾਡਾ ਲੜਾਈ ਇਹ ਨਹੀਂ ਹੈ, ਨਹੀਂ ਲੜਾਈ ਨਹੀਂ 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 ਹੈ, ਲੜਾਈ ਮੈਂ ਸਹਿਮਤ ਹਾਂ ਥੋੜ੍ਹੀ। ਉਹਨਾਂ ਦੇ ਨਾਲ। ਮੇਰੀ ਗੱਲ ਦੱਸੋ ਮਤਲਬ ਇਹੀ ਵੀ ਸਿੱਧੇ ਲਫ਼ਜ਼ਾਂ 'ਚ ਆਪਾਂ ਇਹ ਨਹੀਂ ਕਿਹਾ, ਆਪਾਂ ਅਸਿੱਧੇ ਲਫ਼ਜ਼ਾਂ 'ਚ ਕਹਿਤਾ ਵੀ ਠੀਕ ਆ ਤੁਹਾਡੀ ਇੱਛਾ ਹਟਾਉਣੇ ਹਟਾ ਲਓ, ਪਰ ਅਸੀਂ ਕੋਈ ਪੈਸਾ ਘੱਟ ਨਹੀਂ ਕਰਨਾ, ਇਹੀ ਗੱਲ ਹੋਈ। ਕਰਨਾ ਇਹ ਪੈਸੇ ਦੀ ਗੱਲ ਜਿੱਥੇ ਹੈਗੀ ਆ, ਮੈਂ ਉਸ ਦਿਨ ਵੀ ਕਿਹਾ ਸੀ, ਪੇਰੈਂਟਸ ਆਏ ਸੀਗੇ, ਮੈਂ ਤਾਂ ਮੰਨ ਚੁੱਕੀ ਆ ਕਿ ਅਸੀਂ ਪੈਸੇ ਟੋਟਲ ਮੈਂ ਪੈਸੇ ਆਫ ਕਰ ਦੇਣੇ ਜਿੰਨੇ ਉਹਨਾਂ ਨਹੀਂ ਦੇ ਸਕਦੇ ਹੈਗੇ, ਮੈਨੂੰ ਆਪਣੇ ਨਾਂ ਦੇ ਦੇਣ, ਮੈਂ ਆਪ ਉਹੀ ਆਨਸਰ ਕਰੋ ਉਹੀ ਆਨਸਰ ਮੈਂ ਕਰ ਰਹੀ ਹਾਂ। ਅਸੀਂ ਫੀਸ ਮਾਫ ਨਹੀਂ ਕਰਾਉਣੀ, ਅਸੀਂ ਜਸਟ ਅਸੀਂ ਟਿਊਸ਼ਨ ਫੀਸ ਤੁਹਾਨੂੰ ਦੇਣੀ ਹੈ। ਐਨੂਅਲ ਚਾਰजेस ਮਾਫ ਕਰ ਦੂੰਗੀ, ਉਹਦੇ ਲਈ ਵੀ ਮੈਨੂੰ ਤੁਸੀਂ ਨੇਮ ਦਿਓ, ਬੱਚੇ ਦਾ ਨਾਂ ਦਿਓ, ਬੱਚੇ ਦੀ ਕਲਾਸ ਦਿਓ, ਬੱਚੇ ਦਾ ਪੇਰੈਂਟਸ ਦਾ ਦਿਓ, ਵੀ ਵਿਲ ਵੈਰੀਫਾਈ, ਸਾਰਿਆਂ ਨੂੰ ਮਿਲ ਜੂਗਾ ਜਿੰਨੇ ਇੱਥੇ 250 300 ਜਾਂ 400 ਜਿੰਨਾ ਵੀ, ਆਈ ਡੋਨਟ ਨੋ ਦਾ ਨੰਬਰ, 50 ਨੇ 100 ਨੇ ਕਿ ਜਿੰਨੇ ਵੀ ਨੇ, ਸਾਰਿਆਂ ਦੀ ਮਾਫ ਹੋ ਜਾਏਗੀ। ਸਾਨੂੰ ਪ੍ਰੋਪਰ ਜਿਹੜੇ ਨਹੀਂ ਵੀ ਆਏ ਉਹਨਾਂ ਦੀ ਵੀ ਮਾਫ ਹੋ ਜਾਏਗੀ। ਸਾਨੂੰ ਪ੍ਰੋਪਰ ਪੇਪਰ ਚਾਹੀਦਾ ਹੈ, ਵੀ ਨੀਡ ਵੈਰੀਫਿਕੇਸ਼ਨ, ਉਹ ਅਸੀਂ ਆਪਣੇ ਲੈਵਲ ਤੇ ਕਰਾਂਗੇ। ਐਂਡ ਤੁਸੀਂ ਲਿਖ ਕੇ ਦੇ ਦਿਓ, ਬੱਚਿਆਂ ਦੇ ਨਾਂ ਲਿਖ ਦਿਓ, ਬੱਚਿਆਂ ਦੀ ਕਲਾਸ ਲਿਖ ਦਿਓ, ਫਾਦਰ ਦੀ ਇੱਕ ਮਿੰਟ ਯਾਰ ਤੁਸੀਂ ਹਾਂ, ਜਿਹੜਾ ਐਥੀਕਲ ਨਹੀਂ ਨਿਕਲੂਗਾ, ਜੇ ਕਿਸੇ ਨੇ ਝੂਠ ਬੋਲਿਆ, ਅਸੀਂ ਵੈਰੀਫਾਈ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ 300 ਰੁਪਇਆ ਦੇ ਸਕਦੇ ਨੇ, ਤੇ ਤੁਸੀਂ ਕੀ ਫੀਸ ਦਿਓ? ਹੁਣ ਵੈਰੀਫਿਕੇਸ਼ਨ ਦਾ ਮਤਲਬ ਤੁਸੀਂ ਸਾਡੇ ਕੋਲ ਅਕਾਊਂਟ ਸਟੇਟਮੈਂਟ ਮੰਗੋਗੇ? ਇੱਕ ਮਿੰਟ ਜੀ ਮੈਂ ਨਹੀਂ ਮੰਗ ਰਿਹਾ ਜੀ, ਸਰਕਾਰ ਦੀਆਂ ਹਦਾਇਤਾਂ ਹੈ, ਮੈਂ ਨਹੀਂ ਮੰਗ ਰਿਹਾ। ਇੱਕ ਮਿੰਟ ਜੀ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਹੈ ਕਿ ਮੇਰੀਆਂ? ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਨਾ ਵੀ ਆਪਾਂ ਹਰ ਸਾਲ ਬੈਲੈਂਸ ਸ਼ੀਟ ਜਿਹੜੀ ਜਮ੍ਹਾਂ ਕਰਾਉਣੀ ਹੈ। ਇੱਕ ਮਿੰਟ ਜੀ ਗੱਲ ਤਾਂ ਸੁਣੋ, ਇੱਕ ਮਿੰਟ ਮੇਰੀ ਗੱਲ ਨਹੀਂ ਦੇ ਸਕਦਾ, ਗੱਲ ਤਾਂ ਸੁਣ ਲਓ ਜੀ, ਇੱਕ ਮਿੰਟ ਜੀ ਗੱਲ ਸੁਣ ਲਓ ਪਹਿਲਾਂ, ਐਵੇਂ ਇੰਨੇ ਕਾਲੇ ਕਿਉਂ ਲੈਣੇ? ਹੁਣ ਸੀ ਜੇ ਉਹਨਾਂ ਨੇ ਗੱਲ ਕੀਤੀ ਮੈਨੂੰ ਜਵਾਬ ਦੇ ਲੈਣ ਦੀ। ਜੇ ਤਾਂ ਆਪਾਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਸਾਨੂੰ ਅਕਾਊਂਟ ਸਟੇਟਮੈਂਟ ਦੇ ਦਿਓ, ਤੁਸੀਂ ਸਾਨੂੰ ਆਪਣਾ ਜਿਹੜਾ ਹੈਗਾ ਕੋਈ ਰਿਟਰਨ ਭਰਦੇ ਆ ਉਹ ਦੇ ਦਿਓ, ਇਦਾਂ ਦੀਆਂ ਚੀਜ਼ਾਂ ਮੰਗਣੀਆਂ ਹੋਣੀਆਂ ਸਾਡੇ ਕੋਲ। ਆਹੀ ਮਤਲਬ ਆਪਣੀਆਂ ਰਿਟਰਨ ਦੇ ਦਿਓ, ਜਾਂ ਤੁਸੀਂ ਕੋਈ ਐਫੀਡੇਵਿਟ ਦੇ ਦਿਓ ਵੀ ਅਸੀਂ ਉਹਨੂੰ ਫਿਰ ਵੈਰੀਫਾਈ ਕਰਾਂਗੇ। ਇਹ ਅਸੀਂ ਰੋਜ਼ ਸਕੂਲਾਂ ਕੋਲੋਂ ਇਹੀ ਗੱਲ ਸੁਣਦੇ ਆ ਯਾਰ, ਰੋਜ਼ ਹੀ ਸੁਣਦੇ ਆ। ਜਿੱਦਣ ਸਰਕਾਰ ਜਿਹੜੀ ਹੈਗੀ ਆ ਇਸ ਗੱਲ ਦੀਆਂ ਤੁਹਾਨੂੰ ਹਦਾਇਤਾਂ ਜਾਰੀ ਕਰ ਦੇਗੀ ਕਿ ਸਕੂਲਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਕੋਲੋਂ ਇਹ ਚੀਜ਼ਾਂ ਮੰਗ ਲਓ, ਉਦੋਂ ਅਸੀਂ ਦੇਖ ਲਾਂਗੇ। ਜਿਹੜੀ ਗੱਲ ਹੈਗੀ ਆ ਇਸ ਵਕਤ ਚਾਰਜ ਜਿਹੜੇ ਹੈਗੇ ਆ ਟਿਊਸ਼ਨ ਫੀਸ ਦੀ, ਅਸੀਂ ਚਾਰਜ ਤੁਹਾਡੇ ਦੇਣ ਨੂੰ ਤਿਆਰ ਆ। ਦੋ ਗੱਲਾਂ ਜਿਹੜੀਆਂ ਹੋਈਆਂ ਬਿਲਕੁਲ ਖਾਸ, ਇੱਕ ਤੁਸੀਂ ਕਿਹਾ ਵੀ ਅਸੀਂ ਐਨੂਅਲ ਚਾਰजेस ਛੱਡ ਦੇਵਾਂਗੇ ਲੇਕਿਨ ਸ਼ਰਤਾਂ ਦੇ ਆਧਾਰ ਤੇ, ਇਦਾਂ ਹੋਈ ਹੈ ਨਾ? ਮੈਂ ਤੁਹਾਡੀ ਗੱਲ ਨੂੰ ਸਾਫ਼-ਸਾਫ਼ ਕਰ ਰਿਹਾ ਵੀ ਐਨੂਅਲ ਚਾਰजेस ਛੱਡਾਂਗੇ ਪਰ ਸ਼ਰਤਾਂ ਦੇ ਆਧਾਰ ਤੇ। ਜੈਨੂਇਨ ਸ਼ਰਤਾਂ ਨਹੀਂ ਉਹ ਸ਼ਰਤਾਂ ਹੀ ਹੋਈਆਂ ਵੀ ਸ਼ਰਤਾਂ ਇਹ ਹੈ ਕਿ ਅਸੀਂ ਸਿਰਫ ਜੈਨੂਇਨ ਲੋਕ ਜਿਹੜੇ ਨੇ ਸੱਚ ਵਿੱਚ ਬਹੁਤ ਗਰੀਬ ਹੋਣੇ, ਉਹ ਬਹੁਤ ਅਫੈਕਟਡ ਨੇ, 300 ਰੁਪਇਆ ਮਹੀਨੇ ਦਾ ਵੀ ਦੇਣ ਦੀ ਕਾਬਲੀਅਤ ਨਹੀਂ ਹੈ, ਉਹਨਾਂ ਨੂੰ ਅਸੀਂ ਛੱਡਾਂਗੇ। ਐਨੂਅਲ ਚਾਰजेस ਇੰਨੇ ਬਣਦੇ ਨੇ, ਇਸ ਤੋਂ ਬਾਅਦ ਐਨੂਅਲ ਚਾਰजेस ਬਣਦੇ ਨਹੀਂ। 3665 ਰੁਪਏ ਜਿਹੜੇ ਨੇ ਡਿਵਾਈਡ ਬਾਈ ਤੇ ਤੁਸੀਂ 12 ਕਰ ਲਓ, 300 ਰੁਪਇਆ ਬਣਦਾ, ਇੰਨਾ ਕੀ ਹੈਗਾ। ਜਿਹੜੇ ਪੇਰੈਂਟਸ ਇੰਨੇ ਕੁ ਦੀ ਵੀ ਸ਼ਮਤਾ ਨਹੀਂ ਰੱਖਦੇ ਉਹਨਾਂ ਨੂੰ ਅਸੀਂ ਛੱਡਾਂਗੇ, 100% ਛੱਡਾਂਗੇ। ਮੈਂ ਹੁਣ ਪ੍ਰੋਮਿਸ ਕਰ ਰਹੀ ਹਾਂ, ਉਹਨਾਂ ਨੂੰ ਬਿਲਕੁਲ ਛੱਡਾਂਗੇ ਜਿਹੜੇ ਬਹੁਤ ਹੀ ਇਕਨੋਮਿਕਲੀ ਬਿਲੋ ਪਾਵਰਟੀ ਲਾਈਨ। ਫੀਸਾਂ 'ਚ ਜਿਹੜਾ ਵਾਧਾ ਤੁਹਾਡੇ ਸਾਹਮਣੇ ਫੀਸ ਹੈ, ਇਹਦੀ ਫੋਟੋ ਖਿੱਚ ਲਓ ਤੁਸੀਂ। ਫੀਸਾਂ 'ਚ ਵਾਧਾ ਜਿਹੜਾ ਉਹ ਵਾਧਾ ਹਾਂ, ਉਹ ਮੈਂ ਕਲੀਅਰ ਕਰ ਰਹੀ ਹਾਂ। ਇਹ ਸਾਡੀ ਈਅਰਲੀ ਫੀਸ ਜਿਹੜੀ ਹੈ ਨਾ, ਸਾਡੀ ਈਅਰਲੀ ਫੀਸ ਜਿਹੜੀ ਹੈਗੀ ਹੈ ਇੱਕ ਕਲਾਸ ਦੀ, ਈਅਰਲੀ ਫੀਸ ਦੇਖ ਲਓ ਤੁਸੀਂ, ਪਹਿਲਾਂ ਦੇਖੋ, ਤੁਹਾਨੂੰ ਸਮਝ ਆਏਗੀ ਤਾਂ ਤੁਸੀਂ ਬਾਕੀਆਂ ਨੂੰ ਵੀ ਸਮਝਾ ਸਕਦੇ, ਕਿਉਂਕਿ ਤੁਸੀਂ ਲੀਡਰ ਹੋ, ਠੀਕ ਹੈ ਨਾ। ਬਾਕੀ ਸਾਰਿਆਂ ਨੂੰ ਸਮਝਾਤਾ ਮੈਂ ਚੁੱਕੀ ਹਾਂ, ਇਹਨਾਂ ਨੂੰ ਸਮਝ ਨਹੀਂ ਆਇਆ, ਤੁਸੀਂ ਸਮਝ ਲਓ। ਦੇਖੋ, ਈਅਰਲੀ ਫੀਸ ਹੈ 21-22 ਦੀ, ਹੈਗੀ 19-20 ਦੀ, ਸੀਗੀ 11,440, ਹੈਗੀ 12,000 ਪ੍ਰੀ ਨਰਸਰੀ, ਹੈਗੀ ਪਿਛਲੇ ਸਾਲ ਦੀ 16,000, ਹੈਗੀ 18,000, 16,900। ਹਾਂ, ਤੇ ਇਹ ਹੋ ਗਿਆ ਜੀ, ਇਹ ਡਿਫਰੈਂਸ ਹੈ 80 ਰੁਪਏ ਮਹੀਨਾ। ਆਪਾਂ ਇੱਕ ਬੇਨਤੀ, ਹਾਂਜੀ ਸ਼ਾਇਦ ਮੇਰੇ ਸਮਝਾਉਣ 'ਚ ਗਲਤੀ ਲੱਗੀ ਜਾਂ ਤੁਸੀਂ ਨਹੀਂ ਸਮਝ ਪਾਏ, ਮੈਂ ਇੱਕ ਬੇਨਤੀ ਸੁਣੀ। ਹਾਂਜੀ ਆਪਾਂ ਇਹ ਕਿਹਾ ਸੀ ਵੀ ਚਾਹੇ ਤੁਸੀਂ ਸੰਤ ਹੁੰਦਾ 1 ਰੁਪਏ ਦਾ ਕੀਤਾ, ਚਾਹੇ ਆਪਾਂ 100 ਰੁਪਏ ਦਾ ਕੀਤਾ, ਐਗਜ਼ੈਕਟਲੀ ਅਸੀਂ ਵਾਧਾ ਨਹੀਂ ਦੇਣਾ। ਇੱਕ ਐਗਜ਼ੈਕਟਲੀ ਗੱਲ ਆਪਾਂ ਇਹ ਕਹੀ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਸਾਨੂੰ 11,000 ਵਾਲਾ 22,000 ਬਣ ਗਿਆ, ਹਾਂਜੀ, ਸ਼ਾਇਦ ਹੋ ਸਕਦਾ ਉਹਦੇ ਵਿੱਚ ਤੁਸੀਂ ਹੋਰ ਚਾਰਜ ਇਨਕਲੂਡ ਕਰ। ਟੋਟਲ ਚਾਰजेस ਇਹ ਟੋਟਲ ਫੀਸ ਹੈ। ਇੱਕ ਮਿੰਟ ਇਹਦੇ ਵਿੱਚ ਕੀ ਹੈ? ਹਾਂਜੀ, ਇੱਕ ਜਿਹੜੀ ਫੀਸ ਸਲਿੱਪ ਦੇ ਗੱਲ ਕਲੀਅਰ ਹੋ ਗਈ ਕਿ ਐਡੀਸ਼ਨਲ ਚਾਰजेस ਨਹੀਂ ਕਰਦੇ। ਜਿਹੜੇ ਐਡੀਸ਼ਨਲ ਚਾਰਜ ਪਹਿਲਾਂ ਆਪਾਂ ਨੂੰ ਕੱਲੇ ਕਰਕੇ ਦਿਖਾਉਂਦੇ ਸੀ ਵੀ ਤੁਹਾਡੇ ਆਹ ਚਾਰਜ ਇੰਨੇ ਆ ਇੰਨੇ ਆ ਤੇ ਟਿਊਸ਼ਨ ਫੀਸ ਇੰਨੀ ਆ, ਉਹ ਸਾਰੇ ਇਕੱਠੇ ਕਰਕੇ ਇੱਕ ਜਗ੍ਹਾ ਪਾਤੇ। ਮਤਲਬ ਗੱਲ ਕਾਹਦੀ ਆ ਵੀ ਆਪਾਂ ਨੂੰ ਕੋਲੋਂ ਲੈਣੇ ਪੂਰੇ ਆ ਲੇਕਿਨ ਤੁਹਾਨੂੰ ਦੱਸਣਾ ਨਹੀਂ ਵੀ ਕਾਹਦੇ ਆ। ਇਹ ਕੋਈ ਲਕੋ ਨਹੀਂ ਹੈਗਾ। ਮੈਂ ਹੁਣ ਵੀ ਦੱਸ ਰਹੀ ਹਾਂ, ਮੈਂ ਰੌਲਾ ਪਾ ਰਹੀ ਹਾਂ ਕਿ ਇਹ ਟੋਟਲ ਫੀਸ ਹੈ ਸਾਡੇ। ਤੁਸੀਂ ਕਹਿ ਰਹੇ ਹੋ ਨਾ ਤੁਹਾਡੀ ਪੂਰੀ ਪੂਰੀ ਬਾਤ ਤੁਸੀਂ ਇਹ ਗੱਲ ਕਹੀ ਨਾ ਵੀ ਇਹਦੇ ਵਿੱਚ ਇਨਕਲੂਡ ਹੈ ਸਾਰਾ ਕੁਝ। अगर आप ये गल कही ना, अगर आप एक बात को यहाँ से पकड़ के फिर उसको करना, ठीक है, आप बात पूरी सुनी भी नहीं है,
ਤੁਸੀਂ ਕਿਹਾ ਕਲੀਅਰ ਹੋ ਗਈ। ਦੇਖਣਾ ਚਾਹੁੰਦੇ ਆ ਤੁਹਾਨੂੰ ਬੈਲੈਂਸ ਸ਼ੀਟ ਵੀ ਦਿਖਾਵਾਂਗੇ ਨਹੀਂ, ਸਾਡੇ ਸਾਨੂੰ ਨਾ ਕੁਝ ਵੀ ਦਿਖਾਇਆ ਨਹੀਂ ਹੈ ਬੈਲੈਂਸ ਸ਼ੀਟ ਜੋ ਤੁਹਾਡੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਦਿਖਾਓ ਸੀ ਨਹੀਂ ਯੈਸ ਐਜੂਕੇਸ਼ਨ ਡਿਪਾਰਟਮੈਂਟ ਸਾਨੂੰ ਟਾਈਮ ਟੂ ਟਾਈਮ ਆ ਕੇ ਸਾਡੇ ਇਨਸਪੈਕਸ਼ਨ ਕਰਨ ਆਉਂਦਾ ਹੈ। ਜਿਹੜੇ ਵੀ ਇੱਥੇ ਐਜੂਕੇਸ਼ਨਿਸਟ ਬੈਠੇ ਹੋਏ ਨੇ, ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਹੈਗੇ, ਉਹਨਾਂ ਨੂੰ ਪਤਾ ਹੋਏਗਾ ਡੀਓ ਆਫਿਸ ਤੋਂ ਆ ਕੇ ਸਾਡੇ ਟਾਈਮ ਟੂ ਟਾਈਮ ਇਨਸਪੈਕਸ਼ਨ ਹੁੰਦੀ ਹੈ। ਸਾਡੀਆਂ ਬੈਲੈਂਸ ਸ਼ੀਟਸ ਚੈੱਕ ਹੁੰਦੀਆਂ ਨੇ, ਸਾਡੇ ਜਿਹੜੇ ਸਕੂਲ ਦੇ ਖਾਤੇ ਨੇ ਉਹ ਚੈੱਕ ਹੁੰਦੇ ਨੇ। ਅਸੀਂ ਇਦਾਂ ਦਾ ਕੰਮ ਕੋਈ ਨਹੀਂ ਕਰ ਰਹੇ ਕਿ ਜੇ ਤੁਹਾਨੂੰ ਲੱਗੇ ਗੈਰ ਕਾਨੂੰਨੀ ਹੈ। ਸਾਡਾ ਸਭ ਕੁਝ ਕਾਨੂੰਨ ਦੇ ਅੰਡਰ ਹੈ। ਹਾਂ, ਪੇਰੈਂਟਸ ਦੀ ਡਿਮਾਂਡ ਤੇ ਇਹ ਇਕੱਠੀ ਕੀਤੀ ਸੀਗੀ ਬਿਕੋਜ਼ ਪੇਰੈਂਟਸ ਕਹਿੰਦੇ ਸੀ ਸਾਤੋਂ 10,000 20,000 ਨਹੀਂ ਦੇ ਹੁੰਦਾ, ਤੁਸੀਂ ਸਾਤੋਂ 12 ਇੰਸਟਾਲਮੈਂਟਸ ਕਰ ਲਓ, ਮਹੀਨੇ ਦੀ ਮਹੀਨੇ ਅਸੀਂ ਦੇ ਦੇਵਾਂਗੇ। ਇੱਕ ਪੇਰੈਂਟਸ ਅੱਛਾ ਜੀ, ਆ ਤੁਸੀਂ ਬੈਠੀਆਂ ਦੱਸੋ 8 ਸਾਲ ਹੋ ਗਏ ਮੇਰੀ ਕੁੜੀਆਂ ਨੂੰ ਪੜ੍ਹਦੀ ਨੂੰ। ਹਾਂਜੀ, ਕਿਹੜੇ ਸਾਲ ਦੇ ਵਿੱਚ ਇਹਨਾਂ ਨੂੰ ਅਸੀਂ ਦੱਸੋ ਵੀ 10 ਰੁਪਏ ਵੀ ਘੱਟ ਦਿੱਤੇ ਹੁਣ? ਜੇ ਕਰੋਨਾ ਦਾ ਆਇਆ ਮੰਨ ਲਓ, ਆਜੋ ਜੀ ਇੱਥੇ ਆਜੋ। ਇੱਕ ਮਿੰਟ ਸਰਪੰਚ ਸਾਹਿਬ ਤੁਸੀਂ ਆਓ। ਅਸੀਂ ਰਿਕੁਐਸਟ ਕੀਤੀ 5-6 ਵਾਰੀ ਹੱਥ ਜੋੜ ਕੇ, ਜੇ ਕਰੋਨਾ ਦੇ ਆਇਆ ਕਰਕੇ ਸਾਰੀ ਦੁਨੀਆ ਸਾਡੇ ਬਹੁਤ ਮਾਨਯੋਗ ਪ੍ਰਿੰਸੀਪਲ ਜੀ, ਮੈਡਮ ਜੀ ਅਸੀਂ ਇੱਕ ਮਿੰਟ ਮੈਡਮ ਜੀ ਅਸੀਂ 5-6 ਵਾਰ ਤੁਹਾਡੇ ਨਾਲ ਹੀ ਰਿਕੁਐਸਟ ਕੀਤੀ, ਮੀਟਿੰਗ ਕੀਤੀ। ਇੱਕ ਮਿੰਟ ਪਲੀਜ਼, ਮੈਂ ਮਨਾ ਨਹੀਂ ਕੀਤਾ ਇੱਕ ਸੀ, ਮਿੰਟ ਮੈਂ ਮਨਾ ਕੀਤਾ ਸੀ ਕਿ ਮੈਂ ਨਹੀਂ ਇੱਕ ਮਿੰਟ ਸੁਣ ਤਾਂ ਲਓ। 8 ਤੋਂ 10 ਸਾਲ ਮੇਰੀ ਗੁੜੀਆ ਨੂੰ 9 ਸਾਲ ਹੋ ਗਏ ਪੜ੍ਹਦੀ ਨੂੰ। ਮੇਰੇ ਫਰੈਂਡ ਆ, ਉਹਦਾ ਲੜਕਾ +2 ਦੇ ਵਿੱਚ ਆ। ਇੰਨੇ ਸਾਲਾਂ ਦੇ ਵਿੱਚ ਅਸੀਂ ਆਪਣੇ ਬੱਚੇ ਪੜ੍ਹਾ ਰਹੇ ਹਾਂ। ਅਸੀਂ ਫੀਸਾਂ ਕਦੋਂ ਤੁਹਾਨੂੰ ਦੱਸੋ ਵੀ ਰਿਕੁਐਸਟ ਵੀ ਅਸੀਂ ਕੀਤੀ ਫਾਈਨ 10 ਤੁਹਾਡਾ ਰੁਪਏ ਛੱਡੇ ਹੁਣ ਲਗਾਇਆ, ਕਦੇ। 10 ਸਾਲ ਹੋ ਗਏ, ਤੁਸੀਂ ਸਾਲ ਨਾ ਦਿਓ, 1.5 ਸਾਲ ਨਾ ਦਿਓ, ਅਸੀਂ ਕੋਈ ਫਾਈਨ ਪਰ ਲਗਾਇਆ। ਜੇ ਹੁਣ ਸਾਰੇ ਸਕੂਲ ਕਰੋਨਾ ਫਾਈਨ ਲਗਾਉਂਦੇ ਜੇ ਨੇ। ਕਰੋਨਾ ਦੇ ਅਸੀਂ ਕਰਕੇ ਕੋਈ ਸਾਰੇ fine ਦੁਨੀਆ ਦੇ ਵਿੱਚ ਮੰਦੀ ਆਈ ਆ, ਤੇ ਕੀ ਤੁਸੀਂ ਇੰਨੇ ਵੀ ਸਾਡੀ ਰਿਕੁਐਸਟ ਮੰਨ ਸਕਦੇ? ਇੱਕ ਮਿੰਟ, ਐਨੂਅਲ ਚਾਰਜ ਵੀ ਕਹਿੰਦੇ ਪੂਰਾ ਲੈਣਾ, ਸੌਫਟਵੇਅਰ ਚਾਰਜ ਬੰਦਾ ਗੱਲ ਕਰ ਰਿਹਾ, ਮੈਂ ਕੋਈ ਜਾਂਦੇ ਕਹਿੰਦੇ ਸਾਡਾ ਸੌਫਟਵੇਅਰ ਵੱਖਰਾ ਹੀ ਆ। ਆਪਣਾ ਮੈਂ ਯੂਜ਼ ਕਰ ਲਓ। ਇਟਸ ਓਕੇ ਵੀਰ ਜੀ, ਇਟਸ ਓਕੇ। ਇਹਨਾਂ ਦਾ ਦੁਨੀਆ ਤੋਂ ਵੱਖਰਾ ਕਿਹੜਾ ਸੌਫਟਵੇਅਰ ਚਾਰਜ ਆ ਜਿਹੜਾ 1 ਕਰੋੜ ਰੁਪਈਆ ਕਮਾਉਂਦੇ ਉਹਦੇ ਵਿੱਚੋਂ? ਜੇ 600 ਰੁਪਈਆ ਇੱਕ ਮੇਰੀ 6th ਵਿੱਚ ਕਲਾਸ 'ਚ ਗੁੜੀਆ ਸੀ, ਉਹਨੂੰ ਐਵਰੇਜ ਕਰਦੇ 1272 1500 ਦੇ ਵੀ ਗੁਣਾ ਮਲਟੀਪਲਾਈ ਕਰੀਏ ਤੇ 1 ਕਰੋੜ ਰੁਪਈਆ ਬਣਦਾ। ਉਹ ਕਿਹੜਾ ਮਾਈਕਰੋਸਾਫਟ ਚਾਰਜ ਹੈਗਾ ਤੁਸੀਂ 1 ਕਰੋੜ ਰੁਪਈਆ ਸਾਡੇ ਬੱਚਿਆਂ ਤੋਂ ਉਹ ਲੈ ਰਹੇ, ਸਾਡੇ ਤੋਂ ਵਸੂਲ ਰਹੇ ਆ। ਜੋ ਇੱਕ ਮਿੰਟ, ਜੇ ਤੁਸੀਂ ਸਰਵਿਸ ਦੋਗੇ, ਬੱਸਾਂ ਚੱਲਣਗੀਆਂ, ਅਸੀਂ ਕਿਰਾਇਆ ਦੇਵਾਂਗੇ, ਇੱਥੇ ਆ ਕੇ ਕੰਪਿਊਟਰ ਯੂਜ਼ ਕਰਨਗੇ ਬੱਚੇ, ਅਸੀਂ ਕੰਪਿਊਟਰ ਫੀਸ ਵੀ ਦੇਵਾਂਗੇ। ਫਿਲਹਾਲ ਜਦੋਂ ਆਨਲਾਈਨ ਹੀ ਕਲਾਸਾਂ ਚੱਲਦੀਆਂ, 2-2 3-3 ਮੋਬਾਈਲ ਫੋਨ, ਡਾਟਾ ਪੈਕ, ਫਿਰ ਰੇਂਜ ਨਹੀਂ ਮਿਲਦੀ। ਅਸੀਂ ਫੋਰਸ ਨਹੀਂ ਕਰ ਰਹੇ ਹੈਗੇ, ਤੁਸੀਂ ਨਹੀਂ ਫੋਰਸ ਆਪਣੇ 5 ਵਾਰੀ ਮੀਟਿੰਗ ਦੇ ਵਿੱਚ ਮੈਂ ਲਿਆ ਸੀ। ਸਾਰੇ ਕਹਿ ਰਹੇ ਹਾਂ, ਸਾਰਿਆਂ ਦੇ ਸਾਰੇ ਕਹਿ ਰਹੇ ਸੀ ਸਾਰਿਆਂ ਦੇ ਲਵਾਂਗੇ। ਮੈਡਮ ਜੀ ਪਲੀਜ਼ ਦੇਖੋ, ਸਾਡੇ ਦੁਆਬਾ ਪ੍ਰਧਾਨ ਨੇ, ਇਸ ਲਈ ਮੈਂ ਵਿੱਚ ਬੋਲਿਆ ਨਹੀਂ। ਮੈਂ ਆ ਜੋ ਕੁਝ ਹੋ ਰਿਹਾ ਇਹਨੂੰ ਚੰਗਾ ਨਹੀਂ ਸਮਝਦਾ। ਅਸੀਂ ਤੁਹਾਡੇ ਨਾਲ ਦਫ਼ਤਰ 'ਚ ਬੈਠਣਾ ਚਾਹੁੰਦੇ ਸੀ, ਪਰ ਨਹੀਂ ਪਲੀਜ਼ ਲਿਸਨ ਟੂ ਮਾਈ ਰਿਕੁਐਸਟ। ਮੈਂ ਇਦਾਂ ਨਹੀਂ, ਤੁਸੀਂ ਕਿਹਾ ਉਹ ਇੱਕ ਟਾਈਮ ਸੀ, ਉਹ ਇੱਕ ਟਾਈਮ ਪੀਰੀਅਡ ਸੀਗਾ। ਤੁਹਾਡੇ ਗੇਟਕੀਪਰ ਨੂੰ ਅਸੀਂ ਬੜੀ ਸਨਿਮਰ, ਇਹ ਸਾਰੇ ਪੱਤਰਕਾਰ ਵੀਰ ਸਨ, ਇਹਨਾਂ ਨੂੰ ਇੱਕੋ ਗੱਲ ਕਹੀ ਵੀ ਸਕੂਲ ਦੇ ਟਾਈਮ ਤੋਂ ਅਸੀਂ ਐਕਸਟਰਾ ਵੀ ਬੈਠ ਲਾਂਗੇ, ਐਤਵਾਰ ਕਹਿਣ ਐਤਵਾਰ ਬੈਠ ਲਾਂਗੇ, ਅਸੀਂ ਖੱਪ ਨਹੀਂ ਪਾਉਣਾ ਚਾਹੁੰਦੇ। ਨਹੀਂ ਮੈਡਮ ਪਲੀਜ਼ ਲਿਸਨ ਟੂ ਮਾਈ ਰਿਕੁਐਸਟ। ਇੱਕੋ ਗੱਲ ਅਸੀਂ ਕਹਿੰਦੇ ਸੀ ਵੀ ਅਸੀਂ ਆਹ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਜੋ ਬਣਿਆ, ਇਹ ਤੁਸੀਂ ਬਣਵਾਇਆ। ਕਿਉਂਕਿ ਮੈਂ ਇੱਕੋ ਗੱਲ ਕਹਿੰਦਾ ਸੀ ਵੀ ਚਲੋ ਪ੍ਰਿੰਸੀਪਲ ਮੈਡਮ ਨਹੀਂ, ਭਾਵੇਂ ਸਕੂਲ ਦੇ ਕੋਈ ਜਿਹੜੇ ਜ਼ਿੰਮੇਵਾਰ ਸਾਥੀ ਨੇ ਉਹ ਸਾਡੇ ਨਾਲ ਆ ਜਾਣ, ਅਸੀਂ 2-2 3-3 ਘੰਟੇ ਸ਼ਾਮ ਤੱਕ ਵੀ ਬਹਿ ਕੇ ਵੇਟ ਕਰ ਲਾਂਗੇ। ਸਾਰਿਆਂ ਨੂੰ ਮਿਲੇਗਾ ਕੰਸੈਸ਼ਨ ਵੈਰੀਫਾਈ ਕਰਨ ਤੋਂ ਬਾਅਦ। ਕੰਸੈਸ਼ਨ ਨਹੀਂ ਲੈਣਾ ਪਲੀਜ਼। ਕੰਸੈਸ਼ਨ ਦਵਾਂਗੇ ਕੰਸੈਸ਼ਨ ਦਵਾਂਗੇ, ਕੰਸੈਸ਼ਨ ਦੇ ਨਾਲ ਬੱਚਾ ਪੜਾਏਂਗੇ। ਉਹ ਤੁਸੀਂ ਜਿਹੜੀ ਸੌਟ ਸਰਵਿਸ ਕਰੋ ਲਵਾਂਗੇ ਉਹਦੀ ਪੇਮੈਂਟ ਕਰਾਂਗੇ। ਨਾ, ਅਸੀਂ ਫੀਸ ਮਾਫ ਕਰਵਾਉਣੀ ਹੈ। ਹਾਂ, ਇਹ ਨਾਲ ਧਿਆਨ ਰੱਖੋ, ਜਿਹੜੀ ਸਰਵਿਸ ਲਵਾਂਗੇ ਉਹਦੇ ਪੈਸੇ ਦਵਾਂਗੇ, ਅਸੀਂ ਵੀ ਸਰਵਿਸਿਜ਼ ਉਸ ਹਿਸਾਬ ਨਾਲ ਹੀ ਦਵਾਂਗੇ। ਠੀਕ ਹੈ ਜੀ, ਕੋਈ ਗੱਲ ਨਹੀਂ। ਨਹੀਂ ਕਹਿ ਰਿਹਾ ਮਾਈਕ ਦੇ ਵਿੱਚ। ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਕਿਤਾਬਾਂ ਫਸਟ ਤੋਂ ਲੈ ਕੇ +2 ਤੱਕ। ਤੁਹਾਡਾ ਸਕੂਲ ਆ, ਫਸਟ ਤੋਂ ਲੈ ਕੇ +2 ਤੱਕ ਮੈਂ ਇੰਟਰੋਡਿਊਸ ਕਰਾਉਣਾ। ਜੇ ਉਹਦੇ ਵਿੱਚ 50% ਡਿਸਕਾਊਂਟ ਨਾ ਦੇਵਾਂ ਤਾਂ ਤੁਸੀਂ ਜੋ ਕਹੋ ਕਰਨਾ ਮੈਂ ਦਊਂਗਾ। ਉਪਰੰਤ ਆਗੂਆਂ ਅਤੇ ਚੋਣਵੇਂ ਮਾਪਿਆਂ ਦੀ ਸਕੂਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਗੱਲਬਾਤ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੀਆਂ ਕਿਤਾਬਾਂ ਦੀ ਲਿਸਟ ਆਗੂਆਂ ਨੂੰ ਸੌਂਪੀ ਗਈ ਅਤੇ ਕਿਹਾ ਗਿਆ ਕਿ ਇਹ ਕਿਤਾਬਾਂ ਮਾਪੇ ਆਪਣੀ ਮਰਜ਼ੀ ਅਨੁਸਾਰ ਜਿੱਥੋਂ ਮਰਜ਼ੀ ਖਰੀਦ ਸਕਦੇ ਹਨ। ਸਕੂਲ ਫੀਸਾਂ ਅਤੇ ਐਨੂਅਲ ਚਾਰਜਸ ਦੇ ਮੁੱਦੇ ਤੇ ਦੋਵੇਂ ਧਿਰਾਂ ਆਪਣੇ ਆਪਣੇ ਪੱਖ ਦੀ ਡਟੀਆਂ ਰਹੀਆਂ। ਇਸ ਮਾਮਲੇ ਤੇ 26 ਅਪ੍ਰੈਲ ਨੂੰ ਮੁੜ ਮੀਟਿੰਗ ਕੀਤੇ ਜਾਣਾ ਤੈਅ ਕੀਤਾ ਗਿਆ। ਉਪਰੰਤ ਮਾਪਿਆਂ ਵੱਲੋਂ ਜਰਨੈਲ ਨੰਗਲ ਅਤੇ ਸਰੂਪ ਸਿੰਘ ਕੜਿਆਣਾ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਆਪਣਾ ਆਪਣਾ ਪੱਖ ਮੀਡੀਆ ਦੇ ਸਾਹਮਣੇ ਰੱਖਿਆ ਗਿਆ। ਔਰ ਇੱਥੋਂ ਦੇ ਮਾਪਿਆਂ ਦਾ ਮੈਂ ਧੰਨਵਾਦ ਕਰਦਾ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਔਰ ਕਿਉਂਕਿ ਕਰੋਨਾ ਦਾ ਦੌਰ ਜਿੱਥੇ ਚੱਲਿਆ, ਉੱਥੇ ਕਰੋਨਾ ਦੇ ਦੌਰ ਦੇ ਵਿੱਚ ਆਪਾਂ ਜਿੱਥੇ ਬੜੇ ਵੱਡੇ ਨੁਕਸਾਨ ਕਰਵਾਏ ਆ, ਉੱਥੇ ਨਾਲ ਦੀ ਨਾਲ ਸਾਨੂੰ ਕੁਝ ਫਾਇਦੇ ਵੀ ਹੋਏ ਆ। ਫਾਇਦੇ ਇਹ ਕਿ ਜਿੱਥੇ ਸਾਡਾ ਜਿਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਸੀ ਜਾ ਰਿਹਾ, ਉਹ ਗੱਲਾਂ ਵੱਲ ਸਾਡਾ ਜਿਹੜਾ ਆ ਉਹ ਧਿਆਨ ਗਿਆ। ਅੱਜ ਅਸੀਂ ਮਾਪਿਆਂ ਨੇ ਜਿਹੜਾ ਲੁੱਟ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਹੈ, ਉਹਦੇ ਵਿੱਚ ਅੱਜ ਜਿਹੜਾ ਐਨੂਅਲ ਚਾਰਜਸ ਸਕੂਲ ਵੱਲੋਂ ਜਿਹੜਾ ਆ ਧੱਕੇ ਦੇ ਨਾਲ ਵੱਡੀ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਕਿਤਾਬਾਂ ਦੇ ਵਿੱਚ ਲੁੱਟਿਆ, ਕਿਤਾਬਾਂ ਦੇ ਸੈੱਟ ਜਿਹੜੇ ਹੈਗੇ ਆ ਉਹ ਧੱਕੇ ਦੇ ਨਾਲ ਵੀ ਇੱਥੋਂ ਹੀ ਲਓ। ਔਰ ਤੀਸਰਾ ਜਿਹੜਾ ਫੀਸਾਂ ਦੇ ਵਿੱਚ ਬੇਤਹਾਸ਼ਾ ਵਾਧਾ,
ਔਰ ਇਦਾਂ ਦੇ ਦੌਰ ਦੇ ਵਿੱਚ ਜਿਹੜਾ ਫੀਸਾਂ ਮੰਥਲੀ ਚਾਰजेस ਵਧਾਤੇ ਹੈਗੇ ਆ। ਔਰ ਦੂਸਰਾ ਇਹਨਾਂ ਨੇ ਇੱਕ ਵੱਡੀ ਜਿਹੜੀ ਗੱਲ ਸਾਹਮਣੇ ਆਈ ਆ ਵੀ ਜਿਹੜੇ ਮੰਥਲੀ ਚਾਰजेस ਪਹਿਲਾਂ ਲਏ ਜਾਂਦੇ ਸੀ, ਟਿਊਸ਼ਨ ਫੀਸ ਲਈ ਜਾਂਦੀ ਸੀ, ਉਹਦੇ ਨਾਲ ਕੰਪਿਊਟਰ ਚਾਰजेस ਜਾਂ ਕੋਈ ਹੋਰ ਚਾਰजेस ਲਏ ਜਾਂਦੇ ਸੀਗੇ। ਲੇਕਿਨ ਇਸ ਵਾਰ ਜਿਹੜੀਆਂ ਸਲਿੱਪਾਂ ਇਹਨਾਂ ਨੇ ਬਣਵਾਈਆਂ ਉਹਦੇ ਵਿੱਚ ਕੋਈ ਚਾਰਜ ਅਲੱਗ ਨਹੀਂ ਕੀਤਾ। ਉਹਨਾਂ ਨੇ ਸਾਰੇ ਚਾਰजेस ਇੱਕ ਜਗ੍ਹਾ ਕਰਕੇ ਉਹਨੂੰ ਮੰਥਲੀ ਚਾਰਜ ਦੇ ਨਾਮ ਦੇ ਕੇ ਤਾਂ ਮਾਪਿਆਂ ਦੇ ਕੋਲੋਂ ਜਿਹੜਾ ਆ ਉਹਦੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹਦਾ ਖਿਲਾਫ ਅੱਜ ਮਾਪਿਆਂ ਨੇ ਇੱਕ ਇੱਥੇ ਇਕੱਠੇ ਹੋ ਕੇ, ਕਿਉਂਕਿ ਪਿਛਲੇ ਦਿਨੀ ਸਰਦਾਰ ਸਰੂਪ ਸਿੰਘ ਕੜਿਆਣਾ ਜੀ ਜਿਹੜੇ ਪਿਛਲੇ ਹਫਤੇ ਆਏ ਸੀਗੇ ਤੇ ਉਸ ਦਿਨ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਬੀਬੀ ਗਿੱਲ ਜੀ ਉਹ ਇੱਥੇ ਨਹੀਂ ਸੀਗੇ ਮਿਲੇ, ਉਹ ਸ਼ਾਇਦ ਇੱਧਰ ਚਲੇ ਗਏ ਕਿਸੇ ਪਾਸੇ। ਤਾਂ ਇੱਥੋਂ ਦੇ ਜਿਹੜੇ ਗੇਟਮੈਨ ਸੀ, ਸਿਕਿਉਰਿਟੀ ਇੰਚਾਰਜ ਸੀਗੇ, ਉਹਨਾਂ ਨੇ ਮਾਪਿਆਂ ਨਾਲ ਮਿਸਬਿਹੇਵ ਕੀਤਾ। ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੀਗੇ। ਅੱਜ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਹੋਈ ਹੈ, ਜ਼ਿੰਮੇਵਾਰ ਸਾਥੀਆਂ ਦੇ ਨਾਲ ਮੀਟਿੰਗ ਵੀ ਹੋਈ ਹੈ। ਤਾਂ ਅੱਜ ਉਹਨਾਂ ਨੇ ਸਾਡੇ ਕੋਲੋਂ 26 ਤਰੀਕ ਤੱਕ ਦਾ ਸਮਾਂ ਲਿਆ ਵੀ 10 ਦਿਨ ਦਾ ਟਾਈਮ ਦੇ ਦਿਓ। 10 ਦਿਨਾਂ ਦੇ ਬਾਅਦ ਅਸੀਂ ਜਿਹੜਾ ਹੈਗਾ ਆਪਣੀ ਮੈਨੇਜਮੈਂਟ ਦੇ ਨਾਲ ਗੱਲ ਕਰਕੇ ਜਿਹੜਾ ਤੁਹਾਨੂੰ ਆਪਣਾ ਅਗਲਾ ਜਿਹੜਾ ਜੋ ਵੀ ਅਸੀਂ ਡਿਸੀਜਨ ਲਵਾਂਗੇ ਤੁਹਾਨੂੰ ਉਹ ਤੋਂ ਜਾਣੂ ਕਰਵਾ ਦੇਵਾਂਗੇ। ਤਾਂ 26 ਤਰੀਕ ਨੂੰ ਦੁਬਾਰਾ ਸਵੇਰੇ 9 ਵਜੇ ਅਸੀਂ ਇੱਥੇ ਹੀ ਸਕੂਲ ਦੇ ਵਿੱਚ ਸਾਰੇ ਮਾਪੇ ਜਿਹੜੇ ਇਕੱਠੇ ਹੋਵਾਂਗੇ। ਔਰ 26 ਤਰੀਕ ਨੂੰ ਮੈਨੇਜਮੈਂਟ ਜਿਹੜੀ ਆ ਉਹ ਸਾਡੇ ਕੀ ਪੱਲੇ ਪਾਉਂਦੀ ਹੈ। ਅਸੀਂ ਕਿਹਾ ਵੀ ਅਸੀਂ ਫੀਸਾਂ ਵਿੱਚ ਕੀਤਾ ਹੋਇਆ ਵਾਧਾ ਜਿਹੜਾ ਉਹ ਨਹੀਂ ਦੇਣਾ। ਜਿਹੜੇ ਤੁਸੀਂ ਸਾਡੇ ਕੋਲੋਂ ਧੱਕੇ ਦੇ ਨਾਲ ਐਨੂਅਲ ਚਾਰजेस ਮੰਗ ਰਹੇ ਹੋ ਉਹ ਅਸੀਂ ਨਹੀਂ ਦੇਣੇ। ਜਿੰਨੀ ਤੁਸੀਂ ਸਾਨੂੰ ਸਰਵਿਸ ਪ੍ਰੋਵਾਈਡ ਕਰਾਓਗੇ, ਚਾਹੇ ਤੁਸੀਂ ਸਾਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹੋ ਤਾਂ ਅਸੀਂ ਤੁਹਾਨੂੰ ਟਿਊਸ਼ਨ ਫੀਸ ਦੇਵਾਂਗੇ, ਨਾ ਉਹਦੇ ਵਿੱਚ ਕੰਪਿਊਟਰ ਚਾਰजेस। ਇਹ ਕੋਈ ਸੌਫਟਵੇਅਰ ਚਾਰजेस ਇਹ ਲੈ ਰਹੇ ਆ ਔਰ ਜਿਹਦੇ ਵਿੱਚ ਮੋਟੀ ਕਮਾਈ ਆ। ਉਹ ਸੌਫਟਵੇਅਰ ਚਾਰजेस ਮੰਥਲੀ 600 ਰੁਪਈਆ ਸ਼ਾਇਦ ਇਹਨਾਂ ਕੋਲ ਵਸੂਲਿਆ ਜਾ ਰਿਹਾ। ਔਰ ਉਹ ਜਿਹੜਾ ਮੰਥਲੀ 600 ਰੁਪਈਆ ਕਿਸੇ ਸੌਫਟਵੇਅਰ ਦਾ ਚਾਰਜ ਜਿਹੜਾ ਮਾਪਿਆਂ ਨੂੰ ਪਤਾ ਹੀ ਨਹੀਂ ਵੀ ਕੀ ਹੈਗਾ, ਕਿਹੜਾ ਸੌਫਟਵੇਅਰ ਇਦਾਂ ਦਾ ਹੈਗਾ। ਤਾਂ ਇਹ ਸਾਰੇ ਚਾਰजेस ਜਿਹੜੇ ਹੈਗੇ ਆ, ਅਸੀਂ ਕਿਹਾ ਵੀ ਟਿਊਸ਼ਨ ਫੀਸ ਤੋਂ ਇਲਾਵਾ ਅਸੀਂ ਕੋਈ ਚਾਰਜ ਨਹੀਂ ਦੇਣਾ। ਤਾਂ ਅਸੀਂ ਉਹਦੇ ਲਈ ਜਿਹੜਾ ਅਸੀਂ 26 ਤਰੀਕ ਨੂੰ ਦੁਬਾਰਾ 9 ਵਜੇ ਦੀ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਮੈਨੂੰ ਇੰਨਾ ਟਾਈਮ ਦੇ ਦਿਓ, 10 ਦਿਨ ਦਾ ਸਮਾਂ ਮੰਗਿਆ। ਤਾਂ 26 ਤਰੀਕ ਨੂੰ ਦੁਬਾਰਾ ਜਿਹੜਾ ਹੈਗਾ ਉਹ ਬੈਠ ਕੇ ਗੱਲ ਕਰਾਂਗੇ। ਅੱਜ ਅਸੀਂ STS ਵਰਲਡ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਦੀ ਸਮੱਸਿਆ ਦਾ ਸਮਾਧਾਨ ਕਰਨ ਵਾਸਤੇ ਲੋਕ ਇਨਸਾਫ ਪਾਰਟੀ ਵੱਲੋਂ ਆਏ ਸੀ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਦੁਆਬਾ ਪ੍ਰੈਜ਼ੀਡੈਂਟ ਸ਼੍ਰੀਮਾਨ ਜਰਨੈਲ ਨੰਗਲ ਜੀ ਦਾ, ਜਿਨ੍ਹਾਂ ਨੇ ਲੋਕ ਇਨਸਾਫ ਪਾਰਟੀ ਦੀ ਤਰਫ ਤੋਂ ਅੱਜ ਦੇ ਇਸ ਪ੍ਰੋਟੈਸਟ ਦੀ ਅਗਵਾਈ ਕੀਤੀ ਆ। ਤੇ ਜੋ ਸਾਨੂੰ ਪ੍ਰਿੰਸੀਪਲ ਮੈਡਮ ਹੋਣਾ ਨੇ ਤੇ ਸਕੂਲ ਦੇ ਪ੍ਰਬੰਧ ਨੇ ਭਰੋਸਾ ਦਿੱਤਾ ਵੀ 26 ਤਰੀਕ ਤੱਕ ਨਾ ਤਾਂ ਕਿਸੇ ਬੱਚੇ ਕੋਲੋਂ ਕੋਈ ਫੀਸ ਮੰਗੀ ਜਾਏਗੀ, ਨਾ ਕਿਸੇ ਕੋਲੋਂ ਕੋਈ ਐਨੂਅਲ ਚਾਰਜ ਮੰਗਿਆ ਜਾਏਗਾ, ਨਾ ਕਿਸੇ ਨੂੰ ਕਿਤਾਬਾਂ ਵਾਸਤੇ ਫੋਰਸ ਕੀਤਾ ਜਾਏਗਾ। ਤੇ ਇਹਨਾਂ ਨੇ ਆਨਲਾਈਨ ਕਲਾਸ ਦੇ ਵਿੱਚ ਵੀ ਯੂਨੀਫਾਰਮ ਜਿਹੜੀ ਉਹ ਮਸਟ ਕੀਤੀ ਹੋਈ ਸੀ ਵੀ ਯੂਨੀਫਾਰਮ ਪਾ ਕੇ ਹੀ ਆਨਲਾਈਨ ਕਲਾਸ ਬੱਚਾ ਅਟੈਂਡ ਕਰੇ, ਉਹ ਗੱਲ ਵੀ ਉਹਨਾਂ ਨੇ ਕਾਟਾ ਮਾਰ ਦਿੱਤਾ। ਇਹ ਸਾਰੀਆਂ ਜਿੰਨੀਆਂ ਮੰਗਾਂ ਉਹਨਾਂ ਨੇ ਮੰਨੀਆਂ ਨੇ, ਇਸ ਗੱਲ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ। ਤੇ 26 ਤਰੀਕ ਤੱਕ ਜਿਹੜਾ ਸਕੂਲ ਦਾ ਅਗਲਾ ਪ੍ਰੋਗਰਾਮ ਹੋਏਗਾ ਉਹ ਅਸੀਂ ਬਹਿ ਕੇ ਸੁਣਾਂਗੇ। ਉਹ ਵੀ ਆਪਣੇ ਐਵੀਡੈਂਸ ਲੈ ਕੇ ਆਣਗੇ, ਉਹ ਆਪਣੇ ਵੱਲੋਂ ਆਪਣੀ ਸਮੱਸਿਆ ਜ਼ਾਹਰ ਕਰਦੇ ਆ ਵੀ ਕੱਲੀਆਂ ਫੀਸਾਂ ਦੇ ਨਾਲ, ਟਿਊਸ਼ਨ ਫੀਸ ਨਾਲ ਸਕੂਲ ਨਹੀਂ ਚੱਲਦਾ। ਉਹ ਅਗਲੀ ਇਹ ਫਰਿਆਦ ਚਾਹੇ ਸਰਕਾਰ ਨੂੰ ਕਰਨ, ਚਾਹੇ ਆਪਣੇ ਪ੍ਰਬੰਧ ਨੂੰ ਕਰਨ, ਪਰ ਮਾਪਿਆਂ ਦੀ ਇੱਕੋ ਹੀ ਮੰਗ ਹੈ ਕਿ ਅਸੀਂ ਟਿਊਸ਼ਨ ਫੀਸ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ। ਤਾਂ ਜਿਹੜੀ ਮੰਗ ਜਾਇਜ਼ ਵੀ ਬਣਦੀ ਹੈ, ਮੈਂ ਲੋਕ ਇਨਸਾਫ ਪਾਰਟੀ ਵੱਲੋਂ ਮਾਪਿਆਂ ਦੀ ਇਸ ਜਾਇਜ਼ ਮੰਗ ਦੇ ਨਾਲ ਸਮਰਥਨ ਕਰਦਾ ਤੇ ਅਸੀਂ ਪੇਰੈਂਟਸ ਦੇ ਨਾਲ ਹਮੇਸ਼ਾ ਖੜੇ ਹਾਂ। ਤੇ 26 ਤਰੀਕ ਨੂੰ ਵੀ ਅਸੀਂ ਇਸੇ ਤਰ੍ਹਾਂ ਪਾਰਟੀ ਵੱਲੋਂ ਆਪਣੇ ਵਰਕਰਾਂ ਸਮੇਤ ਆ ਕੇ ਇਹਨਾਂ ਦੇ ਨਾਲ ਖੜਾਂਗੇ। ਕਿਤਾਬਾਂ ਜਿਹੜੀਆਂ ਸਕੂਲ ਦੇ ਵਿੱਚੋਂ ਪੇਰੈਂਟਸ ਦਾ ਉਲਾਂਭਾ ਸੀ ਕਿ ਬਹੁਤ ਮਹਿੰਗੀਆਂ ਮਿਲਦੀਆਂ ਨੇ, ਪ੍ਰਿੰਟ ਰੇਟ ਦੇ ਉੱਤੇ ਮਿਲਦੀਆਂ ਨੇ। ਤੇ ਅਸੀਂ ਮੈਡਮਾਂ ਨੂੰ ਕਿਹਾ ਵੀ ਸਾਨੂੰ ਇੱਕ ਸੈੱਟ ਪ੍ਰੋਵਾਈਡ ਕਰੋ, ਅਸੀਂ ਇਹਦੇ ਨਾਲ ਦੇ ਸੈੱਟ ਮਾਰਕੀਟ ਦੇ ਵਿੱਚੋਂ ਪੁੱਛੀਏ ਵੀ ਕਿੰਨੇ % ਡਿਸਕਾਊਂਟ ਦੇ ਉੱਤੇ ਮਿਲਦੇ ਨੇ। ਤਕਰੀਬਨ ਸਾਨੂੰ ਆਪਣੇ ਆਪ ਵਿੱਚ ਖਦਸ਼ਾ ਹੈ ਵੀ 40-45% ਉਹ ਕਿਤਾਬਾਂ ਜਿਹੜੀਆਂ ਡਿਸਕਾਊਂਟ 'ਤੇ ਮਿਲਦੀਆਂ, ਉਹ ਇੱਕ ਬੱਚੇ ਨੂੰ ਬਾਅਦ ਵਿੱਚ ਅਸੀਂ ਗੁਣਾ ਕਰੀ ਜਾਈਏ ਵੀ ਕਿੰਨੀ ਟੋਟਲ ਸਟਰੈਂਥ ਹੈਗੀ ਇੱਥੇ ਦੀ, ਤੇ ਉਹ ਬੜੀ ਮੋਟੀ ਰਕਮ ਬਣਦੀ ਆ। ਤੇ ਇਹਨਾਂ ਨੇ ਸਾਨੂੰ ਕਿਤਾਬਾਂ ਦਾ ਸੈੱਟ ਤਾਂ ਨਹੀਂ ਦਿੱਤਾ, ਪਰ ਸਾਨੂੰ ਲਿਸਟ ਦੇ ਦਿੱਤੀ ਆ। ਉਹ ਲਿਸਟ ਦੇ ਅਕੋਰਡਿੰਗ ਅਸੀਂ ਬਾਜ਼ਾਰ ਦੇ ਵਿੱਚ ਸਟੱਡੀ ਕਰਾਂਗੇ ਤੇ ਉਹ ਕਿਤਾਬਾਂ ਜਦੋਂ ਅਸੀਂ ਆਪ ਉਹਨੂੰ ਕੈਲਕੂਲੇਟ ਕਰਕੇ ਦੇਖਾਂਗੇ ਕਿੰਨੇ ਦਾ ਸੈੱਟ ਬਣਦਾ। ਤੇ ਨਾਲ ਇੱਕ ਗੱਲ ਮੈਡਮ ਨੇ ਬੜੇ ਪਿਆਰ ਦੇ ਨਾਲ ਸਾਡੀ ਮੰਨੀ ਆ ਵੀ ਅੱਜ ਤੋਂ ਬਾਅਦ ਬੱਚਿਆਂ ਨੂੰ ਅਸੀਂ ਫੋਰਸ ਨਹੀਂ ਕਰਾਂਗੇ ਕਿ ਕਿਤਾਬਾਂ ਸਕੂਲ ਵਿੱਚੋਂ ਹੀ ਲਈਆਂ ਜਾਣ। ਉਹਨਾਂ ਨੇ ਲਿਸਟ ਦੇਤੀ ਆ ਤੇ ਉਹ ਕਹਿੰਦੇ ਜਿੱਥੋਂ ਮਰਜ਼ੀ ਲੈ ਲਓ। ਤੇ ਇਹ ਇੱਕ ਅੱਛਾ ਸਾਡੇ ਵਾਸਤੇ ਗੁੱਡ ਸਾਈਨ ਹੈ ਅੱਜ ਦੇ ਇਸ ਪ੍ਰੋਟੈਸਟ ਦਾ। ਜੇ ਸਾਨੂੰ ਇਹ ਮਿਲ ਜਾਂਦੀਆਂ ਨੇ ਤਾਂ ਬਹੁਤ ਵਧੀਆ ਗੱਲ ਹੈ। ਆਪਣੇ ਹਲਕੇ ਵਿੱਚ ਹੋਰ ਵੀ ਬਹੁਤ ਸਾਰੇ ਸਕੂਲ ਆਪਣੇ ਹਲਕੇ ਦੀ ਮੈਨੂੰ ਲੱਗਦਾ ਇਹ ਸਾਰੀਆਂ ਪਾਰਟੀ ਤੁਹਾਡੀ ਜਿਹੜੀ ਲੋਕ ਸਭਾ ਪਾਰਟੀ ਆ ਇਹਨੇ ਮੁੱਦਾ ਚੱਕਿਆ। ਬਾਕੀ ਸਕੂਲਾਂ ਦੇ ਜਿਹੜੇ ਕਿਉਂਕਿ ਮਸਲਾ ਇੱਕ ਸਕੂਲ ਦਾ ਨਹੀਂ ਸਾਰਿਆਂ ਦਾ, ਉਹਨੂੰ ਕਿੱਦਾਂ ਦੇਖਦੇ ਤੇ ਕੀ ਅਗਲੀ ਕਾਰਵਾਈ? ਤੁਹਾਡਾ ਬਹੁਤ ਵਧੀਆ ਸਵਾਲ ਹੈ। ਅਸਲ ਮੈਨੇ ਵਿੱਚ ਅਸੀਂ ਜਿਨ੍ਹਾਂ ਦੇ ਨਾਲ ਖੜਨਾ ਹੁੰਦਾ ਉਹਨਾਂ ਮਾਪਿਆਂ ਨੂੰ ਪਹਿਲ ਕਰਨੀ ਚਾਹੀਦੀ ਆ। ਉਹ ਸਾਨੂੰ ਕਾਲ ਕਰਨ, ਅਸੀਂ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਆ।
ਜੇ ਅਸੀਂ ਆਪਣੇ ਤੌਰ ਤੇ ਕਿਸੇ ਸਕੂਲ ਦੇ ਸਟਾਫ ਨੂੰ ਜਾ ਕੇ ਘੇਰਾ ਪਾਉਂਦੇ, ਉਹ ਸਟਾਫ ਕਹਿੰਦਾ ਜੀ ਕਿਹਨਾਂ ਦੀ ਗੱਲ ਕਰਦੇ ਹੋ, ਕਿਹੜੇ ਬੱਚੇ ਦੀ ਗੱਲ ਕਰਦੇ ਹੋ, ਕਿਹੜੇ ਮਾਂ-ਬਾਪ ਦੀ ਗੱਲ ਕਰਦੇ ਹੋ। ਸੋ ਮੈਂ ਤਾਂ ਬਾਕੀ ਸਕੂਲਾਂ ਦੇ ਵੀ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਆਪ ਵੀ ਕਈਆਂ ਨੂੰ ਮਿਲਦਾ ਵੀ ਤੁਸੀਂ ਕਰੋ ਪ੍ਰੋਟੈਸਟ। ਜਿਵੇਂ ਸਾਨੂੰ DAV ਸਕੂਲ ਫਲੋਰ ਦੀ ਕਾਲ ਆਈ ਆ, ਉਹਦੇ ਵਿੱਚ ਅਸੀਂ 2-3 ਦਿਨਾਂ ਦੇ ਵਿੱਚ ਉੱਥੇ ਆਪਣੀ ਰਣਨੀਤੀ ਬਣਾ ਰਹੇ ਹਾਂ। ਜਿੱਥੇ ਜਿੱਥੇ ਮਾਪੇ ਸਾਨੂੰ ਸੰਪਰਕ ਕਰ ਰਹੇ ਆ, ਅਸੀਂ ਮਾਂ-ਬਾਪ ਦੇ ਨਾਲ ਖੜੇ ਹਾਂ। ਅੱਜ ਜਿੱਦਾਂ ਤੈਅ ਕੀਤਾ ਸੀਗਾ ਇਹਨਾਂ ਨੇ ਕਿ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਆ, ਉਹ ਪੂਰੇ ਆਪਣੇ ਨਿਰਧਾਰਿਤ ਟਾਈਮ ਤੇ ਸਕੂਲ 9 ਵਜੇ ਪਹੁੰਚ ਗਏ ਸੀਗੇ। ਤੇ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਸੀ ਕਿ ਜਿਹੜੇ ਪੇਰੈਂਟਸ ਜ਼ਰੂਰਤਮੰਦ ਨੇ, ਜੈਨੂਇਨ ਕੇਸਿਸ ਨੇ, ਉਹਨਾਂ ਦੀ ਅਸੀਂ ਪੂਰੀ ਮਦਦ ਕਰਾਂਗੇ। ਅਸੀਂ ਉਹਨਾਂ ਦੀਆਂ ਫੀਸਿਸ ਮਾਫ ਕਰ ਦਾਂਗੇ। ਉਹਨਾਂ ਦੀ ਇਨਫੈਕਟ ਉਹ ਐਨੂਅਲ ਚਾਰजेस ਕਹਿ ਰਹੇ, ਉਹਨਾਂ ਦੀ ਪੂਰੀ ਫੀਸ ਮਾਫ ਕਰ ਦਾਂਗੇ। ਬਟ ਉਹ ਸਾਨੂੰ ਆਫਟਰ ਪ੍ਰੋਪਰ ਵੈਰੀਫਿਕੇਸ਼ਨ ਵੀ ਨੀਡ ਡਾਕੂਮੈਂਟੇਸ਼ਨ ਫॉर दैट। ਉਹ ਸਾਨੂੰ ਡਾਕੂਮੈਂਟਸ ਜਿਹੜੇ ਸਾਨੂੰ ਚਾਹੀਦੇ ਨੇ ਪ੍ਰੋਵਾਈਡ ਕਰ ਦੇਣ। ਅਸੀਂ ਉਸ ਤੋਂ ਸਿਵਾਏ ਜਿੱਦਾਂ ਵੀ ਵੈਰੀਫਾਈ ਕਰਨਾ ਹੈ, ਚਾਹੇ ਅਸੀਂ ਫੀਲਡ ਵਿਜ਼ਿਟ ਕਰੀਏ, ਚਾਹੇ ਅਸੀਂ ਉਹਨਾਂ ਦੇ ਘਰ ਜਾਈਏ, ਚਾਹੇ ਅਸੀਂ ਉਹਨਾਂ ਦੇ ਨੇਬਰਸ ਤੋਂ ਉਹਨਾਂ ਦੀ ਮਾਲੀ ਹਾਲਤ ਦੇ ਬਾਰੇ ਪੁੱਛੀਏ, ਉਹ ਸਾਡੇ ਲੈਵਲ ਤੇ ਅਸੀਂ ਸਾਡੇ ਲਈ ਕੰਮ ਜ਼ਰੂਰ ਜ਼ਿਆਦਾ ਹੋ ਜਾਏਗਾ। ਸਾਡੇ ਕੋਲ ਮੈਨ ਪਾਵਰ ਦੀ ਕੋਈ ਕਮੀ ਨਹੀਂ, ਬੰਦੇ ਬਥੇਰੇ ਨੇ। ਅਸੀਂ ਬੰਦਿਆਂ ਦੀ ਡਿਊਟੀਜ਼ ਲਾ ਦੇਣੀਆਂ ਪਿੰਡਾਂ 'ਚ ਜਾ ਕੇ, ਉਹ ਵੈਰੀਫਾਈ ਕਰ ਦੇਣਗੇ। ਜਿੱਦਾਂ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਪੂਰੀ ਫੀਸ ਮਾਫ ਕਰ ਦੇਣੀ ਹੈ। ਸ਼ਰਤ ਸਿਰਫ ਜੈਨੂਇਨ ਕੇਸਿਸ ਦੀ ਹੈ, ਜਿਹੜੇ ਵਾਕਈ ਜ਼ਰੂਰਤਮੰਦ ਨੇ ਉਹਨਾਂ ਦੇ ਨਾਲ ਅਸੀਂ ਖੜੇ ਹਾਂ। ਇੱਕ ਹੋਰ ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਜਿਹੜੀ ਫੀਸ ਜਿਹੜਾ ਯੂਨੀਫਾਰਮ ਹੈ ਨਾਲ ਬੁੱਕਸ ਹੈ, ਉਹ ਕਾਫੀ ਕਾਸਟਲੀ ਦੇ ਰਹੇ ਤੇ ਸਕੂਲ ਕੋਲੋਂ ਦੇ ਰਹੇ, ਸਕੂਲ ਤੋਂ ਲੋਨ ਕਰੇ। ਐਸੀ ਕੋਈ ਗੱਲ ਨਹੀਂ ਹੈਗੀ, ਨਾ ਹੀ ਅਸੀਂ ਸਕੂਲ ਤੋਂ ਦੇ ਰਹੇ ਹਾਂ। ਅਸੀਂ ਲਿਸਟਾਂ ਦੇ ਦਿੱਤੀਆਂ ਹੋਈਆਂ ਨੇ। ਲਿਸਟਾਂ ਮਾਈ ਹੀਰਾ ਗੇਟ 'ਚ ਜਾ ਕੇ ਸਾਰਾ ਕੁਝ ਅਵੇਲੇਬਲ ਹੈਗਾ ਆ। ਉਹ ਉੱਥੋਂ ਜਿੱਦਾਂ ਮਰਜ਼ੀ ਲੈ ਲੈਣ, ਜਦੋਂ ਮਰਜ਼ੀ ਲੈ ਲੈਣ, ਉਹਦੇ ਵਿੱਚ ਸਾਡਾ ਕੋਈ ਰੋਲ ਹੈ ਨਹੀਂਗਾ। ਬਟ ਇਹ ਪੇਰੈਂਟਸ ਨੇ ਹੀ ਕਿਹਾ ਸੀਗਾ ਕਿ ਅਸੀਂ ਦਿਹਾਤੀ ਲੋਕ ਹੈਗੇ ਆ, ਰੂਰਲ ਏਰੀਆ, ਸਾਨੂੰ ਜਲੰਧਰ ਜਾਣਾ ਥੋੜਾ ਮੁਸ਼ਕਿਲ ਹੋ ਜਾਂਦਾ ਆ, ਕਿਉਂਕਿ ਜਦੋਂ ਜਲੰਧਰ ਜਾ ਕੇ ਉਹ ਬੁੱਕਸ ਲੈਂਦੇ ਨੇ, ਕਈ ਵਾਰ ਪੂਰਾ ਸੈੱਟ ਨਹੀਂ ਅਵੇਲੇਬਲ ਹੁੰਦਾ, ਫਿਰ ਉਹਨਾਂ ਨੂੰ 2 ਜਾਂ 3 ਚੱਕਰ ਲਗਾਉਣੇ ਪੈਂਦੇ ਨੇ ਵੀ ਤੁਸੀਂ ਸਾਡੀ ਜ਼ਰੂਰਤਾਂ ਪੂਰੀਆਂ ਕਰਕੇ ਨੇੜੇ ਤੇੜੇ ਕਿਤੇ ਬੁੱਕ ਸ਼ਾਪ ਸਾਨੂੰ ਦੱਸ ਦਿਓ। ਅਸੀਂ ਗੁਰਾਇਆ ਦਾ ਇਹਨਾਂ ਨੂੰ ਨੇੜੇ ਤੇੜੇ ਬੁੱਕ ਸ਼ਾਪ ਦੱਸੀ ਸੀਗੀ। ਜੇ ਇਹ ਉੱਥੋਂ ਲੈਣਾ ਚਾਹੁੰਦੇ, ਇਹਨਾਂ ਦੀ ਮਰਜ਼ੀ ਹੈ, ਨਹੀਂ ਲੈਣਾ ਚਾਹੁੰਦੇ, ਐਸੀ ਕੋਈ ਗੱਲ ਨਹੀਂ ਹੈ, ਇਹ ਜਿੱਥੋਂ ਮਰਜ਼ੀ ਲੈ ਲੈਣ। ਐਂਡ ਮੈਂ ਇਹੀ ਦੱਸ ਰਹੀ ਹਾਂ ਕਿ ਅਵੇਲੇਬਲ ਮਾਈ ਹੀਰਾ ਗੇਟ ਤੋਂ ਸਾਰੀਆਂ ਬੁੱਕਸ ਅਵੇਲੇਬਲ ਹੁੰਦੀਆਂ ਨੇ, ਉੱਥੋਂ ਲੈ ਲੈਣ। ਇੱਕ ਹੋਰ ਉਹਨਾਂ ਨੇ ਮੰਗ ਰੱਖੀ ਸੀ ਕਿ ਜਿਹੜੇ ਆਨਲਾਈਨ ਕਲਾਸਿਸ ਹੈ, ਉਹਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਯੂਨੀਫਾਰਮ ਪਾ ਕੇ ਬੱਚਾ ਕਲਾਸ ਅਟੈਂਡ ਕਰੂਗਾ, ਉਹਨਾਂ ਦਾ ਵੀ ਉਹਨਾਂ ਨੇ ਵਿਰੋਧ ਕੀਤਾ ਸੀਗਾ ਕਿ ਅਸੀਂ ਇਹ ਨਹੀਂ ਕਰ ਸਕਦੇ। ਹਾਂ, ਬਿਕੋਜ਼ ਉਹ ਮੈਂ ਦੱਸਿਆ ਸੀ ਕਿ ਜਿਹੜੀਆਂ ਕਲਾਸਿਸ ਹੁੰਦੀਆਂ ਨੇ ਸਵੇਰੇ ਲੱਗਦੀਆਂ ਨੇ। ਸਵੇਰੇ ਬੱਚੇ ਜਿਹੜੇ ਨੇ ਉਹ ਸੁੱਤੇ ਰਹਿੰਦੇ ਨੇ। ਹੁਣ ਘਰ, ਕਿਉਂਕਿ ਸਾਲ ਹੋ ਗਿਆ ਬੱਚਿਆਂ ਨੂੰ ਘਰ ਰਹਿੰਦਿਆਂ ਨੂੰ, ਉਹ ਥੋੜ੍ਹੇ ਜਿਹੇ ਲੇਜ਼ੀ ਵੀ ਹੋ ਗਏ ਨੇ। ਔਰ ਸਕੂਲ ਦੇ ਮਾਹੌਲ ਵਿੱਚ ਆਉਂਦੇ ਪੜ੍ਹਾਈ ਦੇ ਮਾਹੌਲ 'ਚ ਆਉਂਦੇ ਉਹਨਾਂ ਨੂੰ ਥੋੜ੍ਹਾ ਟਾਈਮ ਲੱਗ ਜਾਂਦਾ ਆ। ਤੇ ਜੇ ਉਹ ਸਵੇਰੇ ਉੱਠ ਕੇ ਥੋੜ੍ਹੇ ਚੁਸਤ ਹੋਣਗੇ, ਥੋੜ੍ਹਾ ਨਹਾ ਧੋ ਕੇ ਆਪਣੀ ਯੂਨੀਫਾਰਮ ਬਦਲਣਗੇ, ਤੇ ਉਹਦੇ ਨਾਲ ਇੱਕ ਸਕੂਲ ਦਾ ਮਾਹੌਲ ਕ੍ਰੀਏਟ ਹੋ ਜਾਏਗਾ। ਇੱਕ ਫੀਲਿੰਗ ਆ ਜਾਂਦੀ ਹੈ ਕਿ ਹਾਂ ਅਸੀਂ ਸਕੂਲ ਦੀ ਵਰਦੀ ਪਾ ਕੇ ਬੈਠੇ ਹਾਂ। ਨਵੀਂ ਵਰਦੀ ਲੈਣ ਨੂੰ ਨਹੀਂ ਮੈਂ ਕਿਹਾ, ਚਾਹੇ ਪੁਰਾਣੀ ਵਰਦੀ ਲੈ ਲੈਣ, ਚਾਹੇ ਉੱਚੀ ਵਰਦੀ ਪਾ ਲੈਣ, ਪਰ ਪੇਰੈਂਟਸ ਥੋੜ੍ਹਾ ਜਿਹਾ ਇਹ ਦੇਖ ਲੈਣ ਕਿ ਨਹਾ ਧੋ ਕੇ ਪਾਉਣ, ਤਾਂ ਕਿ ਚੁਸਤੀ ਬੱਚੇ ਵਿੱਚ ਆਵੇ। ਨੀਚੇ ਨਹੀਂ ਦਿਸਦਾ ਹੈਗਾ। ਕਈ ਪੇਰੈਂਟਸ ਕਹਿੰਦੇ ਸੀ ਜੀ ਨੀਚੇ ਤਾਂ ਦਿਸਦਾ ਨਹੀਂ, ਨੀਚੇ ਬੱਚਿਆਂ ਨੇ ਕੁਛ ਨਹੀਂ ਪਾਇਆ ਹੁੰਦਾ, ਉਹਨਾਂ ਨੇ ਆਪਣੇ ਪਜਾਮੇ ਹੀ ਪਾਏ ਹੁੰਦੇ, ਸਿਰਫ ਉੱਪਰ ਸ਼ਰਟ ਚੇਂਜ ਕਰਦੇ। ਕੋਈ ਗੱਲ ਨਹੀਂ, ਸਾਨੂੰ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਜੇ ਪੇਰੈਂਟਸ ਸਾਡਾ ਸਾਥ ਦੇਣਗੇ ਤਾਂ ਹੀ ਬੱਚੇ ਦੀ ਅਸੀਂ ਅੱਗੇ ਪਰਵਰਿਸ਼ ਵਿੱਚ ਹੈਲਪ ਹੋ ਸਕਦੀ ਹੈ ਨਾ। ਅਸੀਂ ਤਾਂ ਇੱਕ ਚੀਜ਼ ਲਾਗੂ ਕਰਤੀ ਹੈ, ਪਰ ਉਹ ਘਰ ਵਿੱਚ ਹੁਣ ਅਸੀਂ ਘਰ ਜਾ ਕੇ ਤਾਂ ਦੇਖ ਨਹੀਂ ਸਕਦੇ ਨਾ, ਤੇ ਉਹ ਪੇਰੈਂਟ ਨੂੰ ਸਾਡਾ ਸਹਿਯੋਗ ਦੇਣਾ ਪਏਗਾ। ਜਿਹੜਾ ਪੇਰੈਂਟ ਲੱਗਦਾ ਹੈ ਪੇਰੈਂਟ ਨੂੰ ਕਿ ਅਸੀਂ ਯੂਨੀਫਾਰਮ ਪਾ ਕੇ ਬੱਚੇ ਨੂੰ ਨਹੀਂ ਬਿਠਾਉਣਾ, ਕੋਈ ਗੱਲ ਨਹੀਂ, ਨਾ ਬਿਠਾਓ, ਅਸੀਂ ਕੋਈ ਜ਼ਬਰਦਸਤੀ ਨਹੀਂ ਕਰ ਰਹੇ। ਬਟ ਉਹਦੇ ਨਾਲ ਬੱਚੇ ਦੀ ਪੜ੍ਹਾਈ ਤੇ ਹੀ ਅਸਰ ਪੈਂਦਾ। ਬੱਚਾ ਸਲੋ ਹੋਏਗਾ, ਲੇਜ਼ੀ ਹੋਏਗਾ। ਜਿਹੜਾ ਬੱਚਾ ਯੂਨੀਫਾਰਮ ਪਾ ਕੇ ਨਹਾ ਧੋ ਕੇ ਚੁਸਤ ਹੋ ਕੇ ਬੈਠੇਗਾ, ਉਹਦਾ ਕਨਸੈਪਟ ਜ਼ਿਆਦਾ ਕਲੀਅਰ ਹੋਏਗਾ। ਔਰ ਜਿਹੜਾ ਲੇਜ਼ੀ ਹੋ ਕੇ ਅੱਧਾ ਸੁੱਤਾ ਅੱਧਾ ਜਾਗਦਾ ਬੈਠੇਗਾ, ਤੇ ਇਟ ਇਜ਼ ਅਪ ਟੂ ਦਾ ਪੇਰੈਂਟਸ। ਜੋ ਪੇਰੈਂਟਸ ਚਾਹੁੰਦੇ ਆ ਪੇਰੈਂਟਸ ਉਸ ਤਰ੍ਹਾਂ ਕਰ ਲੈਣ। ਨੈਕਸਟ ਮੀਟਿੰਗ ਹੁਣ 26 ਤੇ ਰੱਖੀ ਹੈ, ਲੇਕਿਨ ਉਹਨਾਂ ਦੇ ਪੇਰੈਂਟਸ ਦੀ ਡਿਮਾਂਡ ਤਾਂ ਇਹ ਹੈ ਕਿ ਅਸੀਂ ਐਨੂਅਲ ਨਹੀਂ ਦੇਵਾਂਗੇ। ਇੱਕ ਜਿੱਦਾਂ ਪਹਿਲਾਂ ਤਾਂ ਫੀਸ ਬੁੱਕ ਵੀ ਦਿਖਾ ਰਹੇ ਸੀਗੇ, ਲਾਸਟ ਟਾਈਮ ਜਿਹੜੀ ਫੀਸ ਸੀਗੀ ਉਹ 865 ਰੁਪਏ ਸੀ, ਤੇ ਐਤਕੀ 1700 ਰੁਪਏ ਕਹਿੰਦੇ ਸਾਡੇ ਕੋਲ ਲਿਆ ਜਾ ਰਿਹਾ, ਡਬਲ ਕਰ ਦਿੱਤੀ ਹੈ ਫੀਸ। ਉਹ ਕੀ ਹੈ? ਉਹਦੇ ਵਿੱਚ ਪੇਰੈਂਟਸ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ। ਸਾਡੀ ਜਿਹੜੀ ਟੋਟਲ ਫੀਸ ਹੈਗੀ ਹੈ, ਸਾਡੀ ਕੋਈ ਬਹੁਤ ਜ਼ਿਆਦਾ ਫੀਸ ਨਹੀਂ ਹੈਗੀ ਹੈ। ਮੈਂ ਇਨਫੈਕਟ ਪਿਛਲੀ ਵਾਰ ਵੀ ਇਹ ਦਿਖਾਇਆ ਸੀਗਾ, ਤਾਂ ਇਸ ਵਾਰ ਵੀ ਦਿਖਾ ਰਹੀ ਹਾਂ ਕਿ ਸਾਡੀ ਜਿਹੜੀ ਟੋਟਲ ਫੀਸ ਹੈਗੀ ਹੈ ਪ੍ਰੀ ਨਰਸਰੀ ਦੀ 11,000 ਰੁਪਇਆ ਹੈ। 11,000 ਨੂੰ ਤੁਸੀਂ 12 ਨਾਲ ਡਿਵਾਈਡ ਕਰ ਦਿਓ, ਤਾਂ ਮਹੀਨੇ ਦੀ ਜਿਹੜੀ ਫੀਸ ਹੈਗੀ ਹੈ ਮੰਥਲੀ, ਉਹ 1,000 ਰੁਪਇਆ ਹੀ ਬਣਦੀ ਹੈ।
ਤੇ ਜੇ ਇੰਨੀ ਫੀਸ ਪੇਰੈਂਟ ਟੋਟਲ ਫੀਸ ਦਾ ਜੇ 1000 ਰੁਪਇਆ ਬਣਦੀ ਹੈ, ਨਰਸਰੀ ਦੀ 1500 ਬਣਦੀ ਹੈ, LKG ਦੀ 1700 ਬਣਦੀ ਹੈ, UKG ਦੀ 1750 ਬਣਦੀ ਹੈ, ਇਹ ਜਿਹੜੀ ਫੀਸ ਹੈਗੀ ਇਹ ਟੋਟਲ ਫੀਸ ਹੀ ਹੈ। ਬਿਕੋਜ਼ ਫੀਸ ਦੇ ਸਬ ਹੈਡਿੰਗਸ ਨੇ ਹੁੰਦੇ ਨੇ ਕਿ ਐਡਮਿਸ਼ਨ ਫੀ ਲਾ ਲਈ ਜਾਂ ਐਨੂਅਲ ਚਾਰजेस ਲਗਾ ਲਏ, ਇਹ ਫੀਸ ਦੀਆਂ ਸਬ ਹੈਡਿੰਗਸ ਨੇ। ਫੀਸ ਇੱਕ ਹੈਡਿੰਗ ਹੈ, ਉਸ ਫੀਸ ਦੇ ਹੈਡਿੰਗ ਦੇ ਅੰਡਰ ਅਲੱਗ-ਅਲੱਗ ਸਬ ਹੈਡਿੰਗਸ ਨੇ। ਹੁਣ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਕਿ ਜਿਹੜੀ ਫੀਸ 2019-20 ਦੀ ਫੀਸ ਸੀਗੀ ਉਹ ਫੀਸ ਲੈ ਸਕਦੇ ਆ ਸਕੂਲ 5 ਇੰਸਟਾਲਮੈਂਟਸ ਤੇ 19-20 ਦੀ ਜਿਹੜੀ ਫੀਸ ਹੈ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਮੈਂਸ਼ਨ ਕੀਤਾ ਕਿ ਐਡਮਿਸ਼ਨ ਚਾਰजेस ਲੈ ਸਕਦੇ ਆ ਜਾਂ ਟਿਊਸ਼ਨ ਫੀ ਲੈ ਸਕਦੇ ਆ ਜਾਂ ਉਹਨਾਂ ਨੇ ਫੀਸ ਸਟਰਕਚਰ ਹੀ ਕਿਹਾ ਹੋਇਆ ਕਿ ਫੀਸ ਲੈਣੀ ਹੈਗੀ ਹੈ। ਤਾਂ ਫੀਸ ਦੇ ਅੱਗੇ ਬੇਸਿਕ ਜਿਹੜੇ ਸਟਰਕਚਰਸ ਨੇ ਉਹ ਕਿਸੇ ਸਕੂਲ, ਕੋਈ ਸਕੂਲ ਉਹਨੂੰ ਬਿਲਡਿੰਗ ਫੰਡ ਕਹਿ ਦਿੰਦਾ ਹੈ, ਕੋਈ ਉਹਨੂੰ ਮੇਨਟੇਨੈਂਸ ਫੰਡ ਕਹਿ ਦਿੰਦਾ ਹੈ, ਕੋਈ ਉਹਨੂੰ ਐਨੂਅਲ ਡਿਵੈਲਪਮੈਂਟ ਚਾਰजेस ਕਹਿ ਦਿੰਦਾ ਹੈ। ਉਹ ਅਲੱਗ-ਅਲੱਗ ਨਾਮ ਹੈਗੇ ਨੇ ਬਟ ਦੈਟ ਇਜ਼ ਪਾਰਟ ਆਫ ਦ ਫੀਸ। ਹੁਣ 26 ਤਰੀਕ ਦੀ ਮੀਟਿੰਗ ਰੱਖੀ ਹੈ ਜੀ। ਔਰ ਜਿਹੜੀ ਅਸੀਂ ਫੀਸ ਹੈਗੀ ਆ, ਫੀਸ ਅਸੀਂ 8% ਤੋਂ ਲੈ ਕੇ 10% ਤੱਕ ਹੀ ਵਧੀ ਹੈ, ਇਸ ਤੋਂ ਵੱਧ ਫੀਸ ਹੈ ਨਹੀਂ, ਜਿਹੜੀ ਕਿ ਅਕੋਰਡਿੰਗ ਟੂ CBSE ਰੂਲਸ ਹੈ। ਹੁਣ 26 ਦੀ ਦੁਬਾਰਾ ਮੀਟਿੰਗ ਰੱਖੀ ਹੈ ਉਹਨਾਂ ਨੇ। ਹਾਂਜੀ, ਪਰ ਡਿਮਾਂਡ ਤਾਂ ਫਿਰ ਉਹਨਾਂ ਦੀ ਇਹ ਹੈ ਕਿ ਅਸੀਂ ਦੇ ਹੀ ਨਹੀਂ ਸਕਦੇ ਹੈਗੇ, ਐਨੂਅਲ ਚਾਰਜ ਦੇਣੇ ਨੇ, ਤੁਸੀਂ ਡਿਵਾਈਡ ਕਰ ਦਿੱਤੇ 12 ਮੰਥ ਦੇ ਵਿੱਚ। ਪਰ ਉਹਨਾਂ ਦੀ ਡਿਮਾਂਡ ਫਿਰ ਇਹੀ ਹੈ ਕਿ ਅਸੀਂ ਨਹੀਂ ਦੇਣੇ। ਉਹਨਾਂ ਨੇ ਨਹੀਂ ਦੇਣੇ ਹੈਗੇ। ਉਹਨਾਂ ਨੇ ਜਦੋਂ ਇਹ ਠਾਣ ਹੀ ਲਿਆਇਆ ਕਿ ਅਸੀਂ ਪੈਸੇ ਨਹੀਂ ਦੇਣੇ ਹੈ ਤਾਂ ਉਹਨਾਂ ਦੀ ਉਹ ਮਰਜ਼ੀ ਹੈ। ਕਿਉਂਕਿ ਹੁਣ ਜਦੋਂ ਮੀਟਿੰਗ ਹੋਈ ਸੀ ਉਹ ਆਪ ਕਹਿ ਕੇ ਗਏ ਸੀ, ਮੈਂ ਕਿਹਾ ਜੇ ਅਸੀਂ ਵੈਰੀਫਾਈ ਕਰਾਂਗੇ ਉਸ ਹਿਸਾਬ ਨਾਲ ਤੁਹਾਨੂੰ ਜਿਹੜੇ ਜ਼ਰੂਰਤਮੰਦ ਨੇ, ਜੈਨੂਇਨ ਕੇਸਿਸ ਨੇ, ਉਹਨਾਂ ਨੂੰ ਅਸੀਂ ਪੂਰੀ ਫੀਸ ਵੀ ਮਾਫ ਕਰ ਦੇਵਾਂਗੇ। ਸਾਡੇ ਕੋਲ ਆਲਰੇਡੀ ਕੰਸੈਸ਼ਨਸ ਵਾਲੀ ਫਾਈਲ ਰੱਖੀ ਹੋਈ ਹੈ, ਅਸੀਂ ਲੱਖਾਂ ਰੁਪਏ ਮਾਫ ਕਰਦੇ ਹਾਂ ਬੱਚਿਆਂ ਨੂੰ। ਪੂਰੀ ਫਾਈਲ ਮੇਰੇ ਕੋਲ ਪਈ ਹੈਗੀ ਹੈ, ਜੇ ਕੋਈ ਵੀ ਦੇਖਣਾ ਚਾਹੇ ਕਿ ਕਿਹੜੇ ਕੰਸੈਸ਼ਨ ਦਿੰਦੇ, 50% ਕੰਸੈਸ਼ਨ ਦਿੰਦੇ ਆ, 20% ਕੰਸੈਸ਼ਨ ਦਿੰਦੇ ਆ, 100% ਕੰਸੈਸ਼ਨ ਦਿੰਦੇ ਆ। ਬਹੁਤ ਸਾਰੇ ਕੰਸੈਸ਼ਨਸ ਅਸੀਂ ਆਲਰੇਡੀ ਦੇ ਰਹੇ ਹਾਂ। ਪਰ ਜਿਹੜੇ ਜੈਨੂਇਨ ਕੇਸਿਸ ਨੇ, ਹੁਣ ਇਹਨਾਂ ਵਿੱਚੋਂ ਵੀ ਜਿਹੜੇ ਜੈਨੂਇਨ ਕੇਸਿਸ ਹੋਣਗੇ ਅਸੀਂ ਆਪਣੀ ਵੈਰੀਫਿਕੇਸ਼ਨ ਤੋਂ ਬਾਅਦ ਇਹਨਾਂ ਨੂੰ ਵੀ ਕੰਸੈਸ਼ਨ ਦੇਵਾਂਗੇ। ਉਹਨਾਂ ਵਿੱਚੋਂ ਜਦੋਂ ਮੈਂ ਵੈਰੀਫਿਕੇਸ਼ਨ ਦਾ ਨਾਂ ਲਿਆ, ਇੱਕ ਪੇਰੈਂਟ ਕਹਿੰਦਾ ਜੀ ਮੇਰੇ ਤਾਂ 15 ਲੱਖ ਬੈਂਕ 'ਚ ਨੇ ਪਰ ਉਹ ਮੇਰੇ ਪੈਸੇ ਨਹੀਂ ਹੈਗੇ, ਉਹ ਤਾਂ ਮੈਂ ਕਿਸੇ ਦੇ ਪੈਸੇ ਹੈਗੇ ਨੇ। ਇੱਕ ਪੇਰੈਂਟ ਕਹਿੰਦਾ ਮੈਂ ਜੀ ਸਰਪੰਚ ਹੈਗਾ ਆ, ਉਹ ਤਾਂ ਪੰਚਾਇਤ ਦੇ ਪੈਸੇ ਹੈਗੇ। ਜੇ ਉਹ ਪੰਚਾਇਤ ਦੇ ਪੈਸੇ ਹੈਗੇ ਤਾਂ ਉਹਦੇ ਪਰਸਨਲ ਖਾਤੇ 'ਚ ਕੀ ਕਰ ਰਹੇ ਨੇ? ਐਕਚੁਅਲੀ ਮੈਨੂੰ ਇਹ ਸਮਝ ਨਹੀਂ ਆ ਰਿਹਾ। ਵੈਰੀਫਿਕੇਸ਼ਨ ਨੂੰ ਤਿਆਰ ਨਹੀਂ ਹੈਗੇ। ਵੈਰੀਫਿਕੇਸ਼ਨ ਨੂੰ ਤਿਆਰ ਨਹੀਂ, ਉਹ ਹਰ ਗੱਲ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਕਿ ਸਕੂਲ ਨੂੰ ਅਸੀਂ ਉਹਨਾਂ ਨੇ ਤਾਂ ਇਹ ਵੀ ਕਿਹਾ ਜੀ ਤੁਸੀਂ ਆਨਲਾਈਨ ਕਲਾਸਿਸ ਲੈਣੇ ਆ, ਬੱਚਿਆਂ ਦੀਆਂ ਅੱਖਾਂ ਖਰਾਬ ਹੁੰਦੀਆਂ ਨੇ। ਤਾਂ ਹੁਣ ਮੈਂ ਇਹ ਵੀ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਨਲਾਈਨ ਕਲਾਸਿਸ ਲੈਣੀਆਂ, ਸਕੂਲ ਬੰਦ ਨੇ, ਸਰਕਾਰ ਨੇ ਕਹਿ ਦਿੱਤਾ ਬੱਚੇ ਸਕੂਲ ਨਹੀਂ ਆ ਸਕਦੇ, ਤੁਸੀਂ ਕਹਿ ਰਹੇ ਆਨਲਾਈਨ ਕਲਾਸਿਸ ਨਾ ਲਾਓ, ਆਨਲਾਈਨ ਕਲਾਸਿਸ ਨਾਲ ਬੱਚਿਆਂ ਦਾ ਨੁਕਸਾਨ ਹੋ ਰਿਹਾ, ਤੁਸੀਂ ਮੈਨੂੰ ਇੱਕ ਤੀਸਰਾ ਤਰੀਕਾ ਦੱਸ ਦਿਓ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਪੜ੍ਹਾਈ ਕਰੀਏ। ਉਹ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। ਮੈਂ ਤੇ ਇਸ ਗਾਸਾ ਦੀ ਗੱਲਬਾਤ ਦਾ ਹੱਲ ਕਿਤੇ ਨਹੀਂ ਕੋਈ ਜਾਂਦੀ ਕਿਉਂਕਿ ਲਗਾਤਾਰ ਹੋਊਗਾ। ਛੱਬੀ ਨੂੰ ਵੀ ਇਹੀ ਗੱਲਾਂ ਮੈਂ ਦੁਬਾਰਾ ਹੋਈ ਹੱਲ ਤਾਂ ਹੀ ਨਿਕਲੂਗਾ ਜੇ ਪੇਰੈਂਟਸ ਸਾਡੀ ਗੱਲ ਸੁਣਨਗੇ। ਹੁਣ ਅਸੀਂ ਆਪਣੇ ਗੱਲ ਰੱਖ ਦਿੱਤੀ ਹੈ, ਉਹ ਅੱਗੇ ਸੁਣਨ ਦੀ ਬਜਾਏ ਉਹ ਇਲਜ਼ਾਮ ਤੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੰਦੇ, ਉਹ ਗੱਲ ਨੂੰ ਕਿਸੇ ਹੋਰ ਪਾਸੇ ਲੈ ਜਾਂਦੇ ਨੇ। ਇਲਜ਼ਾਮ ਲਾ ਕੇ ਤਾਂ ਕੋਈ ਹੱਲ ਨਹੀਂ ਨਿਕਲਦਾ। ਜੇ ਉਹ ਸਾਡੀ ਸਹਿਮਤੀ ਦੇ ਨਾਲ ਜੋ ਅਸੀਂ ਕਹਿ ਰਹੇ ਹਾਂ ਉਸ ਹਿਸਾਬ ਨਾਲ ਚੱਲਣ। ਇਹਦੇ ਵਿੱਚ ਮੈਨੂੰ ਇਹ ਦੱਸੋ, ਜੇ ਅਸੀਂ ਡਾਕੂਮੈਂਟਸ ਮੰਗ ਹੀ ਲਏ ਵੈਰੀਫਿਕੇਸ਼ਨ ਦੇ, ਅੱਜ ਕੱਲ੍ਹ ਹਰ ਬੰਦੇ ਦਾ ਬੈਂਕ ਖਾਤਾ ਹੁੰਦਾ ਹੈ, ਹਰ ਬੰਦੇ ਦਾ ਆਧਾਰ ਕਾਰਡ ਹੁੰਦਾ ਹੈ, ਹਰ ਬੰਦੇ ਕੋਲ ਟੈਲੀਫੋਨ ਹੁੰਦਾ ਆ ਵਿਚ ਇਜ਼ ਲਿੰਕਡ ਟੂ ਦ ਬੈਂਕ ਅਕਾਊਂਟ। ਤੇ ਇਹਦੇ ਵਿੱਚ ਜੇ ਅਸੀਂ ਮੰਗ ਹੀ ਲਿਆ ਆ ਤੇ ਇਹਦੇ ਵਿੱਚ ਕੋਈ ਕਿੰਨਾ ਕੁ ਇਹਦੇ ਵਿੱਚ ਗਲਤ ਤੁਹਾਨੂੰ ਲੱਗ ਰਿਹਾ, ਤੁਸੀਂ ਮੈਨੂੰ ਦੱਸੋ ਜ਼ਰਾ।